शेरे पंजाब 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 10:12 ਹੋਏ ਨੇ ਤੇ 27 ਮਈ ਦਾ ਦਿਨ ਹੈ, ਵਰਾ 2022 ਦਾ ਸ਼ੁੱਕਰਵਾਰ ਹੈ ਤੇ 14 ਹੋ ਗਿਆ ਜੇਠ, ਨਾਨਕ ਸੰਮਤ 554। ਨਿੱਘਾ ਹਾਰਦਿਕ ਸਵਾਗਤ ਹੈ ਜੀ। स्टूडियो के थले एक्सीडेंट अज होंदा वेख्या सामने, बिल्कुल बस मूरली गड्डी के अगे ट्रैफिक रोगियों ने रोक लिया। पिछले आलियां ने ये नहीं वेख्या कि साडे तो असी रोक लांगे या नहीं, क्योंकि विच विथ नहीं सी। पिछली गड्डी दे विच 3 जवाक ने, एक गोदी दा 2 सीटां ते बस जब मारी वो पंजाबी वांगू ये ऐ कह के मारी, हे है जाना किथे नूं आ मित्रा, थोड़ा जा ठहर जा हुण दस किथे नूं जाना। पुलिस खड़ी आ, रास्ता रोक गया, गड्डी भन्नी गई। ICBC वाले ऊं दवानी नहीं दिंदे, बोल गया ना कड़मचू, ठहर। ਚੱਲਾਂਗੇ ਦੇਸ਼ ਪੰਜਾਬ ਦੇ ਝਰੋਖੇ ਚੋਂ ਗੱਲਬਾਤ ਕਰਾਂਗੇ। ਚੱਲਾਂਗੇ ਪੰਜਾਬ ਨੂੰ, ਦੇਸ਼ ਪੰਜਾਬ ਦੇ ਝਰੋਖੇ 'ਚੋਂ ਸਰਦਾਰ ਨਵਕਿਰਨ ਸਿੰਘ ਪੱਤੀ ਨੂੰ, ਤੇ ਉਸ ਤੋਂ ਬਾਅਦ ਅੱਜ ਖਾਸ ਗੱਲਬਾਤ ਅਮਰੀਕਾ 'ਚ ਹੋਏ ਕਤਲੋਗਾਰਤ ਬਫਲੋ ਤੇ ਟੈਕਸਸ ਦੇ ਵਿੱਚ ਜਿਹੜੇ ਜਵਾਕ ਜਿਹੜੇ ਮਾਰ ਕੱਤੇ, ਉਸ ਦੇ ਬਾਰੇ ਸਾਡੇ ਉੱਘੇ ਇੰਸਟਰਕਟਰ ਜਿਨ੍ਹਾਂ ਨੇ ਪਿਛਲੇ 40 ਵਰ੍ਹਿਆਂ ਤੋਂ ਵੱਧ ਸਮਾਂ ਹੋ ਗਿਆ, ਰਾਜ ਸਰਦਾਰ ਰਾਜਵੰਤ ਸਿੰਘ ਰਾਏ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇੱਥੇ ਅਸਲਾ ਰੱਖਿਆ ਤੇ ਸਭ ਤੋਂ ਪਹਿਲਾਂ ਹੰਟਿੰਗ ਤੇ ਗਏ ਸਿੱਖ ਸਰਦਾਰ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਮਾਨਸਿਕ ਸਿੱਖਤਾ ਕੀ ਹੈ, ਬੰਦਾ ਬੰਦੇ ਨੂੰ ਮਾਰਦਾ ਜਾਂ ਅਸਲਾ ਮਾਰਦਾ। ਆਮ ਹਥਿਆਰ ਵਿਕਦੇ ਨੇ ਜਿਹੜੇ ਨੇ ਅਮਰੀਕਾ 'ਚ, ਤੇ ਉੱਧਰ ਬੰਦੇ ਮਰ ਗਏ। ਤੇ ਹਿਊਸਟਨ ਦੇ ਵਿੱਚ ਨੈਸ਼ਨਲ ਰਾਈਫਲ ਐਸੋਸੀਏਸ਼ਨ ਦਾ ਇਕੱਠ ਹੋ ਰਿਹਾ, ਉਹ ਨਹੀਂ ਗਿਣਦੇ ਕਿਸੇ ਨੂੰ, ਉਹਨਾਂ ਦਾ ਜ਼ੋਰ ਹੈ, ਲੌਬੀ ਹੈ ਉਹਨਾਂ ਦੀ, ਤੇ ਉੱਥੇ ਕੋਈ ਹੋਵੇ, ਕੋਈ ਕਿਸੇ ਨੂੰ ਨਹੀਂ ਗਿਣਦਾ। ਸੋ ਕੋਈ ਵੀ ਖੁੱਲ੍ਹ ਕੇ ਨਹੀਂ ਕਹਿ ਰਿਹਾ ਬਈ ਇਹ ਗਲਤ ਹੈ। ਟੈਡ ਕਰੂਜ਼ ਸੈਨੇਟਰ ਹੈ, ਉਹ ਕਹਿੰਦਾ ਨੋ, ਕਿਉਂਕਿ ਸੈਕੰਡ ਅਮੈਂਡਮੈਂਟ ਹੈ ਜਿਹੜੀ ਅਮਰੀਕਾ ਦੀ ਫਰੀਡਮ ਦੇ ਆਲੇ ਦੁਆਲੇ, ਫਰੀਐਸਟ ਕੰਟਰੀ ਦੇ ਆਲੇ ਦੁਆਲੇ ਉਹ ਤੁਰੇ ਫਿਰਦੇ ਨੇ। ਉਹ ਕਹਿੰਦੇ ਨੋ, ਰਾਈਟ ਟੂ ਬੇਅਰ ਆਰਮ ਸਾਡਾ ਜਨਮ ਸਿੱਧ ਅਧਿਕਾਰ, ਇਹ ਤੋਂ ਪਰਾਂ ਨਹੀਂ ਹਟ ਸਕਦੇ। ਤੇ ਅੱਜ ਸੁਣ ਲਿਓ, ਹੋ ਵੀ ਨਹੀਂ ਸਕਦਾ ਹੈ, ਬਹੁਤ ਔਖਾ ਕੰਮ ਹੈ, ਬੜਾ ਵੱਡਾ ਟਾਸਕ ਹੈ। ਉਸ ਤਰ੍ਹਾਂ ਦੇ ਟਾਸਕ ਜਿਵੇਂ ਬਿੱਲ 21 ਦੇ ਖਿਲਾਫ, ਸੈਕੂਲਰ ਬਿੱਲ ਦੇ ਖਿਲਾਫ ਕੁਬੈਕ ਦੇ ਵਿੱਚ, ਉਹਦੇ ਖਿਲਾਫ ਕਿਸੇ ਰਾਜਨੀਤਿਕ ਬੰਦੇ ਦਾ ਬੋਲਣਾ ਬਹੁਤ ਔਖਾ ਕੰਮ ਹੈ। ਟਿੱਬਿਆਂ ਨੂੰ ਪਾਣੀ ਚਾੜਨਾ। 604-204-0600 ਆਨ 에ਅਰ ਨੰਬਰ ਹੈ, 6042040600 ਤੇ 6047291224 WhatsApp ਤੇ ਟੈਕਸਟ ਦਾ ਨੰਬਰ ਜਿਹੜਾ ਤੁਹਾਨੂੰ ਦਿੱਤਾ ਹੋਇਆ ਹੈ। ਇਹ ਸੈੱਲ ਫੋਨ ਹੈ। ਇੱਕ ਬੇਨਤੀ ਸਾਰਿਆਂ ਨੂੰ ਫੇਰ, 10 ਤੋਂ 1 ਸੋਮਵਾਰ ਤੋਂ ਸ਼ੁੱਕਰਵਾਰ 600 AM ਤੇ ਇਹ ਜਿਹੜਾ ਹਰਜੀਤ ਸਿੰਘ ਗਿੱਲ ਸ਼ੋਅ ਲੋਕ ਸੱਥ ਜਿਹੜੀ ਸਜਦੀ ਹੈ, ਤੇ ਪਲੀਜ਼ ਸੁਨੇਹਾ ਦਿਓ ਜਦ ਕੋਈ ਮਿਲ ਕੇ ਕਹਿੰਦਾ ਅਸੀਂ ਉੱਧਰ ਉਡੀਕਦੇ ਹਾਂ। ਬਹੁਤ ਦਿਲ ਨੂੰ ਦੁੱਖ ਲੱਗਦਾ ਕਿ 2 ਮਹੀਨੇ ਹੋ ਗਏ ਪੰਜਾਬ ਤੋਂ ਮੁੜਿਆਂ ਨੂੰ, ਯਾਰ ਹਾਲੇ ਤੱਕ ਪਤਾ ਨਹੀਂ ਲੱਗਿਆ ਕਿ ਸ਼ੋਅ ਕਿੱਥੇ ਕਰਨਾ। ਬੰਨਿਆ ਹੋਇਆ ਸਮਾਂ, ਤਾਂ ਹੀ ਹੁਣੇ ਸਮਾਂ 1 ਘੰਟਾ ਲੇਟ ਕੀਤਾ ਵੀ ਜਾਨੂੰ ਤੁਸੀਂ ਸਾਰੇ ਕੰਮ ਕਾਰ ਨਿਬੇੜ ਕੇ ਵਿਹਲੇ ਹੋ ਜਾਓ, ਕਿਉਂਕਿ ਆਪਾਂ 2009 ਤੇ 11 ਤੋਂ 2 ਵਾਲਾ ਸਮਾਂ ਸ਼ੁਰੂ ਕੀਤਾ ਸੀ। ਹੁਣ 10 ਤੋਂ 1 ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੇ ਸੁਨੇਹਾ ਜ਼ਰੂਰ ਦਿਓ ਕਿ ਸਾਰੇ 600 AM ਤੇ ਆਉਣ। ਸਵੇਰ ਤੋਂ ਲੈ ਕੇ ਰਾਤ ਤੱਕ ਬਾਹਲਾ ਬਦਲਣ ਦੀ ਨਹੀਂ ਲੋੜ, ਨਾਲੇ ਤਾਂ ਕ੍ਰਿਸਟਲ ਕਲੀਅਰ ਆ, ਨਾਲੇ ਸਵੇਰ ਤੋਂ ਲੈ ਕੇ ਸਾਰੇ ਹੋਸਟ ਨੇ ਜਿਹੜੇ ਚੜ੍ਹਦੇ ਤੋਂ ਚੜ੍ਹਦਾ ਆਉਂਦਾ। 604-204-0600 6042040600। ਜਦੋਂ ਉਹ ਹਾਲ ਪੁੱਛਦੇ ਨੇ ਤਾਂ ਦੁਨੀਆ ਚੰਗੀ ਲੱਗਦੀ ਹੈ, ਜਦੋਂ ਉਹ ਹਾਲ ਪੁੱਛਦੇ ਨੇ ਤਾਂ ਦੁਨੀਆ ਚੰਗੀ ਲੱਗਦੀ ਹੈ, ਦਿਲਾਂ ਦੀ ਬਾਤ ਪਾਉਂਦੇ ਨੇ ਤਾਂ ਦੁਨੀਆ ਚੰਗੀ ਲੱਗਦੀ ਹੈ, ਜਦੋਂ ਦਰ ਸੱਚ ਦੇ ਖੁੱਲ੍ਹਦੇ ਨੇ ਤਾਂ ਦੁਨੀਆ ਚੰਗੀ ਲੱਗਦੀ ਹੈ, ਹਨੇਰੇ ਕੂੜ ਨੱਸਦੇ ਨੇ ਤਾਂ ਦੁਨੀਆ ਚੰਗੀ ਲੱਗਦੀ ਹੈ, ਚਫੇਰੇ ਪਸਰਿਆ ਹਨੇਰਾ ਕਦੇ ਵੀ ਸਹਿਣ ਨਾ ਕਰਦੇ, ਇਹ ਜੁਗ ਨੂੰ ਟਿਮਾਉਂਦੇ ਨੇ ਤਾਂ ਦੁਨੀਆ ਚੰਗੀ ਲੱਗਦੀ ਹੈ, ਕਿਤੇ ਕੰਡੇ ਵਿਛਾਏ ਨੇ, ਕਿਤੇ ਕੰਕਰ ਨੇ ਰਾਹਾਂ ਵਿੱਚ, ਮੁਸਾਫਰ ਚੱਲਦੇ ਰਹਿੰਦੇ ਨੇ ਤਾਂ ਦੁਨੀਆ ਚੰਗੀ ਲੱਗਦੀ ਹੈ, ਘਰਾਂ ਅੰਦਰ ਬਨੇਰੇ ਤੇ ਮਨਾਂ ਅੰਦਰ ਜਾਂ ਮੱਥੇ ਤੇ, ਉਹ ਜਦੋਂ ਵੀ ਦੀਪ ਜਗਦੇ ਨੇ ਤਾਂ ਦੁਨੀਆ ਚੰਗੀ ਲੱਗਦੀ ਹੈ, ਜਦੋਂ ਉਹ ਹਾਲ ਪੁੱਛਦੇ ਨੇ ਕੀ ਹਾਲ ਹੈ ਦੁਨੀਆ ਚੰਗੀ ਲੱਗਦੀ ਹੈ, ਦਿਲਾਂ ਦੀ ਬਾਤ ਪਾਉਂਦੇ ਨੇ ਤਾਂ ਦੁਨੀਆ ਚੰਗੀ ਲੱਗਦੀ ਹੈ,
ਹਰਦਮ ਸਿੰਘ ਮਾਨ ਦਿਲਾਂ ਦੀ ਬਾਤ ਪਾਉਂਦੇ ਨੇ। ਮਾਨ ਸਾਹਿਬ ਦੀ ਅਗਲੀ ਕਿਤਾਬ ਵੀ ਆ ਗਈ ਗਜ਼ਲਾਂ ਦੀ, ਲਿਆਵਾਂਗਾ ਹੁਣ ਛੇਤੀ ਹੋਈ। ਚੱਲੀਏ ਪੰਜਾਬ ਨੂੰ। ਸਰਦਾਰ ਨਵਕਿਰਨ ਸਿੰਘ ਪੱਤੀ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ ਜੀ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ। ਅੱਛਾ ਜੀ, ਗੱਲ ਇਹ ਦੱਸਿਓ ਕਿ ਸਿੰਗਲੇ ਉਹਨਾਂ ਦਾ ਕੀ ਬਣਦਾ ਯਾਰ? ਬਾਹਲਾ ਖਰਾਬ ਹੋ ਗਿਆ। ਤਪੋ ਰਾਜ, ਰਾਜੋ ਨਰਕ, ਐਡੀ ਵੱਡੀ ਕੋਠੀ ਪਾਈ ਖਾਨੀ, ਵਸਤੂ ਸ਼ਸਤਰ ਠੀਕ ਨਹੀਂ ਆਇਆ, ਗੱਲ ਬਾਹਲੀ ਖਰਿਆਬ ਹੋ ਗਈ। ਹੁਣ ਕੀ ਗੱਲ ਬਣੀ ਹੈ? ਜੀ ਜੀ ਗਿੱਲ ਸਾਹਿਬ, ਵਾਕਈ ਇੰਨੀ ਛੇਤੀ ਕਿਸੇ ਦੇ ਨਾਲ ਇਸ ਤਰ੍ਹਾਂ ਬੀਤਦੀ ਆ ਜਿਹੜੀ ਬਹੁਤ ਘੱਟ ਵਾਰ ਦੇਖੀ ਸੁਣੀ ਹੁੰਦੀ ਆ। ਕਿਉਂਕਿ ਅਜੇ 2 ਮਹੀਨੇ ਹੋਏ ਸੀਗੇ ਮੰਤਰੀ ਬਣੇ ਨੂੰ, ਅਜੇ ਤਾਂ ਰਿਸ਼ਤੇਦਾਰ ਲੱਡੂ ਬਣਦੇ ਫਿਰਦੇ ਸੀ, ਬਰਫੀਆਂ ਬਣਦੇ ਫਿਰਦੇ ਸੀ ਵੀ ਸਾਡਾ ਰਿਸ਼ਤੇਦਾਰ ਮੰਤਰੀ ਬਣ ਗਿਆ, ਦੱਸਿਓ ਜੇ ਕੋਈ ਕੰਮ ਹੋਇਆ। ਅਜੇ ਤਾਂ ਗਿੱਲ ਸਾਹਿਬ ਉਹਦੇ ਪਰਿਵਾਰ ਦੇ ਚਾਅ ਨਹੀਂ ਸੀ ਲੱਥੇ ਕਿ ਉਹੀ ਪੁਲਿਸ ਜਿਹੜੇ ਉਹਦੇ ਗਨਮੈਨ ਬਣੇ ਹੋਏ ਸੀ ਉਹਨਾਂ ਨੇ ਹੀ ਫੜ ਕੇ ਹਵਾਲੇ ਕਰਤਾ ਦੂਸਰੀ ਪੁਲਿਸ ਦੇ। ਤਾਂ ਇਹ ਸਥਿਤੀ ਬਣੀ। ਸੋ ਹੁਣ ਹਾਲਤ ਇਹ ਹੈ ਜੀ ਕਿ ਅੱਜ ਮੋਹਾਲੀ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਡਾਕਟਰ ਵਿਜੇ ਸਿੰਗਲਾ ਨੂੰ ਔਰ ਉਹਦੇ ਭਾਣਜੇ ਨੂੰ ਪ੍ਰਦੀਪ ਕੁਮਾਰ ਨੂੰ। ਉੱਥੋਂ ਅਦਾਲਤ ਦੇ ਵਿੱਚ ਪੁਲਿਸ ਦਾ ਰਿਮਾਂਡ ਦੀ ਮੰਗ ਕਰ ਰਹੀ ਸੀ ਕਿ 3 ਦਿਨ ਦਾ ਹੋਰ ਰਿਮਾਂਡ ਚਾਹੀਦਾ, ਪਰ ਵਿਜੇ ਸਿੰਗਲਾ ਦੇ ਵਕੀਲਾਂ ਨੇ ਇਹਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਅਦਾਲਤ ਨੇ 14 ਦਿਨਾਂ ਦੇ ਲਈ ਨਿਆਇਕ ਹਿਰਾਸਤ ਦੇ ਵਿੱਚ ਯਾਨੀ ਕਿ ਰੋਪੜ ਦੀ ਜੇਲ੍ਹ ਭੇਜ ਦਿੱਤਾ। ਹੁਣ 10 ਜੂਨ ਨੂੰ ਦੁਬਾਰੇ ਅਦਾਲਤ 'ਚ ਪੇਸ਼ ਕੀਤਾ ਜਾਊਗਾ। ਸੋ ਰੋਪੜ ਦੀ ਜੇਲ੍ਹ 'ਚ ਹੁਣ ਫੇਰ ਮਾਮਾ ਭਾਣਜਾ 10 ਜੂਨ ਤੱਕ ਇਕੱਠੇ ਰਹਿਣਗੇ ਜੀ। ਇਸ ਤੋਂ ਇਲਾਵਾ ਅਦਾਲਤ ਨੇ ਉਹਦੀ ਆਡੀਓ ਰਿਕਾਰਡਿੰਗ ਆ ਜਿਹੜੀ ਉਹਦੀ ਫੋਰੈਂਸਿਕ ਜਾਂਚ ਦੇ ਲਈ ਭੇਜਣ ਦੇ ਹੁਕਮ ਦਿੱਤੇ ਨੇ। ਔਰ ਅਦਾਲਤ ਤੋਂ ਬਾਹਰ ਆ ਕੇ ਜਦੋਂ ਮੀਡੀਆ ਨੇ ਥੋੜਾ ਬਹੁਤਾ ਪੁੱਛਿਆ ਵੀ ਸਿੰਗਲਾ ਸਾਹਿਬ ਇਹ ਕੀ ਹੋਇਆ, ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਪੰਜਾਬ ਦੀ ਪੁਲਿਸ ਦੇ ਉੱਤੇ, ਆਪਦੀ ਆਮ ਆਦਮੀ ਪਾਰਟੀ ਦੇ ਉੱਤੇ, ਅਦਾਲਤਾਂ ਦੇ ਉੱਤੇ ਪੂਰਾ ਭਰੋਸਾ ਹੈ, ਮੇਰੇ ਨਾਲ ਇਨਸਾਫ ਹੋਊਗਾ। ਸੋ ਹਜੇ ਵੀ ਗਿੱਲ ਸਾਹਿਬ ਮੈਨੂੰ ਲੱਗਦਾ ਉਹਨੂੰ ਪਤਾ ਨਹੀਂ ਲੱਗ ਰਿਹਾ ਮੇਰੇ ਨਾਲ ਹੋ ਕੀ ਰਿਹਾ। ਅਜੇ ਵੀ ਉਹ ਜਿਹੜਾ ਗਾ ਆਮ ਆਦਮੀ ਪਾਰਟੀ ਦੇ ਉੱਤੇ ਪੂਰਾ ਵਿਸ਼ਵਾਸ ਹੈ ਜਿਹੜਾ ਉਹ ਜਤਾ ਰਹੇ ਨੇ। ਉਹਨਾਂ ਨੂੰ ਇਹ ਨਹੀਂ ਪਤਾ ਕਿ ਪਾਰਟੀ ਨੇ ਹੀ ਉਹਨਾਂ ਖਿਲਾਫ ਕਾਰਵਾਈ ਹੈ ਜਿਹੜੀ ਕਰਵਾਈ ਹੈ ਕਰਪਸ਼ਨ ਦੇ ਮਸਲੇ ਦੇ ਵਿੱਚ। ਉਧਰ ਵਿਜੇ ਸਿੰਗਲਾ ਦੇ ਮਾਮਲੇ 'ਚ ਪੰਜਾਬ ਭਵਨ ਦੇ CCTV ਕੈਮਰਿਆਂ ਦੀ ਫੁਟੇਜ ਜ਼ਬਤ ਕਰ ਲਈ ਗਈ ਹੈ। ਉਧਰੋਂ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਇਸ ਵਿਸ਼ੇ ਦੇ ਉੱਤੇ ਬਣੀ ਹੋਈ ਹੈ ਉਹਨਾਂ ਵੱਲੋਂ ਵਿਜੇ ਸਿੰਗਲਾ ਖਿਲਾਫ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਸੰਬੰਧੀ ਜਿਹੜਾ PHSC ਤੋਂ ਯਾਨੀ ਕਿ ਸਿਹਤ ਵਿਭਾਗ ਤੋਂ ਜਿਹੜਾ ਰਿਕਾਰਡ ਆ ਉਹ ਵੀ ਹਾਸਲ ਕੀਤਾ। ਪਰ ਗਿੱਲ ਸਾਹਿਬ ਇੱਕ ਹੋਰ ਜਿਹੜਾ ਸਮਝੌਤਾ ਸ਼ੱਕ ਦੇ ਘੇਰੇ 'ਚ ਆ ਗਿਆ ਹੈਲਥ ਡਿਪਾਰਟਮੈਂਟ ਦਾ। ਸ਼ੱਕ ਦੇ ਘੇਰੇ 'ਚ ਗਿੱਲ ਸਾਹਿਬ ਇਹ ਆ ਗਿਆ ਵੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਆ, ਵਿਜੇ ਸਿੰਗਲਾ ਸਿਹਤ ਮੰਤਰੀ ਬਣਦੇ ਨੇ, ਉਦੋਂ ਹੀ ਇੱਕ ਗਿੱਲ ਸਾਹਿਬ ਟੈਂਡਰ ਪਾਸ ਹੁੰਦਾ ਹੈਗਾ, ਇੱਕ ਠੇਕਾ ਦਿੱਤਾ ਜਾਂਦਾ ਹੈ। ਨਸ਼ਾ ਹਟਾਉਣ ਵਾਲੀਆਂ ਜਿਹੜੀਆਂ ਦਵਾਈਆਂ ਬਹੁਤ ਚਰਚਾ ਦਾ ਵਿਸ਼ਾ ਬਣਦੀਆਂ ਨੇ, ਵੱਡੀ ਪੱਧਰ ਦੇ ਉੱਤੇ ਨਸ਼ਾ ਹਟਾਊ ਕੇਂਦਰ, ਓਟ ਕਲੀਨਿਕ ਖੋਲੇ ਜਾ ਰਹੇ ਨੇ ਔਰ ਉਹ ਗੋਲੀਆਂ ਦੇ ਪੱਤੇ, ਗੋਲੀਆਂ ਵੰਡੀਆਂ ਜਾ ਰਹੀਆਂ। ਔਰ ਗਿੱਲ ਸਾਹਿਬ ਜਿਹੜਾ ਪਿਛਲੀ ਸਰਕਾਰ ਦਾ ਸਮਝੌਤਾ ਕੀਤਾ ਹੋਇਆ ਸੀਗਾ ਗੋਲੀਆਂ ਦੇ ਮਸਲੇ ਦੇ ਵਿੱਚ ਪ੍ਰਾਈਵੇਟ ਕੰਪਨੀ ਦੇ ਨਾਲ, ਉਹ ਸੀਗਾ ਕਿ ਦਵਾਈ ਹੈ ਜਿਹੜੀ ਸਰਕਾਰ ਨੂੰ 60 ਰੁਪਏ 82 ਪੈਸੇ ਦਾ ਪੱਤਾ ਮਿਲ ਰਿਹਾ। ਔਰ ਨਵੀਂ ਸਰਕਾਰ ਨੇ ਜਿਹੜੇ ਟੈਂਡਰ ਮੰਗੇ, 2 ਕੰਪਨੀਆਂ ਨੇ ਟੈਂਡਰ ਪਾਏ, ਤੀਜੀ ਕੰਪਨੀ ਨੇ ਟੈਂਡਰ ਨਹੀਂ ਪਾਇਆ। ਇੱਕ ਕੰਪਨੀ ਮੁੰਬਈ ਦੀ ਤੇ ਇੱਕ ਗੁਜਰਾਤ ਦੀ, ਦੋਨਾਂ ਨੇ ਇੱਕੋ ਰੇਟ ਦੇ ਟੈਂਡਰ ਪਾਏ ਗਿੱਲ ਸਾਹਿਬ, 65 ਰੁਪਏ 52 ਪੈਸੇ ਦੇ ਹਿਸਾਬ ਨਾਲ ਪੱਤੇ ਦੇ। ਹਾਲਾਂਕਿ ਪਿਛਲੀ ਵਾਰ 60 ਰੁਪਏ 82 ਪੈਸੇ ਦਾ ਪੱਤਾ ਸੀ। ਔਰ ਉਦੋਂ ਬਾਅਦ ਹੋਇਆ ਕੀ, ਗੁਜਰਾਤ ਦੀ ਔਰ ਮੁੰਬਈ ਦੀ ਦੋਨਾਂ ਕੰਪਨੀਆਂ ਨੂੰ ਅੱਧਾ ਅੱਧਾ ਜਿਹੜਾ ਮਤਲਬ ਠੇਕਾ ਦੇਤਾ। ਤਾਂ ਹੁਣ ਪੰਜਾਬ ਦੇ ਵਿੱਚ ਜਿਹੜਾ ਪੱਤਾ ਹੈਗਾ ਉਹ 65 ਰੁਪਏ 82 ਪੈਸੇ ਦਾ, 65 ਰੁਪਏ 52 ਪੈਸੇ ਦਾ ਸੌਰੀ ਮਿਲ ਰਿਹਾ ਹੈਗਾ ਪੰਜਾਬ ਸਰਕਾਰ ਨੂੰ ਇਹਨਾਂ ਕੰਪਨੀਆਂ ਤੋਂ। ਸੋ ਇਹ ਸਵਾਲ ਹੁਣ ਖੜਾ ਹੋ ਗਿਆ ਵੀ ਇਹ ਜਿਹੜਾ ਦਵਾਈ ਕੰਪਨੀਆਂ ਨਾਲ ਸਮਝੌਤਾ ਕੀਤਾ ਉਹ ਸ਼ੱਕੀ ਹੈ ਕਿਤੇ ਨਾ ਕਿਤੇ, ਵੀ ਇਦੋਂ ਸਸਤਾ ਤਾਂ ਪਹਿਲਾਂ ਵਾਲਾ ਸੀਗਾ। ਦੂਸਰਾ ਹੈ ਕਿ ਜਿਸ ਤਰੀਕੇ ਨਾਲ ਟੈਂਡਰ ਇੱਕੋ ਰੇਟ 2 ਕੰਪਨੀਆਂ ਦਾ ਔਰ ਉਹਨਾਂ ਨੂੰ ਅੱਧਾ ਅੱਧਾ ਮਤਲਬ ਕੰਟਰੈਕਟ ਦੇਤਾ, ਤਾਂ ਇਹਦੇ ਤੇ ਕਿਤੇ ਨਾ ਕਿਤੇ ਸਵਾਲ ਉੱਠਦੇ ਨੇ। ਵਿਜੇ ਸਿੰਗਲਾ ਦੀਆਂ ਸਮੱਸਿਆਵਾਂ ਵੱਧ ਸਕਦੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ 2 ਮਹੀਨਿਆਂ ਦੇ ਵਿੱਚ ਹੀ ਗਿੱਲ ਸਾਹਿਬ ਤਾਣੀ ਇੰਨੀ ਉਲਝ ਗਈ ਕਿ ਹੁਣ ਖੁੱਦੋ ਜਦੋਂ ਖੋਲੀ ਦੀ ਆ ਤਾਂ ਵਿੱਚੋਂ ਬਹੁਤ ਕੁਛ ਨਿਕਲ ਰਿਹਾ ਜੀ। ਉਧਰ ਪਗਬਟ ਭਾਈ ਬਾਦਲ ਉਹਨਾਂ ਦੇ ਚਟਾਲੇ ਪਰਿਵਾਰ ਦਾ ਪੰਗਾ ਨਹੀਂ ਮੁੱਕਦਾ। ਹੁਣ ਕੀ ਹੋਇਆ ਜੀ? ਚਟਾਲਿਆਂ ਨੂੰ ਸਜ਼ਾ ਹੋਰ ਬੋਲੀ ਆ 4 ਸਾਲ। ਜੀ ਪਹਿਲਾਂ ਵੀ ਇੱਕ ਕੇਸ ਦੇ ਵਿੱਚ ਸਜ਼ਾ ਬੋਲੀ ਗਈ, ਹੁਣ ਫੇਰ ਬਾਦਲਾਂ ਦੇ ਮਿੱਤਰ ਓਮ ਪ੍ਰਕਾਸ਼ ਚਟਾਲਾ ਨੂੰ ਜਿਹੜਾ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਜਿਹੜੀ ਹੈਗੀ
4.5 ਸਾਲ ਦੀ ਕੈਦ ਤੇ 50 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਅਦਾਲਤ ਨੇ ਸੁਣਾਈ ਹੈ। ਔਰ ਇਹਨਾਂ ਨੇ ਗੁਹਾਰ ਲਾਈ ਸੀ ਵੀ ਮੇਰੀ ਉਮਰ ਬਹੁਤ ਵੱਡੀ ਹੈ ਔਰ ਮੈਂ ਜੇਲ੍ਹ ਦੇ ਵਿੱਚ ਔਖਾ ਹੋਊਂਗਾ, ਮੈਨੂੰ ਬਿਮਾਰ ਆਂਗਾ, ਇਸ ਕਰਕੇ ਸਜ਼ਾ ਗੀ ਜਿਹੜੀ ਉਹ ਘੱਟ ਸੁਣਾਈ ਜਾਵੇ। 87 ਸਾਲ ਦੀ ਇਹਦੀ ਉਮਰ ਹੋ ਚੁੱਕੀ ਹੈਗੀ। ਪਰ ਦੂਸਰੇ ਪਾਸੇ ਵਕੀਲਾਂ ਨੇ ਕਿਹਾ ਕਿ ਨਹੀਂ ਜੀ, ਇਹਨਾਂ ਦਾ ਮਤਲਬ ਜਿਹੜਾ ਹੈਗਾ ਪਿਛਲੇ ਸਮੇਂ ਦੇ ਵਿੱਚ ਵੀ ਉਹ ਪ੍ਰਭਾਵ ਇੱਦਾਂ ਦਾ ਰਿਹਾ ਹੈਗਾ ਕਿ ਪਹਿਲਾਂ ਵੀ ਇਹਨਾਂ ਦੇ ਉੱਤੇ ਕੇਸ ਚੱਲਦੇ ਨੇ, ਪਹਿਲਾਂ ਵੀ ਸਜ਼ਾ ਹੋਈ ਹੈ, ਤਾਂ ਹੁਣ 4.5 ਸਾਲ ਦੀ ਫਿਰ ਕੈਦ ਹੋਈ ਹੈ। ਹਾਲਾਂਕਿ ਉਹਨਾਂ ਨੂੰ ਹਾਈ ਕੋਰਟ ਜਾਣ ਦੇ ਲਈ ਰਾਹਤ ਹੈ ਜਿਹੜੀ ਅਗਲੀ ਰਾਤ ਜਾਣ ਦੀ ਮਿਲ ਗਈ ਹੈਗੀ। ਸੋ ਪਿਛਲੇ ਦਿਨਾਂ 'ਚ ਪ੍ਰਕਾਸ਼ ਸਿੰਘ ਬਾਦਲ ਹੋਰੀ ਵੀ ਜਾ ਕੇ ਆਏ, ਗੇੜਾ ਕੱਢ ਕੇ ਆਏ ਆ। ਸ਼ਾਇਦ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਜਿੰਨਾ ਸਮਾਂ ਸਿਆਸਤ ਕੀਤੀ ਉਧਰੋਂ ਚਟਾਲਿਆਂ ਨੇ ਕੀਤੀ। ਇਹਨਾਂ ਦਾ ਆਪਸ ਵਿੱਚ ਬੜਾ ਗਿੱਲ ਸਾਹਿਬ ਪਿਆਰ ਰਿਹਾ ਔਰ ਇਹ ਵੀ ਪਤਾ ਲੱਗਦਾ ਰਿਹਾ ਵੀ ਬਿਜ਼ਨਸ ਵੀ ਇਹਨਾਂ ਦੇ ਕਿਤੇ ਨਾ ਕਿਤੇ ਇੱਕ ਦੂਜੇ ਦੇ ਸੂਬੇ ਦੇ ਵਿੱਚ ਚੱਲਦੇ ਰਹੇ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਉੱਧਰ ਵੀ ਬਾਗ ਨੇ, ਉੱਧਰ ਵੀ ਜ਼ਮੀਨਾਂ ਜਾਇਦਾਦਾਂ ਨੇ। ਸੋ ਇਸ ਕਰਕੇ ਕਾਫੀ ਸਾਂਝਾਂ ਇਹਨਾਂ ਦੀਆਂ ਜਿਹੜੀਆਂ ਹੈਗੀਆਂ ਨੇ, ਕਿਤੇ ਨਾ ਕਿਤੇ ਭਾਜਪਾ ਨਾਲ ਵੀ ਇਹਨਾਂ ਦੀ ਸਾਂਝ ਰਹੀ ਹੈ। ਤੇ ਹੁਣ ਜਦੋਂ ਟੁੱਟੀ ਆ ਸੜਕ ਕਰਕੇ, ਪਹਿਲਾਂ ਚਟਾਲਿਆਂ ਦੀ ਟੁੱਟੀ ਆ, ਤਾਂ ਉਹਦੇ ਚੋਂ ਸ਼ਾਇਦ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਵੇਂ ਸੁਖਬੀਰ ਬਾਦਲ ਨੂੰ ਮੱਤਾਂ ਦਿੰਦੇ ਸੀ ਉਧਰ ਵੀ ਮੱਤ ਦੇ ਕੇ ਆਏ ਹੋਣ। ਜੀ ਗਿੱਲ ਸਾਹਿਬ। ਅੱਛਾ, ਹੁਣ ਜਿਮਨੀ ਚੋਣਾਂ ਦੀ ਕਹਾਣੀ ਚੱਲ ਪਈ ਸੰਗਰੂਰ ਵਾਲੀ। ਕੋਈ ਕਹਿੰਦੇ ਭਗਵੰਤ ਮਾਨ ਆਪਣੀ ਭੈਣ ਨੂੰ ਟਿਕਟ ਦਵਾ ਜੂ, ਲੱਗਦਾ ਹੈ ਨਹੀਂ, ਪਰ ਭੈਣ ਜੀ ਦੀ ਤਿਆਰੀ ਪੂਰੀ। ਆਲੇ ਦੁਆਲੇ ਗੱਡੀਆਂ ਛੱਡੀਆਂ। ਪਿਛਲੇ ਦਿਨ ਦਰਬਾਰ ਸਾਹਿਬ ਗੁਰੂ ਰਾਮਦਾਸ ਜੀ ਦੇ ਦਰ 'ਤੇ ਮੱਥਾ ਟੇਕਣ ਗਏ, ਬੱਲੇ ਬੱਲੇ ਸੀ। ਇਹ ਮੈਂ ਤਾਂ ਕਈ ਵਾਰ ਜਦ ਇਹ ਚੀਜ਼ਾਂ ਨੂੰ ਦੇਖਦਾ ਵੀ ਇੱਕ ਮਜ਼ਾਹੀਆ ਕਲਾਕਾਰ ਤੋਂ ਲੈ ਕੇ ਸਫ਼ਰ ਹੈ ਜਿਹਦੇ ਮੱਥੇ ਦੀਆਂ ਲਕੀਰਾਂ ਉਹਨੂੰ ਕੋਈ ਨਹੀਂ ਰੋਕ ਸਕਦਾ। ਬੰਦੇ ਦੇ ਵੱਸ ਦੀ ਕਹਾਣੀ ਹੈ ਨਹੀਂ, ਜਿਹਨੇ ਜਿੱਥੇ ਪਹੁੰਚਣਾ ਪਹੁੰਚ ਜਾਣਾ। ਕੋਈ ਰੋਕ ਨਹੀਂ ਸਕਦਾ, ਕਿਸੇ ਦੇ ਹੱਥ ਦੀ ਕੋਈ ਖੋਹ ਨਹੀਂ ਸਕਦਾ। ਕਈ ਵਾਰ ਆਪਾਂ ਦੁਖੀ ਹੁੰਦੇ ਹਾਂ, ਫਲਾਣੇ ਨੇ ਆਹ ਕਰਤਾ, ਕੁਛ ਨਹੀਂ ਹੋ ਸਕਦਾ। ਹੁਣ ਜ਼ਿਮਨੀ ਚੋਣ ਦੀ ਕਹਾਣੀ ਕੌਣ ਕਿਹਦਾ ਗੁਣਾ ਪੈ ਸਕਦਾ ਜੀ? ਕਿ ਸਾਰੀਆਂ ਪਾਰਟੀਆਂ ਕੌਣ ਤਿਆਰੀ ਕਰ ਰਿਹਾ ਹੈ? ਗਿੱਲ ਸਾਹਿਬ ਦੇਖੋ, ਜ਼ਿਮਨੀ ਚੋਣ ਦੇ ਲਈ ਬਹੁਤ ਜ਼ੋਰ ਲੱਗਿਆ ਹੋਇਆ। ਇਹ ਚੋਣ ਸਾਰੀਆਂ ਪਾਰਟੀਆਂ ਲਈ ਬੜੀ ਮਹੱਤਵਪੂਰਨ ਹੈਗੀ। ਕਈ ਪਾਰਟੀਆਂ ਦੀ ਹੋਣ ਦਾ ਸਵਾਲ ਹੈ। ਦੇਖੋ, ਆਮ ਆਦਮੀ ਪਾਰਟੀ ਦੇ ਲਈ ਜ਼ਿਮਨੀ ਚੋਣ ਇਸ ਕਰਕੇ ਮਹੱਤਵਪੂਰਨ ਹੈ ਕਿ ਲੋਕ ਸਭਾ ਦੇ ਵਿੱਚ ਉਹਨਾਂ ਦੀ ਪੂਰੇ ਭਾਰਤ ਦੇ ਵਿੱਚੋਂ ਇੱਕੋ ਇੱਕ ਸੀਟ ਹੈ, ਉਹ ਸੰਗਰੂਰ ਵਾਲੀ ਸੀਗੀ, ਭਗਵੰਤ ਮਾਨ ਵਾਲੀ। ਔਰ ਉਹਨਾਂ ਦਾ ਲੋਕ ਸਭਾ 'ਚ ਕੋਈ ਜਿੱਤਿਆ ਹੋਇਆ ਨਹੀਂ ਹੈ। ਔਰ ਉੱਥੇ ਭਗਵੰਤ ਮਾਨ ਇਕੱਲਾ ਹੀ ਗੂੰਜਦਾ ਹੁੰਦਾ ਸੀਗਾ, ਜਿਵੇਂ ਕਹਿੰਦੇ ਇਕੱਲਾ ਹੀ ਕਈਆਂ ਵਰਗਾ। ਔਰ ਉਹਦੇ 'ਚ ਆਮ ਆਦਮੀ ਪਾਰਟੀ ਇਹ ਸੋਚਦੀ ਆ ਕਿ ਕੋਈ ਇਸੇ ਸੀਟ ਤੋਂ, ਕਿਉਂਕਿ ਉਹਨੂੰ ਪੱਕੀ ਬਣ ਰਹੇ ਆ। ਔਰ ਸੰਗਰੂਰ ਤੇ ਬਰਨਾਲਾ 2 ਜ਼ਿਲ੍ਹੇ ਪੈਂਦੇ ਨੇ ਸੀਟ ਦੇ ਵਿੱਚ। ਬਰਨਾਲਾ ਜ਼ਿਲ੍ਹੇ ਦੀਆਂ ਸੀਟਾਂ ਔਰ ਸੰਗਰੂਰ ਜ਼ਿਲ੍ਹੇ ਦੀਆਂ ਸੀਟਾਂ, ਤੀਸਰਾ ਮਲੇਰਕੋਟਲਾ। ਔਰ ਉਹਦੇ 'ਚੋਂ ਗਿੱਲ ਸਾਹਿਬ ਇਹ ਸਮਝਣ ਲੱਗੇ ਕਿ ਇੱਥੇ ਹੁੰਜਾ ਫੇਰ ਜਿੱਤ ਇਹਨਾਂ ਨੇ ਹਾਸਲ ਕੀਤੀ ਹੈਗੀ। ਬਰਨਾਲੇ ਦੇ ਤਾਂ ਪੂਰਾ ਜ਼ਿਲ੍ਹਾ ਹੀ ਦੋਨੇ ਵਾਰ ਜਿੱਤੇ ਨੇ, 17 'ਚ ਵੀ 22 'ਚ ਵੀ, ਔਰ ਸੰਗਰੂਰ ਦੇ ਵਿੱਚ ਵੀ ਵੱਡੀ ਪੱਧਰ ਦੇ ਉੱਤੇ ਜਿੱਤ ਹਾਸਲ ਕੀਤੀ ਆ ਵੀ ਇੱਥੋਂ ਸਾਡਾ ਬੰਦਾ ਜਿੱਤ ਸਕਦਾ। ਉਹਦੇ 'ਚੋਂ ਹੁਣ ਕੌਣ ਹੋਵੇ? ਦੇਖੋ, ਉੱਥੇ ਪੋਸਟਰ ਲੱਗੇ ਪਏ ਆ, ਸੰਗਰੂਰ ਦੀਆਂ ਕੰਧਾਂ ਬੋਲਦੀਆਂ ਨੇ ਕਿ ਭਗਵੰਤ ਮਾਨ ਦੀ ਭੈਣ ਦੇ ਪੋਸਟਰ ਬੈਨਰ ਲੱਗੇ ਹੋਏ ਨੇ ਕਿ ਉਹਨੂੰ ਉਮੀਦਵਾਰ ਬਣਾਇਆ ਜਾਵੇ। ਹੁਣ ਉਹ ਗਿੱਲ ਸਾਹਿਬ ਵਰਕਰਾਂ ਨੇ ਆਪਦੇ ਪੱਧਰ ਦੇ ਉੱਤੇ ਲਾਤੇ, ਕਿਉਂਕਿ ਵਰਕਰਾਂ ਦੀ ਕਈ ਵਾਰ ਭਾਵਨਾ ਹੁੰਦੀ ਆ, ਪਾਰਟੀ ਹੋਰੂ ਸੋਚਦੀ ਹੁੰਦੀ ਆ, ਵਰਕਰਾਂ ਦੀ ਦਿਲੀ ਇੱਛਾ ਹੋਰ ਹੁੰਦੀ ਆ। ਜਾਂ ਤਾਂ ਉਹਨਾਂ ਨੇ ਪਾਰਟੀ ਤੋਂ ਬਿਨਾਂ ਪੁੱਛੇ ਲਾ ਦਿੱਤੇ ਨੇ, ਜਾਂ ਦੇਖੋ ਕਿਤੇ ਨਾ ਕਿਤੇ ਚੁੰਡੀ ਵੱਢ ਕੇ ਵੀ ਦੇਖਦੇ ਹੋ ਸਕਦੇ ਨੇ। ਸੋ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ। ਪਰ ਭੈਣ ਜੀ ਹੋਰਾਂ ਦੀ ਤਿਆਰੀ ਵੀ ਪੂਰੀ ਆ, ਜਿਵੇਂ ਤੁਸੀਂ ਜ਼ਿਕਰ ਕੀਤਾ। ਜਦੋਂ ਉਹਨਾਂ ਨੂੰ ਵੀ ਮੀਡੀਆ ਪੁੱਛਿਆ, ਉਹ ਕਹਿੰਦੇ ਵੀ ਜਿਵੇਂ ਪਾਰਟੀ ਕਹੂਗੀ ਉਵੇਂ ਦੇਖਾਂਗੇ, ਡਿਨਾਈ ਨਹੀਂ ਕੀਤਾ ਉਹਨਾਂ ਨੇ ਗੱਲ ਨੂੰ। ਤਾਂ ਉਹਦੇ ਚੋਂ ਕਿਤੇ ਨਾ ਕਿਤੇ ਪਾਰਟੀ ਇਹ ਵੀ ਸੋਚਦੀ ਹੋਊਗੀ ਭਗਵੰਤ ਮਾਨ ਦੀ ਲੋਕਪ੍ਰਿਯਤਾ ਦਾ ਜਿਹੜਾ ਲਾਹਾ ਗਾ ਉਹ ਵੀ ਮਿਲੇ। ਬਾਕੀ ਬਹੁਤ ਸਾਰੇ ਲੋਕ ਇਹ ਵੀ ਸੋਚ ਰਹੇ ਨੇ ਕਿ ਆਮ ਆਦਮੀ ਪਾਰਟੀ ਕੋਲ ਇੱਕ ਬਹੁਤ ਵੱਡੀ ਟੀਮ ਹੈ ਇਸ ਖੇਤਰ ਦੇ ਵਿੱਚ, ਔਰ ਉਹਨਾਂ ਦੇ ਵਿੱਚੋਂ ਕਿਸੇ ਨੂੰ ਲੋਕ ਸਭਾ ਦੀ ਚੋਣ ਹੈ ਜਿਹੜੀ ਉਹ ਲੜਾਈ ਜਾ ਸਕਦੀ ਆ। ਦੂਸਰੇ ਪਾਸੇ ਸਿਮਰਜੀਤ ਸਿੰਘ ਮਾਨ ਹੋਰੀ ਤਾਂ ਨਿੱਤਰੀ ਹੋਏ ਨੇ ਚੋਣ ਮੈਦਾਨ ਦੇ ਵਿੱਚ। ਉਹ ਤਾਂ ਸਭ ਤੋਂ ਪਹਿਲਾਂ ਕਹਿੰਦੇ ਵੀ ਥਾਪੀ ਮਾਰ ਕੇ ਮੈਂ ਤਾਂ ਹੈਗਾ ਗਾ, ਕਿਉਂਕਿ ਐਤਕੀ ਉਹਨਾਂ ਨੂੰ ਵੀ ਬਹੁਤ ਵੱਡੀ ਪੱਧਰ ਦੇ ਉੱਤੇ ਵੋਟਾਂ ਨੇ ਜਿਹੜੀਆਂ ਇਸ ਹਲਕੇ ਦੇ ਵਿੱਚ ਪਈਆਂ ਨੇ। ਮਲੇਰਕੋਟਲੇ ਦੇ ਵਿੱਚ ਉਹਨਾਂ ਦਾ ਚੰਗਾ ਆਧਾਰ ਜਿਹੜਾ ਗਾ ਉਹ ਗਿਣਿਆ ਜਾਂਦਾ ਗਾ। ਇਸ ਤੋਂ ਇਲਾਵਾ ਗਿੱਲ ਸਾਹਿਬ ਜੇ ਗੱਲ ਕਰਨੀ ਹੋਵੇ ਸ਼੍ਰੋਮਣੀ ਅਕਾਲੀ ਦਲ ਬਾਦਲ, ਉਹਨਾਂ ਨੇ ਅੱਜ ਬੜਾ ਗਿੱਲ ਸਾਹਿਬ ਟੈਕਟੀਕਲੀ ਫੈਸਲਾ ਜਿਹੜਾ ਲਿਆ। ਉਹ ਕਹਿੰਦੇ ਵੀ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਦੇ ਵਿਰੋਧ ਦੇ ਵਿੱਚ ਆਪਾਂ ਇਕਜੁੱਟ ਹੋ ਕੇ ਪੰਥਕ ਪਾਰਟੀਆਂ ਇਕੱਠੀਆਂ ਚੋਣ ਲੜਨ, ਇਕੱਲੇ ਨਾ ਲੜੀਏ। ਉਹਦੇ ਲਈ 5 ਮੈਂਬਰੀ ਕਮੇਟੀ ਵੀ ਬਣਾ ਲਈ। ਉਹਦੇ ਚ ਭੁੰਦੜ ਸਾਹਿਬ, ਚੰਦੂ ਮਾਜਰਾ ਸਾਹਿਬ, ਚੰਦਰ ਸਿੰਘ ਮਲੂਕਾ ਇਹ ਵੀ ਲੈ ਲਏ। ਔਰ ਉਹ ਤਾਲਮੇਲ ਕਰੂ ਕਹਿੰਦੇ ਵੀ ਤਾਂ ਕਿ ਜਿਹੜੀਆਂ ਪੰਥਕ ਪਾਰਟੀਆਂ ਨੇ, ਜਿਹੜੀਆਂ ਪੰਥਕ ਧਿਰਾਂ ਨੇ, ਜਿਹੜੇ ਪੰਜਾਬ ਪ੍ਰਸਤ ਲੋਕ ਨੇ, ਉਹਨਾਂ ਨਾਲ ਗੱਠਜੋੜ ਬਣਾ ਕੇ ਚੋਣ ਲੜੀ ਜਾ। ਹੁਣ ਉਹਦੇ ਚੋਂ ਗਿੱਲ ਸਾਹਿਬ ਦੇਖੋ ਇਹ ਗੱਲ ਜਿਹੜੀ ਉਹਨਾਂ ਨੇ ਫੈਸਲਾ ਕੀਤਾ ਪਿਛਲੇ ਦਿਨੀ ਜਥੇਦਾਰ ਸਾਹਿਬ ਦੇ ਬਿਆਨ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਤੇ ਇਕੱਤਰਤਾ ਕੀਤੀ ਗਈ, ਚੰਗਾ ਕਦਮ। ਹਾਲਾਂਕਿ ਉਹ
ਔਰ ਉਸ ਤਰ੍ਹਾਂ ਇਹ ਇਕਜੁੱਟ ਹੋ ਕੇ ਚਾਹੁੰਦੇ ਨੇ। ਉਹਦੇ 'ਚ ਫਿਰ ਸਿਮਰਜੀਤ ਸਿੰਘ ਮਾਨ ਤਾਂ ਹੁਣ ਨਿੱਤਰੇ ਹੋਏ ਨੇ ਚੋਣ ਮੈਦਾਨ ਦੇ ਵਿੱਚ, ਤਾਂ ਜਾਂ ਤਾਂ ਇਹਨਾਂ ਕੋਲ ਆਪਸ਼ਨ ਇਹ ਰਹੂਗੀ ਕਿ ਮਾਨ ਸਾਹਿਬ ਦੀ ਹਮਾਇਤ ਕਰਨਗੇ, ਜਾਂ ਫਿਰ ਗਿੱਲ ਸਾਹਿਬ ਦੇਖੋ ਇਹ ਹੋਰ ਪਾਰਟੀਆਂ ਨੇ ਜਿਹੜੀਆਂ ਉਹ ਕਿਹੜੀਆਂ ਨਾਲ, ਦੇਖੋ ਇਹਨਾਂ ਦੀ ਗੱਲ ਦੇ ਵਿੱਚ ਥੋੜ੍ਹੀ ਜਿਹੀ ਗੱਲ ਆ ਜਿਹੜੀ ਉਹ ਗੋਲ ਹੈ ਵੀ ਕਿਹੜੀਆਂ ਪਾਰਟੀਆਂ ਨਾਲ ਗੱਠਜੋੜ ਕਰ ਸਕਦੇ ਨੇ, ਤਾਂ ਉਹਦੇ 'ਚ ਦੇਖਣਾ ਹੋਊਗਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਦਾ ਕੀ ਫੈਸਲਾ ਜਿਹੜਾ ਰਹਿੰਦਾ। ਬੀਜੇਪੀ ਨੇ ਟਿਕਟ ਦੀ ਆਫਰ ਹੈ ਜਿਹੜੀ ਉਹ ਪਰਮਿੰਦਰ ਸਿੰਘ ਢੀਂਡਸਾ ਨੂੰ ਕਹਿੰਦੇ ਕਰਤੀ, ਪਤਾ ਲੱਗਿਆ ਗਿੱਲ ਸਾਹਿਬ ਉਹਨਾਂ ਨੇ ਕਹਿਤਾ ਵੀ ਢੀਂਡਸਾ ਸਾਹਿਬ ਜੇ ਮੁੰਡੇ ਨੇ ਚੋਣ ਲੜਨੀ ਆ ਤਾਂ ਬੀਜੇਪੀ ਜੁਆਇਨ ਕਰਾਓ, ਬੀਜੇਪੀ ਦੇ ਚੋਣ ਨਿਸ਼ਾਨ ਦੇ ਉੱਤੇ ਚੋਣ ਲੜ ਲੇ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਕਿਉਂਕਿ ਪਹਿਲਾਂ ਅਰਵਿੰਦ ਖੰਨਾ ਬਾਰੇ ਚਰਚਾ ਚੱਲਦੀ ਸੀ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਨੇੜਲਾ ਰਿਸ਼ਤੇਦਾਰ ਹੈ, ਲੇਕਿਨ ਹੁਣ ਪਤਾ ਲੱਗਿਆ ਕਿ ਬੀਜੇਪੀ ਚਾਹੁੰਦੀ ਹੈਗੀ ਕਿ ਇਸ ਬਹਾਨੇ ਘੱਟੋ ਘੱਟ ਢੀਂਡਸਾ ਹੋਰਾਂ ਨੂੰ ਜਿਹੜਾ ਅੱਜ ਕੱਲ੍ਹ ਉਹ ਮਤਲਬ ਇੱਕ ਆਪਦੀ ਪਾਰਟੀ ਬਣਾ ਕੇ ਧਿਰ ਬਣਾ ਕੇ ਬੀਜੇਪੀ ਦੇ ਨਾਲ ਨੇ ਕਿ ਸਿੱਧਾ ਹੀ ਜੁਆਇਨ ਕਰਾ ਲਿਆ ਜਾਵੇ। ਮਨਜਿੰਦਰ ਸਿੰਘ ਸਿਰਸਾ ਨੇ ਵੀ ਕੀਤਾ ਹੀ ਆ ਪਿਛਲੇ ਦਿਨਾਂ ਦੇ ਵਿੱਚ, ਸੋ ਇਹ ਦੇਖਣਾ ਹੋਊਗਾ ਕਿ ਉਹ ਕਿਸ ਤਰ੍ਹਾਂ ਦਾ ਫੈਸਲਾ ਲੈਂਦਾ। ਉਧਰ ਕਾਂਗਰਸ ਪਾਰਟੀ ਦੇ ਰਾਜਾ ਵੜਿੰਗ ਹੋਰੀ ਮੀਟਿੰਗਾਂ ਕਰ ਰਹੇ ਨੇ ਔਰ ਉਹ ਵੀ ਕਾਂਗਰਸ ਪਾਰਟੀ ਦੇ ਵਿੱਚ ਸੋਚਦੇ ਨੇ ਵੀ ਰਾਜੇ ਵੜਿੰਗ ਨੂੰ ਲੱਗਦਾ ਵੀ ਜੇ ਮੈਂ ਐਤਕੀ ਚੰਗੀਆਂ ਵੋਟਾਂ ਲੈ ਜਾ ਇੱਥੋਂ ਤਾਂ ਉਹਦੀ ਪ੍ਰਧਾਨਗੀ ਜਿਹੜੀ ਕਾਂਗਰਸ ਦੇ ਵਿੱਚ ਬਣੀ ਰਹਿ ਸਕਦੀ ਆ, ਔਰ ਉਹਨਾਂ ਨੇ ਇਹ ਵੀ ਕਿਹਾ ਸੀ ਜੇ ਜਾਖੜ ਚੋਣ ਲੜੂ ਤਾਂ ਮੈਂ ਵੀ ਚੋਣ ਲੜ ਸਕਦਾ, ਸੋ ਇਸ ਕਰਕੇ ਹੁਣ ਉਧਰੋਂ ਵੀ ਕੋਈ ਵੱਡਾ ਦਾ ਕਿਹਾ ਜਾ ਸਕਦਾ। ਬਾਕੀ ਇਹ ਵੀ ਹੈਗਾ ਕਿ ਬੀਜੇਪੀ ਵਾਲੇ ਕੋਈ ਫਿਲਮੀ ਸਤਾਰਾ ਵੀ ਸੋਚ ਸਕਦੇ ਨੇ ਜੇ ਢੀਂਡਸੇ ਹੋਰੀ ਨਾ ਮੰਨੇ ਤੇ ਸੋਚ ਕਾਂਗਰਸ ਵੀ ਸਕਦੀ ਆ। ਜੀ ਨਵਕਿਰਨ ਸਿੰਘ ਪੱਤੀ ਪੰਜਾਬ ਤੋਂ ਮੇਰੇ ਨਾਲ ਨੇ, ਦੇਸ਼ ਪੰਜਾਬ ਦੇ ਝਰੋਖੇ 'ਚੋਂ ਗੱਲਬਾਤ ਹੋ ਰਹੀ ਹੈ। ਅੱਛਾ ਜੀ, ਇੱਕ ਬਠਿੰਡੇ RTA ਮੁਅੱਤਲ ਕਰਤਾ, ਇਹ ਵੀ ਵੱਡੀ ਖਬਰ ਆ ਰਹੀ ਹੈ। ਜੀ ਗਿੱਲ ਸਾਹਿਬ, ਇਹ ਵੀ ਵੱਡੀ ਗੱਲ ਹੈਗੀ ਕਿਉਂਕਿ ਰੀਜਨਲ ਟਰਾਂਸਪੋਰਟ ਅਥਾਰਟੀ ਦਾ ਜਿਹੜਾ ਦਫ਼ਤਰ ਹੈਗਾ, ਜਿਹੜੀ ਪਰਮਿਟ ਵਗੈਰਾ ਹੋਰ ਡਿਵਾਈਡ ਕਰਦੀ ਆ, ਉੱਥੇ PCS ਅਫਸਰ ਬਹਿੰਦਾ ਔਰ ਇਹ PCS ਅਫਸਰ ਆ ਬਲਵਿੰਦਰ ਸਿੰਘ। ਗਿੱਲ ਸਾਹਿਬ, ਬਠਿੰਡਾ ਉਹ ਏਰੀਆ ਗਾ ਜਿਹੜਾ ਰਾਜੇ ਵੜਿੰਗ ਦਾ ਵੀ ਗੜ੍ਹ ਰਿਹਾ, ਜਿਹੜਾ ਮਨਪ੍ਰੀਤ ਬਾਦਲ ਦਾ ਵੀ ਗੜ੍ਹ ਰਿਹਾ, ਜਿਹੜਾ ਬਾਦਲਾਂ ਦਾ ਵੀ ਗੜ੍ਹ ਰਿਹਾ, ਔਰ ਔਰਬਿਟ ਟਰਾਂਸਪੋਰਟ ਜਿਹੜੀ ਬਾਦਲਾਂ ਦੀ ਮਲਕੀਅਤ ਵਾਲੀ, ਉਹਦੀ ਜਦੋਂ ਵੀ ਚਰਚਾ ਚੱਲਦੀ ਹੈ ਤਾਂ ਬਠਿੰਡੇ ਦਾ ਜ਼ਿਕਰ ਜ਼ਰੂਰ ਆਊਗਾ ਕਿਉਂਕਿ ਬਠਿੰਡਾ ਕੇਂਦਰ ਬਿੰਦੂ ਰਿਹਾ ਗਾ, ਅੱਜ ਵੀ ਹੈ। ਤਾਂ ਪਿਛਲੇ ਦਿਨਾਂ ਦੇ ਵਿੱਚ ਕੀ ਹੋਇਆ ਕਿ ਜਿਹੜੇ ਨਵੇਂ ਬਣੇ ਟਰਾਂਸਪੋਰਟ ਮੰਤਰੀ ਨੇ ਭਗਵੰਤ ਮਾਨ ਹੋਰਾਂ ਦੀ ਸਰਕਾਰ ਦੇ ਵਿੱਚ, ਉਹਨਾਂ ਨੇ ਜਦੋਂ ਬਠਿੰਡੇ RTA ਦਾ ਦੌਰਾ ਕੀਤਾ ਦਫ਼ਤਰ ਦਾ, ਤਾਂ ਉੱਥੇ ਮੂਹਰੇ ਉਹਨਾਂ ਦੇ ਜਾਂਦਿਆਂ ਨੂੰ ਪ੍ਰਾਈਵੇਟ ਟਰਾਂਸਪੋਰਟਰ ਬੈਠੇ ਸੀ ਔਰ ਉਹਨਾਂ ਦੀ ਪੂਰੀ ਚੜ੍ਹਤ ਉਹ ਗਿੱਲ ਸਾਹਿਬ ਬੈਠੇ ਫਾਈਲਾਂ ਚੱਕੀਆਂ ਹੋਈਆਂ। ਤਾਂ ਟਰਾਂਸਪੋਰਟ ਮੰਤਰੀ ਨੂੰ ਲੱਗਿਆ ਕਹਿੰਦੇ ਵੀ ਇਹਨਾਂ ਦਾ ਇੱਥੇ ਕੀ ਕੰਮ, ਔਰ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗ ਪੈਂਦਾ ਜੀ ਇਹ ਤਾਂ ਨਿੱਤ ਇੱਥੇ ਸਮਾਸਾਰ ਵੀ ਇਹੀ ਬਣਾਉਂਦੇ ਆ, ਕਿਹੜੀ ਬੱਸ ਚੰਡੀਗੜ੍ਹ ਨੂੰ ਕਿੰਨੇ ਵਜੇ ਚੱਲੂ, ਕਿਹੜੀ ਜਲੰਧਰ ਨੂੰ ਕਿੰਨੇ ਵਜੇ ਚੱਲੂ, ਇਹ ਸਰਕਾਰੀ ਮੁਲਾਜ਼ਮ ਥੋੜੀ ਡਿਸਾਈਡ ਕਰਦੇ ਨੇ, ਇਹ ਤਾਂ ਇਹ ਕਰਦੇ ਨੇ। ਉਸ ਤੋਂ ਬਾਅਦ ਜਾਂਚ ਦੇ ਹੁਕਮ ਦਿੱਤੇ ਗਏ, ਜਾਂਚ ਦੇ ਹੁਕਮਾਂ ਤੋਂ ਬਾਅਦ ਗਿੱਲ ਸਾਹਿਬ ਬਹੁਤ ਵੱਡੀ ਪੱਧਰ ਦੇ ਉੱਤੇ ਗੱਲਾਂ ਸਾਹਮਣੇ ਆਈਆਂ ਕਿ ਜਿਹੜੇ ਪ੍ਰਾਈਵੇਟ ਟਰਾਂਸਪੋਰਟਰ ਨੇ ਉਹਨਾਂ ਨੂੰ ਵੱਧ ਪਰਮਿਟ ਦਿੱਤੇ ਹੋਏ ਨੇ ਔਰ ਇਹ ਪਤਾ ਲੱਗਿਆ ਕਿ ਉਹਨਾਂ ਨੂੰ ਟਾਈਮ ਉਹਨਾਂ ਦੀ ਮਨਮਰਜ਼ੀ ਦੇ ਦਿੱਤੇ ਹੋਏ ਨੇ, ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਜਿਹੜਾ RTA ਬਲਵਿੰਦਰ ਸਿੰਘ PCS ਆਫਿਸਰ ਨੇ ਉਹਨਾਂ ਨੂੰ ਸਸਪੈਂਡ ਕਰਤਾ ਔਰ ਉਹਨਾਂ ਦਾ ਹੈੱਡਕੁਆਟਰ ਚੰਡੀਗੜ੍ਹ ਬਣਾਤਾ। ਭਗਵੰਤ ਮਾਨ ਹੋਰਾਂ ਨੇ ਕਹਿਤਾ ਕਿ ਚੰਡੀਗੜ੍ਹ ਨਹੀਂ ਛੱਡਣਗੇ ਹੈੱਡਕੁਆਟਰ ਹੁਣ, ਔਰ ਇਹ ਵੱਡੀ ਇਸ ਵੇਲੇ ਦੀ ਜਿਹੜੀ ਇਹ ਕਹਿ ਸਕਦੇ ਆਂਗੇ ਕਿ ਟਰਾਂਸਪੋਰਟ ਮਹਿਕਮੇ ਦੇ ਵਿੱਚ ਕਾਰਵਾਈ ਆ, ਕਿਉਂਕਿ ਕਾਰਵਾਈਆਂ ਟਰਾਂਸਪੋਰਟ ਵਿਭਾਗ ਦੇ ਵਿੱਚ ਰਾਜੇ ਵੜਿੰਗ ਹੋਰਾਂ ਨੇ ਵੀ ਕੀਤੀਆਂ, ਪਰ ਉਹ ਗਿੱਲ ਸਾਹਿਬ ਕਿਤੇ ਨਾ ਕਿਤੇ ਇਸ ਕਰਕੇ ਨਹੀਂ ਚਰਚਾ ਬਹੁਤੀ ਹੋਈ, ਉਦੋਂ ਬਾਅਦ ਉੱਥੇ ਹੀ ਰੁਕ ਗਿਆ ਕੰਮ ਵੀ ਉਹਨਾਂ ਨੇ ਇਹ ਬੱਸ ਫੜ ਲਈ, ਉਹ ਬੱਸ ਫੜ ਲਈ, ਉੱਥੇ ਕੈਮਰੇ ਵਾਲੇ ਪਹੁੰਚ ਜਾਂਦੇ ਸੀ। ਪਰ ਜਿੱਥੋਂ ਪਰਮਿਟ ਬਣਦੇ ਨੇ, ਜਿੱਥੋਂ ਬੱਸਾਂ ਤੁਰਦੀਆਂ ਨੇ, ਉਹ ਜੜ ਨਹੀਂ ਫੜੀ। ਸੋ ਹੁਣ ਆਸ ਉਮੀਦ ਕਰਾਂਗੇ ਕਿ ਨਵੀਂ ਸਰਕਾਰ ਉਹ ਜੜ ਨੂੰ ਫੜੂਗੀ ਔਰ ਉਸ ਪਾਸੇ ਨੂੰ ਵਧੂਗੀ, ਕਿਉਂਕਿ ਹੁਣ ਇਹ ਵੀ ਪਤਾ ਲੱਗਿਆ ਹੈਗਾ ਕਿ ਪੰਜਾਬ ਤੋਂ ਦਿੱਲੀ ਏਅਰਪੋਰਟ ਨੂੰ ਜਿਹੜੀਆਂ ਬੱਸਾਂ ਨੇ ਉਹ ਚਲਾਉਣ ਦੀ ਵੀ ਪੂਰੀ ਤਿਆਰੀ ਵਿੱਢ ਸੀ। ਟਰਾਂਸਪੋਰਟ ਵਿਭਾਗ ਦੇ ਵੱਲੋਂ ਸਮਾਂ ਸਾਰਣੀ ਬਣ ਚੁੱਕੀ ਹੈ, ਬੱਸਾਂ ਦੇ ਟੈਸਟ ਹੋ ਚੁੱਕੇ ਨੇ, ਬੱਸਾਂ ਧੋਸ ਮਾਰ ਕੇ ਖੜਾਤੀਆਂ, ਬਸ ਇੱਕ ਹਰੀ ਝੰਡੀ ਦੇਣ ਦੀ ਦੇਰੀ ਹੈਗੀ, ਉਧਰੋਂ ਦਿੱਲੀ ਸਰਕਾਰ ਨੇ ਵੀ ਦੇਣੀ ਹੈ। ਇਸ ਤੋਂ ਬਾਅਦ ਬੱਸਾਂ ਦਿੱਲੀ ਏਅਰਪੋਰਟ ਨੂੰ ਪੰਜਾਬ ਦੀਆਂ ਰੋਡਵੇਜ਼ ਵੋਲਵੋ ਬੱਸਾਂ ਜਿਹੜੀਆਂ ਮਤਲਬ ਵਧੀਆ ਏਅਰ ਕੰਡੀਸ਼ਨ ਉਹ ਚੱਲਣਗੀਆਂ ਜੀ। ਅੱਛਾ, ਅਗਲੀ ਗੱਲ ਜੀ ਜਿਹੜੀ ਹੈ ਉਹ ਇਹ ਹੈ ਕਿ ਭਗਵੰਤ ਮਾਨ ਉਹਨਾਂ ਨੇ ਦਿੱਲੀ ਵਾਲੀ ਕੋਠੀ ਨਹੀਂ ਖਾਲੀ ਕੀਤੀ, MP ਵਾਲੀ ਹਲੇ। ਜੀ ਗਿੱਲ ਸਾਹਿਬ, ਇਹਦੀ ਵੀ ਚਰਚਾ ਤੇ ਸ਼ੁਰੂ ਹੋਈ ਹੈ ਕਿਉਂਕਿ ਪੰਜਾਬ ਦੇ ਵਿੱਚ ਬੀਬੀ ਭੱਠਲ ਵਰਗਿਆਂ ਨੇ ਜਿਨ੍ਹਾਂ ਨੇ ਕੋਠੀਆਂ ਨਹੀਂ ਖਾਲੀ ਕੀਤੀਆਂ ਸੀ ਉਹਨਾਂ ਨੂੰ ਬਹੁਤ ਨੋਟਿਸ ਕੱਢੇ ਗਏ ਪੰਜਾਬ ਸਰਕਾਰ ਦੇ ਵੱਲੋਂ, ਔਰ ਮੀਡੀਆ ਦੇ ਵਿੱਚ ਵੀ ਇਹਦੀ ਬਹੁਤ ਚਰਚਾ ਹੋਈ ਕਿ ਫਲਾਨਾ ਕੋਠੀ ਨਹੀਂ ਖਾਲੀ ਕਰ ਰਿਹਾ, ਫਲਾਨਾ ਨਹੀਂ ਖਾਲੀ ਕਰ ਰਿਹਾ। ਇਸ ਤੋਂ ਬਾਅਦ ਗਿੱਲ ਸਾਹਿਬ ਚਰਚਾ ਗੱਡੀਆਂ ਦੀ ਵੀ ਹੋਈ, ਲੇਕਿਨ ਅੱਜ ਇੱਕ ਨੋਟਿਸ ਆ ਜਿਹੜਾ ਉਹ ਦਿੱਲੀ ਦੇ ਵੜਿਓਂ ਆ ਗਿਆ ਪੰਜਾਬ ਖਣੀ।
ਉਹ ਨੋਟਿਸ ਗਿੱਲ ਸਾਹਿਬ ਇਹ ਕਿ ਭਗਵੰਤ ਮਾਨ ਹੋਰਾਂ ਨੇ ਵੀ ਆਪਦੀ ਕੋਠੀ ਖਾਲੀ ਨਹੀਂ ਕੀਤੀ ਜਿਹੜੀ ਉਹਨਾਂ ਨੂੰ ਬਤੌਰ ਮੈਂਬਰ ਪਾਰਲੀਮੈਂਟ ਦੇਣੀ। 17ਵੀਂ ਲੋਕ ਸਭਾ ਦੇ ਮੈਂਬਰ ਵਜੋਂ ਭਗਵੰਤ ਮਾਨ ਹੋਰਾਂ ਨੂੰ ਜਿਹੜੀ ਨਾਰਥ ਐਵਨਿਊ ਦੇ ਵਿੱਚ ਰਿਹਾਇਸ਼ ਅਲਾਟ ਕੀਤੀ ਗਈ ਸੀ ਉਹ 14 ਅਪ੍ਰੈਲ ਨੂੰ ਰੱਦ ਕਰ ਦਿੱਤੀ ਗਈ, ਕਿਉਂਕਿ ਭਗਵੰਤ ਮਾਨ ਹੋਰਾਂ ਨੇ ਲੋਕ ਸਭਾ ਦੀ ਮੈਂਬਰੀ ਛੱਡ ਕੇ ਪੰਜਾਬ ਦੇ ਵਿਧਾਇਕ ਵਜੋਂ ਸਹੁੰ ਚੁੱਕੀ ਸੀ ਔਰ ਪੰਜਾਬ ਦੇ ਚੀਫ ਮਿਨਿਸਟਰ ਬਣੇ, ਜਿਸ ਤੋਂ ਬਾਅਦ 14 ਅਪ੍ਰੈਲ ਨੂੰ ਉਹਨਾਂ ਦੀ ਰਿਹਾਇਸ਼ ਹੈ ਜਿਹੜੀ ਉਹ ਰੱਦ ਕਰ ਦਿੱਤੀ ਗਈ। ਔਰ ਇਹ ਉਹਨਾਂ ਦੀ ਰਿਹਾਇਸ਼ ਹੈ ਜਿਹੜੀ ਉਹ RLP ਦੇ ਮੁਖੀ ਤੇ ਰਾਜਸਥਾਨ ਤੋਂ ਮੈਂਬਰ ਪਾਰਲੀਮੈਂਟ ਨੇ ਹਨੂਮਾਨ ਬੇਨੀਵਾਲ ਉਹਨੂੰ ਅਲਾਟ ਕਰ ਦਿੱਤੀ ਗਈ। ਪਰ ਬੇਨੀਵਾਲ ਸਾਹਿਬ ਕਹਿੰਦੇ ਵੀ ਮੈਨੂੰ ਅਜੇ ਤੱਕ ਕੋਠੀ ਖਾਲੀ ਕਰਕੇ ਨਹੀਂ ਦਿੱਤੀ ਭਗਵੰਤ ਮਾਨ ਹੋਰਾਂ ਨੇ। ਤਾਂ ਹੁਣ ਲੋਕ ਸਭਾ ਸਕੱਤਰੇਤ ਨੇ ਸੰਗਰੂਰ ਸੰਸਦੀ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਭਗਵੰਤ ਮਾਨ ਹੋਰਾਂ ਨੂੰ ਜਿਹੜੀ ਅਲਾਟ ਹੋਈ ਹੈ ਕੋਠੀ ਉਹ ਖਾਲੀ ਕਰਾਉਣ ਲਈ ਚਾਰਾਜੋਈ ਸ਼ੁਰੂ ਕੀਤੀ ਹੈ ਔਰ ਨੋਟਿਸ ਜਾਰੀ ਕੀਤਾ ਹੈ। ਜੀ ਗੱਲ ਤਾਂ ਅੱਛਾ, ਫੌਜੀਆਂ ਦਾ ਇੱਕ ਟਰੱਕ ਲਦਾਖ 'ਚ ਨਦੀ ਦੇ ਵਿੱਚ ਗਿਰਿਆ ਜੀ। ਜੀ ਗਿੱਲ ਸਾਹਿਬ, ਇਹ ਬਹੁਤ ਮੰਦਭਾਗੀ ਘਟਨਾ ਅੱਜ ਵਾਪਰੀ ਹੈ, ਬੜੀ ਮੰਦਭਾਗੀ ਆ। ਔਰ 27 ਜਵਾਨ ਇਹਦੇ ਵਿੱਚ ਸਵਾਰ ਸੀਗੇ ਔਰ ਇਹ ਜਿਹੜਾ ਲਦਾਖ ਦੇ ਤੁਰਤਕ ਸੈਕਟਰ ਦੇ ਵਿੱਚ ਸੜਕ ਹਾਦਸੇ ਦੇ ਵਿੱਚ ਨਦੀ ਦੇ ਵਿੱਚ ਡਿੱਗ ਪਿਆ ਇੱਕ ਖੱਡ ਦੇ ਵਿੱਚ। ਉਸ ਤੋਂ ਬਾਅਦ 7 ਜਵਾਨ ਆ ਜਿਹੜੇ ਸ਼ਹੀਦ ਹੋ ਗਏ ਔਰ ਬਾਕੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਚੰਡੀ ਮੰਦਰ ਹਸਪਤਾਲ ਭੇਜਿਆ ਗਿਆ ਹੈਗਾ। ਔਰ ਫੌਜ ਦੀ ਗੱਡੀ ਦੇ ਜਿਹੜਾ ਇਹ ਸ਼ਿਓਕ ਨਦੀ ਹੈ ਜਿਹਦੇ 'ਚ ਡਿੱਗਣ ਕਰਕੇ ਇਹ ਜਾਨਾਂ ਗਈਆਂ ਨੇ। ਤੋਂ ਬੜੀ ਮੰਦਭਾਗੀ ਘਟਨਾ ਹੈ। ਇੱਧਰ ਅੱਜ ਇੱਕ ਖੰਨੇ ਦੇ ਵਿੱਚ ਵੀ ਗਿੱਲ ਸਾਹਿਬ ਮੰਦਭਾਗੀ ਘਟਨਾ ਵਾਪਰੀ ਹੈ ਆਪਣੇ ਪੰਜਾਬ ਦੇ ਵਿੱਚ। ਉੱਥੇ ਇੱਕ ਕਾਰ ਜਾ ਰਹੀ ਸੀ, ਇੱਕ ਪਰਿਵਾਰ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਆ ਰਿਹਾ ਸੀ ਕਿ ਸਾਹਮਣੇ ਇੱਕ ਕੰਟੇਨਰ ਖੜਾ ਸੀ ਸੜਕ ਦੇ ਉੱਤੇ, ਉਹ ਉੱਪਰ ਡਿੱਗ ਪਿਆ ਟਰੱਕ ਤੋਂ ਔਰ ਗੱਡੀ ਦੇ ਉੱਪਰ ਡਿੱਗਣ ਕਰਕੇ ਜੋੜੇ 2 ਛੋਟੇ ਬੱਚਿਆਂ ਦੀ ਮੌਕੇ ਤੇ ਮੌਤ ਹੋ ਗਈ, ਉਹਨਾਂ ਦੀ ਮਾਤਾ ਦੀ ਮੌਕੇ ਤੇ ਮੌਤ ਹੋ ਗਈ ਔਰ ਗੱਡੀ ਦਾ ਚਾਲਕ ਜਿਹੜਾ ਬੱਚਿਆਂ ਦਾ ਬਾਪ ਤੇ ਉਹਨਾਂ ਦੀ ਦਾਦੀ ਉਹ ਗੰਭੀਰ ਜ਼ਖਮੀ ਹੋ ਗਏ, ਉਹਨਾਂ ਨੂੰ ਹਸਪੀਟਲ ਦਾਖਲ ਕਰਵਾਇਆ ਗਿਆ। ਸੋ ਆਪਣੇ ਭਾਰਤ ਦੇ ਵਿੱਚ ਸੜਕ ਹਾਦਸਿਆਂ ਦੇ ਵਿੱਚ ਅਜਾਈਂ ਜਾਨਾਂ ਬਹੁਤ ਜਾ ਰਹੀਆਂ ਗਿੱਲ ਸਾਹਿਬ ਜੀ। ਅਖੀਰ 'ਚ ਦੱਸਿਓ ਜੀ, ਅਫਸਰਸ਼ਾਹੀ ਦੇ ਕਿਹੜੇ ਰੰਗ ਨੇ ਤੰਗ ਕਰਤੇ? ਕਹਿੰਦੇ ਕੁੱਤੇ ਨੂੰ ਸਟੇਡੀਅਮ 'ਚ ਲੈ ਵੜੇ ਦਿੱਲੀ ਕਰਾਉਣ ਲਈ ਸੇਵਾ। ਗਿੱਲ ਸਾਹਿਬ ਇਹ ਨਾ ਬੜਾ ਕਮਾਲ ਦੀ ਗੱਲ ਹੈ। ਇਹ IAS ਅਫਸਰ ਜੋੜਾ ਗਾ ਜਿਹਦੀ ਚਰਚਾ ਹੋ ਰਹੀ ਹੈ। ਇਹ IAS ਅਫਸਰ ਜੋੜਾ ਹੁਕਮ ਚਾੜਤਾ ਇਹਨਾਂ ਨੇ ਵੀ ਭਾਈ 7 ਵਜੇ ਅਸੀਂ ਦੋਨੇ ਮੀਆਂ ਬੀਬੀ ਨੇ ਆਪਦੇ ਕੁੱਤੇ ਨੂੰ ਸੈਰ ਕਰਾਉਣੀ ਹੁੰਦੀ ਹੈ। ਉੱਥੋਂ ਦਾ ਬਹੁਤ ਟੌਪ ਦਾ ਸਟੇਡੀਅਮ ਆ ਔਰ ਉੱਥੇ ਕਹਿੰਦੇ ਅਸੀਂ ਸੈਰ ਕਰਾਉਣੀ ਹੁੰਦੀ ਹੈ, ਇਸ ਕਰਕੇ ਉਹ ਸਟੇਡੀਅਮ ਪਹਿਲਾਂ ਹੀ ਖਾਲੀ ਕਰ ਦਿੱਤਾ ਜਾਵੇ। ਉੱਥੇ ਗਿੱਲ ਸਾਹਿਬ ਇਹ ਹੁੰਦਾ ਵੀ ਵੱਡੀ ਪੱਧਰ ਦੇ ਉੱਤੇ ਜਿਹੜੇ ਖਿਡਾਰੀ ਨੇ ਉਹ ਸਟੇਡੀਅਮ ਦੇ ਵਿੱਚ ਪ੍ਰੈਕਟਿਸ ਕਰਦੇ ਨੇ ਔਰ ਸਟੇਡੀਅਮ ਵੀ ਕੋਈ ਉਹ ਆਮ ਨਹੀਂ ਹੈਗਾ, ਇੱਕ ਅਹਿਮ ਖੇਡਾਂ ਵੇਲੇ ਦਾ ਬਣਾਇਆ ਹੋਇਆ। ਉੱਥੇ ਅਖਾੜਾ ਗਾ, ਟਰੈਕ ਆ, ਖੇਡ ਦਾ ਮੈਦਾਨ ਹੈ ਔਰ ਹੋਰ ਬਹੁਤ ਕੁਛ ਹੈ ਔਰ ਉੱਥੇ ਜਿਹੜੇ ਖਿਡਾਰੀ ਨੇ ਇੰਟਰਨੈਸ਼ਨਲ ਲੈਵਲ ਦੇ ਉਹ ਪ੍ਰੈਕਟਿਸ ਕਰਦੇ ਨੇ। ਲੇਕਿਨ ਸਾਹਿਬ ਜੀ ਕਹਿੰਦੇ ਵੀ ਕਿਉਂਕਿ ਅਸੀਂ ਆਪਦੇ ਕੁੱਤੇ ਨੂੰ ਸੈਰ ਕਰਾਉਣੀ ਹੁੰਦੀ ਹੈ ਇਸ ਕਰਕੇ ਇਹ ਖਾਲੀ ਕਰ ਦਿੱਤਾ ਜਾਵੇ। ਉਦੋਂ ਬਾਅਦ ਕੀ ਹੋਇਆ, ਬਹੁਤ ਸਾਰੇ ਖਿਡਾਰੀ ਨੇ ਜਿਹੜੇ ਉਹਨਾਂ ਨੇ ਬਹੁਤ ਦੂਰ ਸਟੇਡੀਅਮ ਦੇ ਵਿੱਚ ਜਾ ਕੇ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ। ਫਿਰ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਸਰਕਾਰ ਨੂੰ ਇਹਦੇ ਬਾਰੇ ਪਤਾ ਲੱਗਿਆ, ਉਹਨਾਂ ਨੇ ਸਵਾਲ ਉਠਾਇਆ ਤਾਂ ਪਤਾ ਲੱਗਿਆ ਕਿ ਕੀ ਹੋ ਕੀ ਰਿਹਾ। ਫਿਰ ਗਿੱਲ ਸਾਹਿਬ ਇਹ ਸਾਰੀ ਕਹਾਣੀ ਸਾਹਮਣੇ ਆਈ ਕਿ ਹਰ ਰੋਜ਼ ਸ਼ਾਮ ਨੂੰ 7 ਵਜੇ ਇਹ ਜਿਹੜਾ IAS ਅਫਸਰ ਹੈ ਸੰਜੀਵ ਖਰਵਾਰ ਤੇ ਉਹਨਾਂ ਦੀ ਪਤਨੀ IAS ਅਫਸਰ ਹੈ ਰਿੰਕੂ ਦੁੱਗਾ, ਉਹ ਦੋਨੇ ਆਪਦੇ ਕੁੱਤੇ ਨੂੰ ਸੈਰ ਕਰਾਉਂਦੇ ਨੇ। ਉਦੋਂ ਬਾਅਦ ਇਹ ਮਸਲਾ ਗ੍ਰਹਿ ਵਿਭਾਗ ਕੋਲੇ ਗਿਆ ਤਾਂ ਗ੍ਰਹਿ ਵਿਭਾਗ ਨੇ ਉਦੋਂ ਬਾਅਦ ਇਹਨਾਂ ਦੀਆਂ ਬਦਲੀਆਂ ਕਰ ਦਿੱਤੀਆਂ। ਗਿੱਲ ਸਾਹਿਬ ਜਿਵੇਂ ਆਪਣੇ ਕਹਿੰਦੇ ਵੀ ਦਿਖਾ ਦਿਆਂਗੇ ਤੈਨੂੰ, ਸਰਕਾਰੀ ਅਫਸਰਾਂ ਨੂੰ ਆਮ ਤੌਰ ਦੇ ਉੱਤੇ ਕਿਹਾ ਜਾਂਦਾ ਹੁੰਦਾ ਵੀ ਦੇਖੀ ਫਿਰ ਤੈਨੂੰ ਦਿੱਲੀ ਦੱਖਣ ਦਿਖਾ ਦਿਆਂਗੇ, ਤਾਂ ਫਿਰ ਇਹਨਾਂ ਨੂੰ ਵੀ ਇਹੀ ਹੋਇਆ ਜੀ। ਜੀ ਔਰ ਇਹ ਇੱਕ IAS ਅਫਸਰ ਆ ਜਿਹੜਾ ਸੰਜੀਵ ਖਰਵਾਰ, ਉਹਦੀ ਬਦਲੀ ਕਰਤੀ ਦਿੱਲੀ ਤੋਂ ਸਿੱਧੀ ਲਦਾਖ ਦੀ ਤੇ ਉਹਨਾਂ ਦੀ ਪਤਨੀ ਦਾ ਤਬਾਦਲਾ ਕੀਤਾ ਅਰੁਣਾਚਲ ਪ੍ਰਦੇਸ਼ ਦਾ। ਤੋ ਇਹਦੀ ਚਰਚਾ ਬਹੁਤ ਹੋ ਰਹੀ ਹੈ ਜੀ ਗਿੱਲ ਸਾਹਿਬ। ਧੰਨਵਾਦ ਜੀ। ਲਓ ਜੀ, ਫਿਰ ਸੋਮਵਾਰ ਨੂੰ ਗੱਲ ਹੋਏਗੀ ਸਵੇਰੇ 10:15 ਵਜੇ ਅੱਜ ਵਾਲੇ ਸਮੇਂ 'ਚ, ਤੇ ਖਿਆਲ ਰੱਖਿਓ ਆਪਣਾ। ਧੰਨਵਾਦ। ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਸਾਰਿਆਂ ਦਾ ਜੀ। ਪਲੀਜ਼ ਜਦ ਡਰਾਈਵਿੰਗ ਕਰਦੇ ਹੋ ਖਿਆਲ ਨਾਲ ਕਰੋ, ਬੇਨਤੀ ਹੈ। ਸੈੱਲ ਫੋਨ ਪਰਾਂ ਰੱਖ ਦਿਓ। ਮੈਂ ਹੁਣ ਬਿਲਕੁਲ ਸਟੂਡੀਓ ਦੇ ਥੱਲੇ 99 ਜਿਹੜਾ 1 'ਤੇ ਐਕਸੀਡੈਂਟ ਹੋਇਆ, ਕਿਸੇ ਨੇ ਮੈਨੂੰ ਦੱਸਿਆ ਵੀ 99 ਤੱਕ 64 ਹਾਈਵੇ 10 ਲੰਘ ਕੇ 99 ਤੱਕ ਬੈਕਅਪ। 1.5 ਘੰਟਾ ਹੋ ਗਿਆ, ਗੱਡੀ ਟੁੱਟ ਗਈ, ਜਵਾਕ ਵਿੱਚ ਸੀ। ਪੁਲਿਸ, ਫਸਟ ਰਿਸਪੌਂਡਰ 15 ਬੰਦੇ 1 ਘੰਟਾ ਖੜ੍ਹੇ ਰਹੇ। ਜੇ $30 ਸੈਲਰੀ 35 ਹੋਵੇ, $500-700
ਜੇਬ 'ਚੋਂ ਗਿਆ ਗੱਡੀ। ਤੁਸੀਂ ਹੁਣ ਪੰਗਾ ਕੀ ਆ, ਕਿਸੇ ਦਿਨ ਨਾ ਤੁਸੀਂ ਆਪਣੀ ਸੜਕ 'ਤੇ ਕਿਤੇ ਅੰਦਰਲੀ ਜਿਹੜੀ ਲੰਘਦੀ ਆ 50 ਕਿਲੋਮੀਟਰ ਵਾਲੀ ਸ਼ਹਿਰ ਦੀ ਸਰੀ 'ਚ ਖੂੰਜੇ ਲੱਗ ਕੇ ਦੇਖਿਓ, ਜਦ ਗੱਡੀਆਂ ਲੰਘਦੀਆਂ ਹਰ ਤੀਜਾ ਬੰਦਾ ਫੋਨ ਦੇਖ ਰਿਹਾ, ਹਰ ਤੀਜਾ ਬੰਦਾ ਫੋਨ ਦੇਖ ਰਿਹਾ। ਹੁਣ ਜਦ ਆਪਾਂ ਸਿੱਖਣ ਵੇਲੇ ਉਹ ਸਾਨੂੰ ਸਿਖਾਉਂਦੇ ਸੀ ਇੱਕ ਰੂਲ ਆ ਵੀ ਕੋਈ ਦੇਖ ਲਿਆ, ਇੱਕ ਪੋਲ ਦੇਖ ਲਿਆ, ਉਹਦੇ ਸਾਹਮਣੇ ਗੱਡੀ ਲੰਘ ਰਹੀ ਹੈ, ਉਸ ਸਮੇਂ ਤੁਸੀਂ ਗਿਣਨਾ 2001 2002 ਤੁਹਾਡੀ ਗੱਡੀ ਉਨੇ ਸਮੇਂ 'ਚ ਲੰਘਣੀ ਚਾਹੀਦੀ ਹੈ। ਹੁਣ ਇਹ ਟੇਲ ਗੇਟਿੰਗ ਹੋ ਰਹੀ ਸੀ, ਅੱਗਿਓਂ ਟ੍ਰੈਫਿਕ ਰੁਕ ਗਈ, ਮੂਹਰੇ ਗੱਡੀ ਰੁਕ ਗਈ ਅਤੇ ਪਿੱਛੇ ਉਹਨੇ ਠਾਹ ਦੇ ਕੇ ਮਾਰੀ, ਏਅਰ ਬੈਗ ਖੁੱਲ੍ਹ ਗਏ, ਵਿੱਚੇ ਜਵਾਕ। ਹੁਣ 1.5 ਘੰਟਾ ਤੇਜ਼ੀ ਸੀ, ਕਿਤੇ ਜਾ ਰਹੇ ਸੀ, ਅਤੇ ਤੁਸੀਂ ਕਿੱਥੇ ਜਾਓਗੇ? ਤੁਸੀਂ ਪਹਿਲਾਂ ਹੀ ਲੋਕਾਂ ਦਾ ਕਚੂਮਰ ਨਿਕਲਿਆ ਪਿਆ ਮਹਿੰਗਾਈ ਦੇ ਨਾਲ, ਗੱਡੀ ਟੁੱਟ ਗਈ, ਇੰਸ਼ੋਰੈਂਸ ਵਧੂਗਾ, ਹਰ ਘਰ ਦੇ ਦਾ ਜੀ ਜਿੰਨਿਆਂ ਨੇ ਗੱਡੀ ਚਲਾਉਣੀ ਹੈ ਉਹਦਾ ਨਾਂ ਉਹਦੇ 'ਤੇ ਪੈਣਾ, ਬੱਚੇ ਦੇ ਸੱਟ ਸਕਦੀ ਸੀ। ਸੋ ਥੋੜ੍ਹਾ ਜਿਹਾ ਜਦ ਤੁਰਨਾ ਹੀ ਹੈ, ਜਾਣਾ ਹੀ ਹੈ ਬਈ ਭਾਈ 11:30 ਨੂੰ ਵੈਨਕੂਵਰ ਪਹੁੰਚਣਾ, ਫਿਰ 11 ਵਜੇ ਘਰੋਂ ਕਿਉਂ ਤੁਰਨਾ? 10:50 'ਤੇ 10:40 'ਤੇ 10:30 'ਤੇ ਕਿਉਂ ਨਹੀਂ ਤੁਰਨਾ? ਜਾਂ ਤਾਂ ਐਂ ਹੋਵੇ ਨਾ ਵੀ ਕੱਪੜੇ ਪਾਏ ਹੋਏ ਨੇ, ਵਰਦੀ ਜਿਹੜੀ ਲਾਹ ਕੇ ਦੂਜੇ ਕੱਪੜੇ ਪਾ ਕੇ ਤਿਆਰ ਹੋਣਾ, ਉਸ ਦਿਨ 'ਚ ਫਿਰ ਜਾਓ ਨਾ। ਜਾਂ ਸਮਾਂ ਲੈ ਕੇ ਜਾਣਾ ਹੈ ਤਾਂ ਸਮਾਂ ਦਾ ਮਤਲਬ ਇਹ ਹੈ ਕਿ ਡਰਾਈਵਿੰਗ ਦਾ ਜਿਹੜਾ ਅਸਲ ਟੇਲ ਗੇਟਿੰਗ ਆ, ਜਿਹੜੀ ਬਿਲਕੁਲ ਨਾਲ ਗੱਡੀ ਚਲਾਉਣੀ ਮੂਹਰਲੀ ਗੱਡੀ ਦੀ, ਉਹ ਬਹੁਤ ਡੇਂਜਰਸ ਹੈ, ਨਹੀਂ ਰੁਕ ਜਾਂਦੀ ਹੈ। ਅਤੇ ਥੋੜ੍ਹਾ ਖਿਆਲ ਦੇ ਨਾਲ ਆਪਾਂ ਜਿਹੜੀਆਂ ਗੱਡੀਆਂ ਚਲਾਈਏ। ਅਤੇ ਇੱਕ ਸੁਨੇਹਾ ਜ਼ਰੂਰ ਸ਼ੋਅ ਦੇ ਟਾਈਮਿੰਗ ਬਾਰੇ 10 ਤੋਂ 1 ਜਿਹੜਾ ਆਪਣਾ ਸ਼ੋਅ ਹੈ, ਸਾਰਿਆਂ ਨੂੰ ਸੁਨੇਹਾ ਜ਼ਰੂਰ ਦੇ ਦਿਓ। ਦੂਰ ਦਰਾਡੇ ਜਿੱਥੇ ਸ਼ੋਅ ਸੁਣੀਦਾ, ਉੱਥੇ ਜਿਹੜੇ ਸਾਡੇ ਬਿਜ਼ਨਸ ਨੇ, ਖਾਸ ਤੌਰ 'ਤੇ ਆਈਲੈਂਡ ਦੇ ਵਿੱਚ ਜਿੰਨੇ ਸਾਡੇ ਬਿਜ਼ਨਸ ਨੇ, ਕਲੋਨੇ ਕੈਮਲੂਪਸ ਦੇ ਵਿੱਚ ਜਿੰਨੇ ਬਿਜ਼ਨਸ ਨੇ, ਸਕੋਮਸ ਜਿੰਨੇ ਬਿਜ਼ਨਸ ਨੇ, ਸਿਆਟਲ ਦੇ ਵਿੱਚ ਜਿੰਨੇ ਬਿਜ਼ਨਸ ਨੇ, ਉਹਨਾਂ ਨੂੰ ਬੇਨਤੀ ਹੈ ਕਿ ਸ਼ੇਰੇ ਪੰਜਾਬ ਦਾ ਹਿੱਸਾ ਬਣੋ, ਨਾਲ ਹੋਵੋ, ਸ਼ੋਆਂ ਨੂੰ ਸਪੋਂਸਰ ਕਰੋ। ਸੋ ਇਹ ਹੋਰ ਵਧੀਆ ਮਿਆਰ ਜਿਹੜਾ ਇਹਦਾ ਵੱਧਦਾ ਜਾਵੇ। ਪਿਛਲੇ 20 ਵਰ੍ਹਿਆਂ ਤੋਂ ਕਮਿਊਨਿਟੀ ਨੂੰ ਸਰਵ ਕਰ ਰਿਹਾ ਸ਼ੇਰੇ ਪੰਜਾਬ, ਅਤੇ ਉਸ ਤੋਂ ਬਾਅਦ ਉਨਾ ਹੀ ਅਸੀਂ ਹੋਰ ਜਿਹੜੀਆਂ ਇਹਦਾ ਇਨਫਰਾਸਟਰਕਚਰ, ਇਹਦੇ ਸਟਾਫਿੰਗ, ਹੁਣ ਵੀ ਕਮੀ ਨਹੀਂ, ਹੋਰ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹਨੂੰ ਵਧੀਆ ਕੀਤਾ ਜਾਵੇ, ਤੁਹਾਡੇ ਹਾਣ ਦਾ ਕੀਤਾ ਜਾਵੇ। ਸੁਝਾਅ ਤੁਹਾਡੇ ਜਿਹੜੇ ਵੀ ਹੋਸਟ ਨੂੰ ਤੁਸੀਂ ਪਸੰਦ ਕਰਦੇ ਹੋ, ਉੱਥੇ ਸੁਝਾਅ ਭੇਜ ਸਕਦੇ ਹੋ, ਦੱਸ ਸਕਦੇ ਹੋ ਵੀ ਆਹ ਠੀਕ ਕਰੋ, ਆਹ ਠੀਕ ਕਰੋ, ਆਹ ਠੀਕ ਕਰੋ। ਜੱਕੋ ਨਾ, ਪਰਸਨਲੀ ਕਿਤੇ ਮਿਲਦੇ ਹੋ ਤਾਂ ਦੱਸੋ ਵੀ ਆਹ ਠੀਕ ਹੋਣ ਵਾਲੀ ਗੱਲ ਆ, ਆਹ ਠੀਕ ਹੋਣ ਵਾਲੀ ਗੱਲ ਆ। ਸੋ ਬੇਨਤੀ ਹੈ ਰਾਜ ਰਾਏ ਉਹਨਾਂ ਨੂੰ, ਬਾਈ ਜੀ ਉਹਨਾਂ ਨੂੰ, ਰਾਜਬੰਸ ਸਿੰਘ ਰਾਏ ਉਹਨਾਂ ਨੂੰ ਤੁਸੀਂ ਭਾਈਚਾਰਾ ਜਿੱਥੇ ਜਾਣ ਦਾ ਉੱਥੇ ਮਾਣ ਵੀ ਕਰਦਾ ਹੈ ਕਿ ਸ਼ਸਤਰ ਦਾ ਕੌਮੀਅਤ ਦੇ ਵਿੱਚ ਬੜਾ ਰੰਗ ਹੈ, ਸ਼ਸਤਰਾਂ ਦੇ ਅਧੀਨ ਰਾਜ ਦੀ ਗੱਲ ਹੋਈ ਹੈ। ਗੁਰਭਾਰੀ ਗੁਰੂ ਪਾਤਸ਼ਾਹ, 5ਵੇਂ ਪਾਤਸ਼ਾਹ, 6ਵੇਂ ਪਾਤਸ਼ਾਹ ਨੇ ਮੀਰੀ ਤੇ ਪੀਰੀ ਦੇ ਸੰਕਲਪ ਨੂੰ ਨਾਲ ਕੀਤਾ, ਅਤੇ ਸ਼ਸਤਰ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਰਹੇ ਨੇ ਅਤੇ ਰਹਿਣਗੇ ਆਦਿ ਦੁਨੀਆ ਤੱਕ, ਰਹਿੰਦੀ ਦੁਨੀਆ ਤੱਕ। ਅਤੇ ਪੰਜਾਬ ਦੇ ਵਿੱਚ ਸਾਡੇ ਰਵਾਇਤੀ ਸ਼ਸਤਰ ਘਰਾਂ ਦੇ ਵਿੱਚ ਹੁੰਦੇ, ਫਿਰ ਬਣਦਾ ਸਰਦਾ ਕੋਈ ਟੱਬਰ ਹੁੰਦਾ ਲਾਇਸੈਂਸ ਬਣਾ ਕੇ ਆਪਣਾ ਅਸਲਾ ਲੈਂਦਾ ਅਤੇ ਰੱਖਦਾ। ਇਹਨਾਂ ਦੇਸ਼ਾਂ 'ਚ ਆ ਗਏ, ਕੁੱਲੀ ਗੁੱਲੀ ਜੁੱਲੀ ਦੀਆਂ ਜ਼ਰੂਰਤਾਂ ਪੂਰੀ ਹੋ ਗਈਆਂ, ਜਾਂ ਸ਼ੌਕ ਦੀ ਗੱਲ ਆਈ, ਸਭ ਤੋਂ ਪਹਿਲਾਂ ਇਹ ਹੋਇਆ ਵੀ ਯਾਰ ਅਸਲਾ ਇੱਥੇ ਲੈਣਾ। ਪਰ ਇਹਨਾਂ ਦੇਸ਼ਾਂ ਦੇ ਵਿੱਚ ਅਸਲੇ ਦਾ ਇੱਕ ਹੋਰ ਰੰਗ ਹੈ, ਇੱਥੇ ਹਥਿਆਰ ਰੱਖਣ ਦੀ ਅਲੱਗ ਕਹਾਣੀ ਹੈ। ਖੁੱਲ੍ਹੇ ਹਥਿਆਰ ਨੇ, ਚਾਹੇ 500 ਲੈ ਲਓ ਇੱਕ ਲਾਇਸੈਂਸ 'ਤੇ, ਉਹਦੀਆਂ 2 ਰਿਸਟ੍ਰਿਕਟਡ, ਨਾਨ ਰਿਸਟ੍ਰਿਕਟਡ, ਓਬੀਅਸਲੀ ਪ੍ਰੋਹਿਬਿਟਡ ਦੇ ਵਿੱਚ ਬਾਈ ਜੀ ਰਾਏ ਸਾਹਿਬ ਹੋਣੀ ਆਉਂਦੇ ਨੇ, ਜਿਹੜੇ ਗ੍ਰੈਂਡ ਪੈਰੈਂਟ ਕਲੌਜ਼ ਦੇ ਵਿੱਚ ਨੇ, ਜਿਨ੍ਹਾਂ ਨੂੰ 30-40 ਵਰ੍ਹੇ ਹੋ ਗਏ। ਸਭ ਤੋਂ ਪਹਿਲੇ ਇਹ ਕਮਿਊਨਿਟੀ ਦੇ ਵਿੱਚ, ਸਾਡੇ ਭਾਈਚਾਰੇ ਦੇ ਵਿੱਚ ਸਨ ਜਿਨ੍ਹਾਂ ਨੇ ਇਹ ਲਾਇਸੈਂਸ। ਉਸ ਤੋਂ ਬਾਅਦ ਹੰਟਿੰਗ ਤੋਂ ਬਾਅਦ ਹੰਟਿੰਗ ਸਿਖਾਈ, ਨਾਲ ਲੈ ਕੇ ਗਿਆ ਪ੍ਰੋਫੈਸ਼ਨਲਿਜ਼ਮ, ਕਿਵੇਂ ਵੈਲ ਡਰੈਸਡ ਇੱਕ ਸਰਦਾਰ ਹਥਿਆਰ ਲੈ ਕੇ ਜਿਹੜਾ ਟਾਰਗੇਟ ਸ਼ੂਟਿੰਗ 'ਤੇ ਜਾਂਦਾ ਹੈ, ਕਿਵੇਂ ਸ਼ੂਟ ਕਰਨਾ ਹੈ, ਕਿਸ ਤਰ੍ਹਾਂ ਇੱਜ਼ਤ ਲੈਣੀ ਹੈ, ਕਿਸ ਤਰ੍ਹਾਂ ਇੱਜ਼ਤ ਕਮਾਉਣੀ ਹੈ, ਕਿਵੇਂ ਸਿਰੇ ਦੇ ਹਥਿਆਰ, ਮਹਿੰਗੇ ਹਥਿਆਰ ਜਿਨ੍ਹਾਂ ਦੇ ਸਕੋਪ 5-5, 7-7 ਹਜ਼ਾਰ ਡਾਲਰ ਦੇ ਲੱਗੇ ਹੋਏ ਨੇ, ਉਹਨਾਂ ਨੂੰ ਕਿਵੇਂ ਆਪਣੇ ਘਰ ਦਾ ਸ਼ਿੰਗਾਰ ਬਣਾਉਣਾ ਹੈ। ਜੇ ਕਿਸੇ ਨੇ ਨਹੀਂ ਵੇਖਿਆ ਤਾਂ ਰਾਏ ਸਾਹਿਬ ਨੂੰ ਮਿਲ ਕੇ ਪਤਾ ਲੱਗੇਗਾ। ਅੱਜ ਉਹਨਾਂ ਨਾਲ ਗੱਲ ਮੈਂ ਇਸ ਹਿੱਸੇ 'ਤੇ ਕਰਨੀ ਹੈ ਕਿ ਸਾਊਥ ਆਫ ਦਾ ਬਾਰਡਰ, ਆਪਣੇ ਦੂਜੇ ਪਾਸੇ ਬਫਲੋ ਦੇ ਵਿੱਚ, ਟੈਕਸਸ ਦੇ ਵਿੱਚ ਕਤਲੇ-ਗਾਰਤ ਜਿਹੜੀ ਹੋਈ ਹੈ, ਉਸਨੇ ਹਿਲਾ ਕੇ ਰੱਖ ਦਿੱਤਾ। ਪਰ ਅਸੀਂ ਇੱਕ ਹੋਰ ਸੁਸਾਇਟੀ 'ਚ ਰਹਿੰਦੇ ਹਾਂ ਜਿੱਥੇ ਹਥਿਆਰਾਂ ਦੀ ਹੈ ਵੀ ਕਹਾਣੀ, ਜਿਹੜੀ ਅਰਦਾਸ ਦੀ ਸ਼ੁਰੂਆਤ ਹੈ। ਪ੍ਰਥਮ ਜਦ
ਭਗਉਤੀ ਸਿਮਰਨ ਦੀ ਗੱਲ ਹੈ, ਸਤਿਕਾਰ ਦੀ ਗੱਲ ਹੈ, ਇੱਜ਼ਤ ਦੀ ਗੱਲ ਹੈ, ਅਰਦਾਸ ਦੀ ਗੱਲ ਹੈ ਇਹਨਾਂ ਨੂੰ, ਪਰ ਇਹਦੇ ਅਧੀਨ ਰਾਜ ਦੀ ਵੀ ਗੱਲ ਹੈ, ਚਾਹੇ ਉਹ ਰਵਾਇਤੀ ਸ਼ਸਤਰ ਨੇ, ਚਾਹੇ ਕੁਝ ਵੀ ਹੈ ਸਾਡੇ। ਸੋ ਕੌਮੀ ਯੋਧਿਆਂ ਨੇ ਸ਼ਸਤਰ ਦੇ ਅਧੀਨ ਹੋ ਕੇ, ਸ਼ਸਤਰ ਦੇ ਰਾਹੀਂ ਜਿੱਤਾਂ ਪ੍ਰਾਪਤ ਕੀਤੀਆਂ ਨੇ। ਰਾਏ ਸਾਹਿਬ ਨਾਲ ਗੱਲਬਾਤ ਕਰਦੇ ਹਾਂ। ਰਾਏ ਸਾਹਿਬ, ਸਵਾਗਤ ਜੀ ਤੁਹਾਡਾ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ, ਔਰ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਰਾਏ ਸਾਹਿਬ, ਮੈਂ ਪਿਛਲੇ 15 ਦਿਨਾਂ ਦੀਆਂ ਘਟਨਾਵਾਂ ਜਿਹੜੀਆਂ ਹੋਈਆਂ ਬਫਲੋ ਦੇ ਵਿੱਚ ਅਫਰੀਕਨ ਅਮੈਰੀਕਨਜ਼ ਨੂੰ, ਅਤੇ ਫਿਰ ਆ ਤਾਂ ਸਿਰੇ ਟੈਕਸਸ ਦੇ ਵਿੱਚ ਜਿਹੜੇ ਬੱਚੇ ਭੋਰਾ ਪਰ ਜਿਹੜੇ ਮੈਕਸੀਕਨ ਮੂਲ ਦੇ ਲੈਟਿਨੋ ਬੱਚੇ ਜਿਹੜੇ ਇੱਥੇ ਹੀ ਜੰਮੇ ਪਲੇ, ਉਹਨਾਂ ਨੂੰ ਮਾਰ ਘੱਤਿਆ ਗਿਆ, ਅਤੇ ਮਿਲਟਰੀ ਸਟਾਈਲ ਵੈਪਨ ਸੀ ਜਿਹੜੇ ਕਿ ਈਜ਼ੀਲੀ ਅਵੇਲੇਬਲ ਨੇ। ਅਮਰੀਕਾ ਦੀ ਇੱਕ ਕਹਾਣੀ ਹੈ ਸੈਕੰਡ ਅਮੈਂਡਮੈਂਟ ਦੇ ਥੱਲੇ, ਰਾਈਟ ਟੂ ਬੇਅਰ ਆਰਮ, ਉਹ ਜਿਹੜਾ ਰੱਖਣਾ ਚਾਹੁੰਦੇ ਨੇ। ਅਲੱਗ-ਅਲੱਗ ਉਹ ਅਲੱਗ ਸੂਬੇ ਦੀ ਅਲੱਗ-ਅਲੱਗ ਕਹਾਣੀਆਂ, ਕੋਈ ਕੰਸੀਲਡ ਆ, ਕੋਈ ਬਾਹਰ। ਟੈਕਸਸ ਦੇ ਵਿੱਚ ਸ਼ਰੇਆਮ ਪਿੱਠ ਦੇ ਨਾਲ, ਮੋਢੇ ਦੇ ਨਾਲ ਖੜੀਆਂ ਗੰਨਾਂ ਜਿਹੜੀਆਂ ਸ਼ੈਰਫ ਦੇ ਵਾਂਗੂ ਲੋਕਾਂ ਦੇ ਪਿਕਅਪ ਟਰੱਕ ਦੇ ਵਿੱਚ ਦਿਖ ਜਾਂਦੇ, ਬਾਹਰਲੇ ਬੰਨੇ ਉਹ ਰਿਵਾਲਵਰ ਲਮਕਾ ਕੇ, ਜਿਹੜਾ ਕਾਊਬॉय ਗਨਜ਼ ਨੇ ਉਹਨਾਂ ਨੂੰ ਲੈ ਕੇ ਉਹ ਬੀਅਰ ਬਾਰਾਂ ਦੇ ਵਿੱਚ ਜਾਂਦੇ ਨੇ। ਇਹਨੂੰ ਬਹੁਤ ਵੱਡੀ ਇੱਕ ਇਹਦੇ 'ਤੇ ਡਿਸਕਸ਼ਨ ਹੋਈ, ਜਿਵੇਂ ਰਾਈਫਲ ਨੈਸ਼ਨਲ ਰਾਈਫਲ ਐਸੋਸੀਏਸ਼ਨ ਦਾ ਇਕੱਠ ਹਿਊਸਟਨ ਹੋ ਰਿਹਾ 3 ਦਿਨ ਪਹਿਲਾਂ ਕਤਲੋਗਾਰਤ ਹੋਈ, ਉਹ ਕਹਿੰਦੇ ਨੋ ਅਸੀਂ ਕਰਨਾ, ਬਹੁਤ ਤਕੜੀ ਉੱਥੇ ਲੌਬੀ ਹੈ। ਅੱਛਾ, ਜਦ ਇਸ ਦੀ ਗੱਲ ਚੱਲਦੀ ਹੈ, ਇੱਕ ਭਾਈਚਾਰਾ ਇਹ ਕਹਿੰਦਾ ਹਥਿਆਰ ਸੀ ਤਾਂ ਉਹਨੇ ਮਾਰ ਘੱਤੇ ਬੰਦੇ, ਹਥਿਆਰ ਨਾ ਹੁੰਦੇ ਤਾਂ ਕੀ ਮਾਰ ਲੈਂਦਾ, ਚਾਕੂ ਨਾਲ ਕਿੰਨੇ ਮਾਰ ਲੈਂਦਾ, ਸੋਟੀ ਨਾਲ ਕਿੰਨੇ ਮਾਰ ਲੈਂਦਾ। ਇਹ ਮਾਨਸਿਕਤਾ ਦੀ ਗੱਲ, ਹਥਿਆਰ ਤੇ ਕਤਲ ਜਿਹੜਾ ਹੁੰਦਾ, ਇਹਨੂੰ ਜੇ ਆਪਾਂ ਇਹਦਾ ਵਿਸ਼ਲੇਸ਼ਣ ਕਰਨਾ ਹੋਵੇ, ਤੁਸੀਂ ਕਿਸ ਤਰ੍ਹਾਂ ਕਰਦੇ ਹੋ? ਜਿਹੜਾ ਜੀ ਅਮਰੀਕਨ ਸੁਸਾਇਟੀ ਆ ਤੇ ਸਾਡੀ ਸੁਸਾਇਟੀ ਆ ਨਾ, ਪਹਿਲਾਂ ਤਾਂ ਸਾਡਾ ਮਾਈਂਡ ਸੈਟ ਉਹਨਾਂ ਨਾਲੋਂ ਬੜਾ ਵੱਖਰਾ ਆ। ਸਾਡੀ ਸੋਚਣੀ, ਆਪਣੇ ਆਪ ਬਾਰੇ ਸੋਚਣਾ ਬੜਾ ਵੱਖਰਾ ਹੈਗਾ। ਇੱਕ ਹੈਗਾ ਦੂਜਾ, ਸਾਡੇ ਜਿਹੜੇ ਦੇਸ਼ ਦੇ ਵਿੱਚ, ਕੈਨੇਡਾ ਦੇ ਵਿੱਚ ਸਾਨੂੰ ਹਥਿਆਰ ਦਿੱਤੇ ਜਾਂਦੇ, ਜਿਹੜੀਆਂ ਆਪਾਂ ਕਲਾਸਾਂ ਪੜ੍ਹਾਉਂਦੇ ਆ, ਪੜ੍ਹਾਈ ਦੇ ਵਿੱਚ ਇੱਥੇ ਬਹੁਤ ਜ਼ੋਰ ਦਿੱਤਾ ਜਾਂਦਾ। ਇੱਥੇ ਕਈ ਵਾਰੀ ਸੁਣਨੇ ਵਾਲੇ ਹੈਰਾਨ ਹੁੰਦੇ ਆ ਵੀ 12 ਸਾਲ ਦਾ ਬੱਚਾ ਕਲਾਸ 'ਚ ਬੈਠ ਕੇ ਗਨ ਲੈ ਲੈਂਦਾ, ਤਾਂ ਉਹਦੀ ਹੈਰਾਨੀ ਹੁੰਦੀ ਵੀ ਇਹਦਾ ਕਿਉਂ ਕਰਦੇ ਆ। ਉਹ ਕਰਨ ਦਾ ਇੱਕੋ ਇੱਕ ਹੋਰ ਵਜ੍ਹਾ ਦੇ ਨਾਲ ਇੱਕੋ ਇੱਕ ਵੱਡੀ ਵਜ੍ਹਾ ਇਹ ਹੈਗੀ ਆ, ਐਜੂਕੇਟ ਕਰਨਾ ਲੋਕਾਂ ਨੂੰ, ਪਬਲਿਕ ਨੂੰ, ਬੱਚਿਆਂ ਨੂੰ ਪਹਿਲਾਂ ਤੋਂ ਐਜੂਕੇਟ ਕਰ ਦੇਣਾ। ਜਿੱਦਾਂ ਇਨਵਾਇਰਮੈਂਟ ਲਈ ਅਸੀਂ ਲੱਗੇ ਹੁਣ ਕਰਨ, ਪਹਿਲਾਂ ਕੀਤਾ ਨਹੀਂ ਹੈਗਾ। ਇਸ ਕਰਕੇ ਉਹਨਾਂ ਦਾ ਤਾਂ ਸਾਡਾ ਮਾਈਂਡ ਸੈਟ ਜਿਹੜਾ ਹੈ ਟੋਟਲੀ ਡਿਫਰੈਂਟ ਹੈਗਾ ਆ। ਉਹ ਕਿਸੇ ਹੋਰ ਤਰੀਕੇ ਦੇ ਲਈ ਗੱਲਾਂ ਰੱਖਦੇ ਆ। ਸਾਨੂੰ ਕੈਨੇਡਾ ਦੇ ਵਿੱਚ ਜਦੋਂ ਅਸੀਂ ਕਲਾਸਾਂ ਪੜ੍ਹਾਉਂਦੇ ਆ ਜਾਂ ਲਾਇਸੈਂਸ ਮਿਲਦਾ ਹੈਗਾ, ਉਦੋਂ ਸਾਨੂੰ ਇਹ ਕਿਹਾ ਜਾਂਦਾ, ਦੱਸਿਆ ਜਾਂਦਾ, ਅਸੀਂ ਵੀ ਦੱਸਦੇ ਹਾਂ ਵੀ ਆਪਾਂ ਨੂੰ ਸਪੋਰਟਿੰਗ ਪਰਪਜ਼ ਲਈ ਗਨਜ਼ ਮਿਲ ਰਹੀਆਂ ਹੈਗੀਆਂ। ਸਪੋਰਟਿੰਗ ਪਰਪਜ਼ ਮਤਲਬ ਓਲੰਪਿਕ ਦੇ ਵਿੱਚ ਚਲ ਜਾਓ, ਕੰਪੀਟੀਸ਼ਨ ਦੇ ਵਿੱਚ ਚਲ ਜਾਓ, ਹੰਟਿੰਗ ਨੂੰ ਵੀ ਸਪੋਰਟ ਮੰਨਿਆ ਜਾਂਦਾ ਹੈਗਾ, ਉਹਨਾਂ ਕੰਮਾਂ ਲਈ ਚਲ ਜਾਓ। ਸੈਲਫ ਡਿਫੈਂਸ ਦੇ ਲਈ ਅਸੀਂ ਬਿਲਕੁਲ ਟੀਚ ਨਹੀਂ ਕਰਦੇ। ਸੈਲਫ ਡਿਫੈਂਸ ਲਈ ਬਿਲਕੁਲ ਇੱਥੇ ਗਨ ਲਾਇਸੈਂਸ ਨਹੀਂ ਮਿਲਦਾ ਹੈਗਾ। ਉਹਦੀ ਸੋਚਣੀ ਦੇ ਆਧਾਰ ਦੇ ਉੱਤੇ ਹੀ, ਹੁਣ ਤੁਸੀਂ ਗੱਲ ਕੀਤੀ ਬੱਚਿਆਂ ਦੀ, ਉਹ ਸੋਚ ਕੇ ਕਈ ਵਾਰ ਬਿਆਨ ਕਰਨਾ ਹੀ ਔਖਾ ਹੋ ਜਾਂਦਾ ਕਿ ਤੁਸੀਂ ਇੰਨੇ ਛੋਟੇ ਪਿਆਰੇ ਬੱਚੇ ਨੂੰ ਤੁਸੀਂ ਗੋਲੀਆਂ ਕਿੱਦਾਂ ਮਾਰ ਸਕਦੇ ਆ। ਹਾਲੇ ਕਿਸੇ ਦਾ ਵੀ ਬੇਗਾਨਾ ਬੱਚਾ ਵੀ ਦੇਖ ਲਈਏ ਔਰ ਦੂਰੋਂ ਦੇਖਣ ਨੂੰ ਤੇ ਪਿਆਰ ਆਉਂਦਾ ਉਸ ਬੱਚੇ ਦੇ ਨਾਲ, ਬਜਾਏ ਇਹਦੇ ਕਿ ਸਾਨੂੰ ਇਸ ਤਰੀਕੇ ਦੀ ਬੁਰੀ ਸੋਚਣੀ ਸਾਡੇ ਮਨ ਦੇ ਵਿੱਚ ਆ ਜਾਵੇ। ਤਾਂ ਇਹ ਮਾਈਂਡ ਸੈਟ ਹੈਗਾ ਜੀ, ਬਹੁਤ ਜ਼ਿਆਦਾ ਫਰਕ ਹੈਗਾ ਉਹਨਾਂ ਦਾ ਤਾਂ ਸਾਡਾ। ਪਰ ਦੁਖਾਂਤ ਦੀ ਗੱਲ ਇਹ ਹੈਗੀ ਆ, ਜਦੋਂ ਕੋਈ ਵੀ ਗੈਰ ਕਾਨੂੰਨੀ ਕੰਮ ਕਰਦਾ ਆ, ਉਹਦਾ ਜਿਹੜਾ ਪਰਛਾਵਾਂ ਆ, ਉਹਦੀ ਜਿਹੜੀ ਨੈਗੇਟਿਵ ਰਿਫਲੈਕਸ਼ਨ ਹੈਗੀ ਆ, ਉਹ ਅਸੀਂ ਆਪਣੇ ਆਪ ਨੂੰ ਕਹਿੰਦੇ ਰਿਸਪੋਂਸਿਬਲ ਗਨ ਓਨਰਸ ਆਫ ਕੈਨੇਡਾ, ਉਹ ਸਾਡੇ ਤੇ ਬੜੀ ਬੁਰੀ ਪੈਂਦੀ ਹੈਗੀ ਆ। ਫਿਰ ਅਸੀਂ ਉਹਨੂੰ ਐਕਸਪਲੇਨ ਕਰਨ ਲੱਗੇ ਰਹੀਦਾ ਹੈਗਾ, ਫਿਰ ਅਸੀਂ ਉਹਨੂੰ ਡਿਫੈਂਡ ਕਰਦੇ ਹਾਂ ਵੀ ਨਹੀਂ, ਅਸੀਂ ਉਸ ਤਰੀਕੇ ਦੇ ਨਾਲ ਨਹੀਂ ਹੈਗੇ, ਸਾਨੂੰ ਸੈਲਫ ਡਿਫੈਂਸ ਲਈ ਨਹੀਂ ਗਨ ਮਿਲੀ, ਅਸੀਂ ਵਾਰ ਰਾਈਫਲ ਫੁੱਲ ਆਟੋਮੈਟਿਕ ਗਨਾਂ ਦੇ ਹੱਕ 'ਚ ਨਹੀਂ ਹੈਗੇ, ਅਸੀਂ ਤਾਂ ਸਿਰਫ ਸਪੋਰਟਿੰਗ ਦੀ ਗੱਲ ਕਰ ਰਹੇ ਹਾਂ, ਸਪੋਰਟਿੰਗ ਗਨ ਦੀ ਕਰ ਰਹੇ ਹਾਂ, ਸਪੋਰਟਿੰਗ ਟ੍ਰੇਨਿੰਗ ਦੀ ਗੱਲ ਕਰ ਰਹੇ ਹਾਂ। ਅੱਛਾ, ਜਿਹੜੀ ਸਾਨੂੰ ਇੱਕ ਇਸ, ਕਿਉਂਕਿ ਉਹ ਆਪਣੀ ਜਗ੍ਹਾ ਰਾਈਟ ਟੂ ਬੇਅਰ ਵਾਲੀ ਗੱਲ ਕਰਦੇ ਆ, ਉਹ ਸੈਕੰਡ ਅਮੈਂਡਮੈਂਟ ਦੇ ਵਿੱਚ ਅਸੀਂ ਹਥਿਆਰ ਪਾ ਕੇ ਚੱਲਣਾ। ਖੈਰ, ਆਪਣੀ ਸੋਸਾਇਟੀ ਦਾ ਅਲੱਗ-ਅਲੱਗ ਸੋਚਣੀ ਹੈ, ਜਿਵੇਂ ਪੰਜਾਬ ਦੇ ਵਿੱਚ ਅਸੀਂ ਅਲੱਗ-ਅਲੱਗ ਖਿੱਤੇ 'ਚ ਸਾਡੀ ਸੋਚਣੀ ਦਾ ਵੀ ਫਰਕ ਹੈ। ਇਹ ਅੱਛਾ, ਜਿਹੜਾ ਅਸੀਂ ਇੱਥੇ ਜਦ ਆਉਂਦੇ ਨੇ ਤੁਹਾਡੇ ਕੋਲ ਨਵੇਂ ਬੰਦੇ, ਉਹ ਪੰਜਾਬ ਵਾਲੇ ਉਹ ਸੋਚਦੇ ਨੇ ਹਥਿਆਰਾਂ ਦੀ ਗੱਲ, ਉਹ ਹਥਿਆਰ ਨੂੰ ਉਸ ਤਰ੍ਹਾਂ ਹੀ ਸੋਚਦੇ ਆ ਵੀ ਜਿਵੇਂ ਉੱਥੇ 32 ਬੋਰ ਦਾ ਡੱਬ 'ਚ ਟੰਗਣਾ। ਜਦ ਉਹ ਆ ਕੇ ਗੱਲ ਕਰਦੇ ਆ, ਫਿਰ ਕਿੰਨਾ ਕੁ ਸੋਚਣੀ ਦਾ ਫਰਕ ਹੈ, ਅਤੇ ਫਿਰ ਉਹਨਾਂ ਨੂੰ ਕਿਵੇਂ ਸੈੱਟ ਕਰਦੇ ਹੋ ਵੀ ਇਸ ਤਰ੍ਹਾਂ ਨਹੀਂ ਹਥਿਆਰ ਇੱਥੇ ਰੱਖਣੇ?
ਮੈਂ ਇੱਕ ਤੁਹਾਨੂੰ ਕਲਾਸ ਦੇ ਵਿੱਚ ਨਾ, ਮੈਂ ਜਦੋਂ ਕਲਾਸ ਸ਼ੁਰੂ ਹੁੰਦੀ ਹੈ, ਜੇ ਪੰਜਾਬੀ ਕਲਾਸ ਹੋਵੇ, ਜਿੱਦਾਂ ਕੁਛ ਕਲਾਸ ਆਉਂਦੀਆਂ ਉਹਦੇ ਵਿੱਚ ਪੰਜਾਬੀ ਹੀ ਹੁੰਦੇ ਆ, ਔਰ ਕਈ ਵਾਰੀ ਹੁੰਦੀ ਉਹ 'ਚ ਮੈਜੋਰਟੀ ਸਾਰੇ ਸਾਡੇ ਵਾਂਗ ਇੰਡੀਆ ਦੇ ਜੰਮੇ ਪਲੇ ਹੁੰਦੇ ਆ। ਮੈਂ ਕਲਾਸ ਸ਼ੁਰੂ ਕਰਦਾ ਨਾ, ਸ਼ੁਰੂਆਤ ਵਿੱਚ ਉਹਨਾਂ ਨੂੰ ਕਹਿਣਾ ਹੁੰਦਾ ਹੈ ਵੀ ਤੁਸੀਂ ਕਲਾਸ 'ਚ ਆਏ ਹੈਗੇ ਆ ਗਨ ਲਾਇਸੈਂਸ ਲੈਣ ਲਈ, ਮੈਂ ਗੰਨਾਂ ਦੇ ਬਾਰੇ ਜੋ ਤੁਸੀਂ ਸੋਚਦੇ ਆ ਔਰ ਜੋ ਤੁਸੀਂ ਸੋਚ ਕੇ ਰੱਖਿਆ ਸੀਗਾ ਜਾਂ ਤੁਹਾਡਾ ਪਰਸਨੈਲਿਟੀ ਹੈਗੀ ਆ, ਅੱਜ ਮੈਂ ਤਕਾਲਾਂ ਤਾਈਂ ਤੁਹਾਡੀ ਸੋਚਣੀ ਬਦਲ ਦੇਣੀ ਆ ਜਿਹੜਾ ਮੈਂ ਅੱਜ ਤੁਹਾਨੂੰ ਪੜ੍ਹਾਉਣਾ, ਔਰ ਤੁਸੀਂ ਤਕਾਲਾਂ ਨੂੰ ਮੈਨੂੰ ਦੱਸਣਾ ਆ ਵੀ ਮੈਂ ਉਹ ਆਪਣੇ ਕੰਮ 'ਚ ਕਾਮਯਾਬ ਹੋਇਆ ਕਿ ਨਹੀਂ ਹੋਇਆ। ਔਰ ਕਈ ਸਟੂਡੈਂਟ ਕਹਿੰਦੇ ਆ ਵੀ ਅਸੀਂ ਸਾਰੀ ਉਮਰ ਉੱਥੇ ਇੰਡੀਆ ਹਥਿਆਰ ਰੱਖੇ ਆ, ਜਾਂ ਸਾਡੀ ਸੋਚਣੀ ਆ ਵੀ ਤੁਸੀਂ ਇੰਨੇ ਕੌਨਫੀਡੈਂਸ ਨਾਲ ਕਿੱਦਾਂ ਕਹਿ ਸਕਦੇ ਵੀ ਤਕਾਲਾਂ ਤਾਈਂ ਮੈਂ ਤੁਹਾਡਾ ਅੱਜ ਸ਼ਾਮ ਤਾਈਂ ਤੁਹਾਡਾ ਮੈਂ ਮਾਇੰਡ ਜਿਹੜੀ ਸੋਚਣੀ ਉਹ ਬਦਲ ਸਕਣੀ ਆ। ਮੈਂ ਕਹਿੰਦਾ ਨਾ, ਫਿਰ ਤੁਸੀਂ ਮੈਨੂੰ ਤਕਾਲਾਂ ਨੂੰ ਦੱਸਿਓ, ਜਾਂ ਕਲਾਸ ਆਪਣੀ ਐਂਡ ਹੋ ਗਈ ਨਾ ਅੱਜ 5 ਵਜੇ, ਤੁਸੀਂ ਮੈਨੂੰ 5 ਵਜੇ ਤੋਂ ਜਾ ਕੇ ਦੱਸਿਓ। ਹੁਣ ਤੁਸੀਂ ਇਹ ਦੇਖਿਆ ਹੋਣਾ ਆਪਣੇ ਤੁਹਾਡਾ ਸਾਹਿਬਜ਼ਾਦਾ ਬਲਰਾਜ ਸਿੰਘ ਕਲਾਸ, ਉਹ ਜਿੱਦਣ ਸਵੇਰ ਨੂੰ ਆਇਆ ਸੀ ਜਾਂ ਜਿੱਦਣ ਤਕਾਲਾਂ ਨੂੰ ਗਿਆ ਸੀ, ਉਹਦੀ ਕੀ ਸੋਚਣੀ ਸੀਗੀ, ਉਹ ਤੁਸੀਂ ਰੇਡੀਓ ਤੇ ਉਹ ਵੀ ਬਿਆਨ ਕਰ ਸਕਦੇ, ਜਿਹੜਾ ਕਿ ਫਸਟ ਹੈਂਡ ਇਨਫੋਰਮੇਸ਼ਨ ਹੈਗੀ ਆ। ਔਰ ਸ਼ਾਮ ਨੂੰ ਜਦੋਂ ਮੈਂ ਪੁੱਛਦਾ ਆ, ਉਹਦੇ ਪੁੱਛਣ ਤੋਂ ਪਹਿਲਾਂ ਹੀ ਕਹਿੰਦੇ ਭਾਜੀ ਹੱਦ ਹੋ ਗਈ ਆ, ਤੂੰ ਤਾਂ ਸਾਡਾ ਦਿਮਾਗ ਹੀ ਬਦਲ ਛੱਡਿਆ, ਅਸੀਂ ਤਾਂ ਕਹਿੰਦੇ ਸੀਗੇ ਹਥਿਆਰ ਹੈਗਾ ਆ ਕਿਸੇ ਹੋਰ ਕੰਮ ਲਈ, ਤੂੰ ਕਹਿੰਦਾ ਹਥਿਆਰ ਦੁਸ਼ਮਣੀ ਪਾਉਣ ਵਾਲੀ ਚੀਜ਼ ਨਹੀਂ, ਮੈਂ ਸਾਬਿਤ ਕੀਤਾ ਔਰ ਕਰਦਾ ਆ। ਇਹ ਹਥਿਆਰ ਜਿਹੜਾ ਆ ਦੁਸ਼ਮਣੀ ਪਾਉਣ ਵਾਲੀ ਚੀਜ਼ ਨਹੀਂ, ਇਹ ਦੋਸਤੀ ਬਣਾਉਣ ਦਾ ਇੱਕ ਟੂਲ ਆ, ਔਰ ਚ ਮੈਂ ਬਣਾਏ ਔਰ ਬਣਾ ਰਿਹਾ। ਬਿਲਕੁਲ ਜੀ, ਨਿੱਜੀ ਤਜਰਬਾ ਮੈਨੂੰ ਸਾਂਝਾ ਕਰਨਾ ਚਾਹੀਦਾ। ਬਲਰਾਜ ਸਿੰਘ ਨੇ ਜਦ ਲਾਇਸੈਂਸ ਲਿਆ, ਪਹਿਲਾਂ ਮੇਰੇ ਜਿਹੜੇ ਹਥਿਆਰ ਸੀ ਉਹਨਾਂ ਨੂੰ ਉਹ ਵੇਖਣ ਦੇ ਲਈ ਜ਼ਿੱਦ ਕਰਦਾ, ਉਹਦੀ ਲਲਕ ਸੀ। ਜਾਂ ਪੰਜਾਬ ਗਏ, ਪੰਜਾਬ ਵਾਲੇ ਮੈਂ ਕਿਹਾ ਤੂੰ ਇੱਥੇ ਵਾਲੇ ਇਹਨਾਂ ਨੂੰ ਵੇਖ ਲਾ, ਜਿੰਨੇ ਮਰਜ਼ੀ ਚੱਕ ਲੈ, ਉੱਥੇ ਅਸੀਂ ਹੋਰ ਕਾਨੂੰਨ ਦੇ ਵਿੱਚ ਦੀ ਹਾਂ। ਅਤੇ ਮੈਂ ਉਹਨੂੰ ਕਿਹਾ ਵੀ ਇਹ ਮੱਥੇ ਨੂੰ ਲਾਉਣ ਵਾਲੀਆਂ ਚੀਜ਼ਾਂ ਨੇ ਪੁੱਤਰ, ਇਹ ਫੁਕਰਪਣੇ ਵਾਲੀਆਂ ਚੀਜ਼ਾਂ ਨਹੀਂ ਹੈ, ਇਹ ਤੁਹਾਡਾ ਗਹਿਣਾ। ਜਿਵੇਂ ਘਰ ਦੀ ਰਜਿਸਟਰੀ, ਘਰ ਦੇ 4 ਪੈਸੇ ਤੁਸੀਂ ਲੁਕੋ ਕੇ ਸੋਨਾ ਰੱਖਦੇ ਹੋ, ਇਹ ਉਦੋਂ ਵੀ ਵੱਡਾ ਗਹਿਣਾ, ਇਹਨੂੰ ਤੁਸੀਂ ਇੱਜ਼ਤ ਦੇਣੀ ਆ। ਪਰ ਉਹ ਉਦਣ ਦਿਹਾੜੀ ਲਾਉਣ ਤੋਂ ਬਾਅਦ ਜਦ ਤੁਹਾਡੇ ਨਾਲ ਟਾਰਗੇਟ ਸ਼ੂਟਿੰਗ 'ਤੇ ਗਿਆ, ਜਦ ਮੁੜ ਕੇ ਉਹ ਕਹਿੰਦਾ ਬਈ ਇੰਨਾ ਵਧੀਆ ਐਟਮੋਸਫੀਅਰ, ਇੰਨੀ ਦੋਸਤੀ, ਇੰਨਾ ਅੰਕਲ ਜੀ ਨੇ ਮੈਨੂੰ ਫਰਵਿਸ਼ ਕੀਤਾ। ਹਾਲਾਂਕਿ ਕਾਉਂਸਲਿੰਗ ਦੇ ਵਿੱਚ ਉਹ ਲੋਕਾਂ ਨੂੰ ਕਾਉਂਸਲਿੰਗ ਕਰਦਾ ਹੈ, ਕਲੀਨਿਕਲ ਕਾਉਂਸਲਰ ਹੈ, ਪਰ ਹਾਂ ਬਹੁਤ ਚੀਜ਼ਾਂ ਨੇ ਜਿਹੜੀਆਂ ਉਹਦੇ ਦਿਮਾਗ ਦੇ ਵਿੱਚ, ਕਿਉਂਕਿ ਵੀਡੀਓ ਗੇਮ ਦੇ ਵਿੱਚ, ਫਿਲਮਾਂ 'ਚ ਹਾਲੀਵੁੱਡ ਸਟਾਈਲ ਗਨ ਕੱਢੀ ਹੋਲਸਟਰ ਤੋਂ ਠਾ ਠਾ ਠਾ, ਉਹਦੇ ਬਾਅਦ ਉਹਦਾ ਇੱਕ ਨਜ਼ਰੀਆ ਬਦਲਿਆ ਕਿ ਨਹੀਂ, ਇਹ ਤਾਂ ਗੱਲ ਹੀ ਹੋਰ ਆ, ਇਹ ਤਾਂ ਸਭ ਤੋਂ ਵੱਡੀ ਹੌਬੀ ਹੈ। ਟਾਰਗੇਟ ਸ਼ੂਟਿੰਗ 'ਤੇ ਜਾਵਾਂਗੇ, ਜੇ ਕੱਲ੍ਹ ਨੂੰ ਹੰਟਿੰਗ ਨੂੰ ਜੀ ਕੀਤਾ ਹੰਟਿੰਗ ਨੂੰ ਜਾਵਾਂਗੇ। ਇਹ ਮਾਈਂਡ ਸੈੱਟ ਨੂੰ ਮੇਨ ਸਟਰੀਮ 'ਚ ਲਿਆਉਣਾ ਜੀ, ਇਹਦੇ 'ਤੇ ਮਿਹਨਤ ਹੈ ਜਿਹੜੀ, ਫਿਰ ਉਦੋਂ ਪਹਿਲਾਂ ਮਿਹਨਤ ਤੋਂ ਇਸ ਲੈਵਲ ਤੱਕ ਆਉਣ ਲਈ ਤੁਹਾਡਾ ਵੀ ਮੈਂ ਸਫ਼ਰ ਨਾਲ ਲੈਣਾ ਚਾਹੁੰਦਾ। ਰਾਏ ਸਾਹਿਬ, ਤੁਸੀਂ ਇੱਕ ਬਹੁਤ ਸਤਿਕਾਰਤ ਹੋ ਸਾਡੇ ਲਈ, ਕਿਉਂਕਿ ਭਾਈਚਾਰੇ ਲਈ ਇੱਕ ਨਵੇਂ ਦਿਸਹੱਦੇ ਤੁਸੀਂ ਸਾਡੇ ਲਈ ਸ਼ੁਰੂ ਕੀਤੇ। ਕਿਸੇ ਨੂੰ ਨਹੀਂ ਸੀ ਪਤਾ ਵੀ ਅਸੀਂ ਯਾਰ ਕਿਤੇ ਜੰਗਲਾਂ 'ਚ ਜਾ ਕੇ BC ਦਿਆਂ ਦੇ ਵਿੱਚ ਕੈਂਪਿੰਗ ਕਰਕੇ, ਅਤੇ ਕੰਜ਼ਰਵੇਟਿਵ ਜਿਹੜੇ ਕੰਜ਼ਰਵੇਸ਼ਨ ਆਫਿਸਰ ਆਉਂਦੇ ਨੇ, ਉਹ ਆ ਕੇ ਦੇਖ ਕੇ ਕਹਿੰਦੇ ਰਾਏ ਸਾਹਿਬ ਖੜ੍ਹੇ ਨੇ, ਉਹ ਕਹਿੰਦੇ ਵੀ ਆਰ ਗੁੱਡ ਨਾਓ, ਯੂ ਆਰ ਸਟਿਲ ਹੀਅਰ, ਵੈਲ ਡਰੈਸਡ, ਡਿਸਿਪਲਨ। ਇਹ ਸਾਰੀਆਂ ਚੀਜ਼ਾਂ ਤੁਸੀਂ ਵੀ ਟਰਾਂਸਫੋਰਮੇਸ਼ਨ ਕੀਤੀ ਜਦ ਆਏ, ਜਦ ਤੁਹਾਨੂੰ ਇਹ ਚੀਜ਼ਾਂ ਦੀ ਜਿਹੜਾ ਪਿਆਰ ਜਾਂ ਇਸ ਚੀਜ਼ਾਂ ਨੂੰ ਤੁਸੀਂ ਸੁਧਾਰਿਆ ਕਿਵੇਂ ਆਪਣੀ ਜ਼ਿੰਦਗੀ 'ਚ? ਮੈਂ ਜੀ ਕਹਿੰਦਾ ਹੁੰਦਾ ਜਿਹੜੇ ਹਥਿਆਰ ਆ ਇਹ ਦੋਸਤੀ ਬਣਾਉਣ ਦਾ ਇੱਕ ਟੂਲ ਆ, ਔਰ ਮੈਂ ਉਹ ਬਿਲਕੁਲ ਕਹਿ ਕੇ ਕਹਿੰਦਾ, ਉਹ ਸਾਬਿਤ ਕੀਤਾ। ਮੈਨੂੰ ਜਿੱਦਾਂ ਹਥਿਆਰਾਂ ਨੇ ਪਿਆਰ ਦਿੱਤਾ ਲੋਕਾਂ ਦੇ, ਮੈਂ ਬੜਾ ਪਛਾਣਿਆ ਜੀ, ਬੜਾ ਖੁਸ਼ ਆ। ਮੈਨੂੰ ਤੁਹਾਨੂੰ ਪਤਾ ਸੁਭਾਵਿਕ ਤੌਰ ਤੇ ਬਹੁਤਾ ਫਿਰਨਾ ਤੁਰਨਾ ਜਾਂ ਪਾਰਟੀ ਵਗੈਰਾ ਇੱਦਾਂ ਦੇ ਥੋੜ੍ਹੇ ਸ਼ੌਂਕ ਘੱਟ ਹੈਗਾ, ਪਰ ਮੇਰੇ ਦੋਸਤ ਦੁਨੀਆ ਭਰ 'ਚ ਬਣੇ ਪਏ ਹੈਗੇ ਆ, ਚਾਹੇ ਸੋਸ਼ਲ ਮੀਡੀਆ ਨਾਲ ਹੋਣ, ਚਾਹੇ ਜਾਤੀ ਤੌਰ ਤੇ ਹੋਣ, ਸਿਰਫ ਹਥਿਆਰਾਂ ਕਰਕੇ। ਔਰ ਹੌਲੀ ਹੌਲੀ ਜੇ ਟ੍ਰੇਨਿੰਗ ਹੋਈ ਜਾਂ ਟ੍ਰੇਨਿੰਗ ਦਿੱਤੀ ਜਾਂ ਅਸੀਂ ਗੱਲਾਂ ਕਰੀ ਦੀਆਂ, ਹੋਰ ਬੰਦਿਆਂ ਦੀ ਵੀ ਕੰਟਰੀਬਿਊਸ਼ਨ ਹੈਗੀ ਆ। ਜਦੋਂ ਸ਼ੂਟਿੰਗ ਰੇਂਜ ਤੇ ਜਾਈਦਾ, ਖਾਸ ਕਰਕੇ ਇਹ ਬਲਰਾਜ ਸਿੰਘ ਮੇਰੇ ਨਾਲ ਲੈਂਗਲੀ ਗਿਆ ਸੀ, ਬੜੇ ਮਾਣ ਮਹਿਸੂਸ ਹੁੰਦਾ। ਉੱਥੇ ਜੇ ਜਾ ਕੇ ਖੜੇ ਹੋ, ਉੱਥੋਂ ਅੱਜ ਕੱਲ੍ਹ 90-95% ਪੰਜਾਬੀ ਮੁੰਡੇ ਸ਼ੂਟਰ ਦੇ ਲਈ ਖੜੇ ਹੁੰਦੇ ਆ। ਸੋਹਣੇ ਸੋਹਣੇ ਸ਼ਸਤਰ ਰੱਖੇ ਹੋ ਹੈਗੇ ਆ, ਯੰਗ ਮੁੰਡੇ, ਸਾਡੀ ਉਮਰ ਦੇ ਬੰਦੇ ਵੀ, ਉਹ ਉੱਥੇ ਉਹ ਹੌਬੀ ਨੂੰ ਇੰਜੋਏ ਕਰਦੇ। ਹੁਣ ਲੇਡੀਜ਼, ਬੱਚੀਆਂ ਬਹੁਤ ਆਉਣ ਲੱਗ ਪਈਆਂ ਹੈਗੀਆਂ। ਜੇ ਸ਼ਸਤਰ ਦੇ ਦੋਨੇ ਪੱਖ ਦੇਖੇ ਜਾਣ, ਹੁਣ ਜਿਹੜੀ ਲੜਾਈਆਂ ਲੱਗਦੀਆਂ ਹੈਗੀਆਂ, ਯੂਕਰੇਨ 'ਚ ਦੇਖੋ ਲੱਗੀ ਹੋਆ, ਯੂਕਰੇਨ 'ਚ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਸਾਰਿਆਂ ਨੂੰ ਹਥਿਆਰ ਦੇਣੇ ਸ਼ੁਰੂ ਕਰਤੇ ਆ। ਖਾਸ ਕਰਕੇ ਇੱਕ ਜ਼ਿਆਦਾ ਨਿਊਜ਼ ਹਾਈਲਾਈਟ ਹੋਈ ਸੀਗੀ, ਉਹ ਉੱਥੇ ਕੁਝ ਸਾਲ ਪਹਿਲਾਂ
ਉੱਥੇ ਦੀ ਇੱਕ ਯੰਗ ਲੜਕੀ ਸੀ, ਉਹਨ ਬਿਊਟੀ ਪੈਜੈਂਟ ਜਿੱਤਿਆ ਸੀਗਾ, ਉਹਨੂੰ ਉਹਨਾਂ ਨੇ ਸਭ ਤੋਂ ਜ਼ਿਆਦਾ ਦੁਨੀਆ ਦੀ ਸੁੰਦਰ ਔਰਤ ਦੇ ਤੌਰ ਤੇ ਉਹ ਇਨਾਮ ਉਹਨੂੰ ਜਿੱਤਿਆ। ਉਹਦੇ ਹੱਥ ਵਿੱਚ ਹਥਿਆਰ ਫੜਿਆ, ਉਹ ਕਹਿੰਦੀ ਨਹੀਂ, ਜਦ ਤੇ ਮੈਂ ਹਥਿਆਰ ਨਹੀਂ ਫੜਦੀ ਨਾ ਮੇਰੇ ਦੇਸ਼ ਦੀ ਰਾਖੀ ਨਹੀਂ ਹੁੰਦੀ। ਹੁਣ ਮਤਲਬ ਇਹ ਹੈ ਵੀ ਦੇਸ਼ ਦੀ ਰਾਖੀ ਕਿੱਦਾਂ ਕਰਨੀ ਆ। ਸਵਿਟਜ਼ਰਲੈਂਡ ਦੇ ਵਿੱਚ ਜੀ ਪੁਰਾਣੇ ਜ਼ਮਾਨੇ 'ਚ, ਬਹੁਤ ਪੁਰਾਣੀ ਗੱਲ ਮੈਂ ਕਰਦਾ, ਇਹ ਕਾਨੂੰਨ ਹੁੰਦਾ ਸੀ ਕਿ ਜੇ ਕਿਸੇ ਵੀ ਮਰਦ ਦੇ ਕੋਲ ਸ਼ਸਤਰ ਨਹੀਂ ਨਾ ਹੈਗੇ ਉਸ ਸਮੇਂ ਦੇ, ਉਹਨੂੰ ਵੋਟ ਪਾਉਣ ਦਾ ਹੱਕ ਨਹੀਂ ਸੀ ਦਿੰਦੇ ਹੁੰਦੇ। ਉਹ ਉਹਨੂੰ ਕਹਿੰਦੇ ਹੁੰਦੇ ਸੀਗੇ ਵੀ ਤੂੰ ਮਰਦ ਕਿਹੋ ਜਿਹਾ ਆ, ਜੇ ਤੂੰ ਦੇਸ਼ ਨੂੰ ਨਾ ਬਚਾ ਸਕਿਆ, ਟੱਬਰ ਨੂੰ ਨਾ ਬਚਾ ਸਕਿਆ। ਉਹ ਕਾਨੂੰਨ ਉਹਨਾਂ ਜ਼ਮਾਨਿਆਂ 'ਚ ਰਹੇ ਆ, ਔਰ ਉੱਥੇ ਹੁਣ ਵੀ ਇਹ ਕਾਨੂੰਨ ਹੈ ਵੀ ਹਰ ਇੱਕ ਬੰਦੇ ਕੋਲ ਸ਼ਸਤਰ ਆ। ਕ੍ਰਾਈਮ ਉੱਥੇ ਹੈ ਨਹੀਂ, ਜੇਲ੍ਹਾਂ ਖਾਲੀ ਪਈਆਂ। ਹਾਂ, ਕ੍ਰਾਈਮ ਬਿਲਕੁਲ ਘੱਟ ਆ ਜਾਂ ਹੈ ਨਹੀਂ। ਉਹਦੀ ਵੱਡੀ ਵਜ੍ਹਾ ਉਹਨਾਂ ਨੇ ਐਜੂਕੇਟ ਕੀਤਾ। ਮੈਂ ਜਾਤੀ ਤੌਰ ਦੇ ਉੱਤੇ ਇਹ ਕਰਦਾ ਔਰ ਕਰ ਰਿਹਾ ਜੀ। ਇਹ ਬੱਚਾ ਹੈਗਾ ਆ, ਉਹ ਲਾਇਸੈਂਸ ਲਵੇ ਚਾਹੇ ਨਾ ਲਵੇ, ਅਸੀਂ ਇਹ ਨਹੀਂ ਕਹਿੰਦੇ ਲਵੇ, ਪਰ 12 ਸਾਲ ਦਾ ਬੱਚਾ ਕੈਨੇਡਾ 'ਚ RCMP ਨੂੰ ਅਲਾਉਡ ਕਰਦੀ ਹੈ ਗਨ ਲਾਇਸੈਂਸ ਲੈਣਾ। ਉਹ ਆ ਕੇ ਬੈਠੇ ਨਾ, ਉਹ ਗੰਨਾਂ ਦੇ ਨਾਲ ਉਹਦੀ ਸੋਚਣੀ ਬਿਲਕੁਲ ਬਦਲੇਗੀ। ਮੇਰੇ ਨਾਲ ਕੁਛ ਏਦਾਂ ਵੀ ਹੋਇਆ, ਮੇਰਾ ਇੱਕ ਦੋਸਤ ਸੀਗਾ, ਉਹਦਾ ਭਾਣਜਾ ਸੀ, ਕਹਿੰਦਾ ਪੁੱਠੇ ਰਾਹੀਂ ਪੈ ਰਿਹਾ। ਉਹ ਸਾਨੂੰ ਪਤਾ ਲੱਗਾ ਚੋਰੀ ਸ਼ਸਤਰਾਂ ਨੂੰ ਵੀ ਹੱਥ ਲਾਉਂਦਾ। ਮੈਂ ਕਿਹਾ ਇਹਨੂੰ ਫਿਰ ਕਲਾਸ 'ਚ ਲੈ ਕੇ ਆ, ਆਪਾਂ ਸਾਰਾ ਕੁਛ ਠੀਕ ਕਰ ਦਾਂਗੇ। ਉਹ ਕਲਾਸ 'ਚ ਬੈਠਾ ਜੀ 2 ਦਿਨ, ਉਹ ਤੋਂ ਬਾਅਦ ਦੇ ਵਿੱਚ ਉਹ ਟਾਰਗੇਟ ਸ਼ੂਟਰ ਬਣ ਗਿਆ। ਉਹ ਲੋਕਾਂ ਨੂੰ ਟੀਚ ਕਰਨ ਲੱਗ ਪਿਆ। ਕਹਿੰਦਾ ਨਹੀਂ, ਕਹਿੰਦਾ ਲੜਾਈ ਵਾਲੀ ਚੀਜ਼ ਥੋੜੋ ਆ, ਇਹ ਤਾਂ ਹੌਬੀ ਆ, ਜਿੱਦਾਂ ਹਾਕੀ ਸਟਿਕ ਆ, ਬੇਸਬਾਲ ਆ, ਬੈਟ ਆ, ਉਸੇ ਤਰੀਕੇ ਨਾਲ ਕਹਿੰਦਾ ਇਹ ਚੀਜ਼ ਇਹ ਵੀ ਓਲੰਪਿਕ 'ਚ ਖੇਲੀ ਜਾਂਦੀ ਆ। ਕਹਿੰਦਾ ਇਹਨਾਂ ਖੇਲੋ ਟੱਬਰ ਦੇ ਨਾਲ। ਹੁਣ ਦੇਖੋ ਜਦੋਂ ਕੋਵਿਡ ਚੱਲਿਆ, ਮੈਂ ਖੁਦ ਹੈਰਾਨ ਹੁੰਦਾ ਵੀ ਕਲਾਸ ਦੇ ਵਿੱਚ ਆਪਣੀ ਕਮਿਊਨਿਟੀ ਦੇ ਵਿੱਚੋਂ ਬਾਪ ਆ ਜਾਏਗਾ ਕਲਾਸ ਅਟੈਂਡ ਕਰਨ ਗਨ ਲਾਇਸੈਂਸ ਲੈਣ ਲਈ, ਉਹਨਾਂ ਦੀ ਵਾਈਫ ਆ ਜਾਊ, ਉਹਨਾਂ ਦੀ ਬੱਚੀ ਆ ਜਾਊ, ਉਹਨਾਂ ਦਾ ਲੜਕਾ ਆ ਜਾਊਗਾ, ਸਾਰਾ ਟੱਬਰ ਆ ਜਾਂਦਾ ਕਲਾਸ ਦੇ ਵਿੱਚ। ਕਹਿੰਦੇ ਤਾਂ ਸਪੋਰਟ ਬਹੁਤ ਵਧੀਆ, ਅਸੀਂ ਇਕੱਠੇ ਹੋ ਕੇ ਜੰਗਲ ਜਾ ਕੇ ਇਹ ਸਪੋਰਟ ਨੂੰ ਇੰਜੋਏ ਕਰਾਂਗੇ, ਅਸੀਂ ਇਕੱਠੇ ਹੋ ਕੇ ਸ਼ੂਟਿੰਗ ਰੇਂਜ ਕਰਾਂਗੇ। ਸੋ ਸੋਚਣੀ ਦੀ ਗੱਲ ਹੈਗੀ ਹੈ, ਅਸੀਂ ਇਹਨੂੰ ਸੋਚਦੇ ਕੀ ਆ ਜੇ ਇੱਕੋ ਪੱਖ ਸੋਚੀਏ ਹਥਿਆਰ ਬਹੁਤ ਮਾੜਾ ਬਹੁਤ ਮਾੜਾ, ਤੇ ਪੁਲਿਸ ਨੇ ਕਾਹਦੇ ਆਪਣੀ ਲੱਭ ਦੇ ਨਾਲ ਟੰਗਿਆ ਆ, ਆਰਮੀ ਨੂੰ ਅਸੀਂ ਕਾਹਤੇ ਜੰਨੇ ਜੇ ਇੰਨੀ ਮਾੜੀ ਚੀਜ਼ ਆ। ਥਾਂ ਆ ਦੇਖਣੀ ਵੀ ਕਿਹੜੀ ਥਾਂ ਤੇ ਕਿਸ ਤਰੀਕੇ ਨਾਲ ਵਰਤਣਾ। ਸਾਡੀ ਵਰਤੋਂ ਸਿਰਫ ਸਪੋਰਟਸ ਦੇ ਲਈ ਹੈ, ਇੱਕੋ ਨਜ਼ਰੀਏ ਨਾਲ ਹੀ ਆ। ਲਾਇਸੈਂਸਾਂ ਦੀ ਵੰਨਗੀ ਕੀ ਹੈ ਤੇ ਲਾਇਸੈਂਸ ਹਥਿਆਰ ਜਿਹੜੇ ਨੇ ਰਿਸਟ੍ਰਿਕਟਡ ਨਾਨ ਰਿਸਟ੍ਰਿਕਟਡ ਕਿਹੜੇ ਨੇ, ਉਹਨਾਂ ਦੀ ਕੈਰਿੰਗ ਕੀ ਹੈ, ਗਨ ਰੇਂਜ ਦੇ ਕੀ, ਸ਼ੂਟਿੰਗ ਰੇਂਜ ਦੇ ਗਨ ਰੇਂਜ ਦੇ ਕੀ ਲਾਅ ਨੇ, ਉਹਨਾਂ ਦੀ ਮੈਂਬਰਸ਼ਿਪ, ਕਿਹੜੀਆਂ ਗਨ ਰੇਂਜਸ ਵਧੀਆ ਨੇ ਆਲੇ ਦੁਆਲੇ ਜਿੱਥੇ ਅਸੀਂ ਜਾ ਸਕਦੇ ਹਾਂ, ਉਸ ਤੋਂ ਬਾਅਦ ਹੰਟਿੰਗ ਕੀ ਹੈ, ਇਹਦੇ ਬਾਰੇ ਰਾਜ ਸਾਹਿਬ ਨਾਲ ਇੱਕ ਵਪਾਰਕ ਸੰਦੇਸ਼ਾਂ ਤੋਂ ਬਾਅਦ ਆ ਕੇ ਹੁਣੇ ਗੱਲ ਕਰਦੇ ਹਾਂ। ਸੋ ਰਾਜਵੰਤ ਸਿੰਘ ਰਾਏ ਉੱਗੇ ਜਿਹੜੇ ਇੰਸਟਰਕਟਰ ਨੇ, ਹੰਟਰ ਨੇ, ਗਨ ਲਵਰ ਨੇ ਅਤੇ ਬਹੁਤ ਲੰਮੇ ਸਮੇਂ ਤੋਂ ਇੱਥੇ ਜਿਹੜਾ ਰਹਿ ਰਹੇ ਨੇ, ਅਤੇ ਪਹਿਲੇ ਸਿੱਖ ਸਰਦਾਰਾਂ ਦੇ ਵਿੱਚੋਂ ਨੇ ਜਿਨ੍ਹਾਂ ਨੇ ਇੱਥੇ ਦੇਸ਼ ਦੇ ਵਿੱਚ ਇਹ ਹਥਿਆਰ ਰੱਖਣੇ ਸ਼ੁਰੂ ਕੀਤੇ, ਹੰਟਿੰਗ 'ਤੇ ਗਏ, ਫਿਰ ਹੁਣ ਇੱਕ ਸਰਟੀਫਾਈਡ ਇੰਸਟਰਕਟਰ ਨੇ ਜਿਹੜੇ ਕੋਰਸ ਕਰਾਉਂਦੇ ਨੇ ਗਨ ਲਾਇਸੈਂਸ ਲਈ। ਉਹਨਾਂ ਨਾਲ ਗੱਲਬਾਤ ਅੱਗੇ ਕਰਾਂਗੇ ਕਿ ਲਾਇਸੈਂਸਿੰਗ ਕਿਹੋ ਜਿਹੀ ਹੈ, ਕੈਰਿੰਗ ਕੀ ਹੈ, ਕਿੰਨੀਆਂ ਗੰਨਾਂ ਖਰੀਦ ਸਕਦੇ ਹੋ, ਟਾਰਗੇਟ ਸ਼ੂਟਿੰਗ ਵਗੈਰਾ 'ਤੇ ਗੱਲ ਚੱਲਦੀ ਹੈ। ਸੁੱਚਾ ਸਿੰਘ ਥਿੰਦ ਹੋਣੀ ਜਾਣਕਾਰੀ ਦਿੰਦੇ ਨੇ ਗ੍ਰੀਨ ਟੈਕ ਫਰਟੀਲਾਈਜ਼ਰ ਤੋਂ। ਤੁਸੀਂ ਫਰਟੀਲਾਈਜ਼ਰਸ ਇਹਨਾਂ ਤੋਂ ਤੁਸੀਂ ਰਿਓ ਅਤੇ ਸਪਰੇਆਂ ਲੈ ਸਕਦੇ ਹੋ। ਜੇ ਤੁਸੀਂ ਫਾਰਮਿੰਗ ਕਰ ਰਹੇ ਹੋ, ਤੁਹਾਡੀ ਫਾਰਮ 'ਤੇ ਆ ਕੇ ਸਮਝਾ ਦੇਣਗੇ ਵੀ ਜ਼ਮੀਨ ਨੂੰ, ਧਰਤੀ ਨੂੰ ਕਿਸ ਚੀਜ਼ ਦੀ ਹੁਣ ਜ਼ਰੂਰਤ ਹੈ, ਕਿੱਥੇ ਕਮੀ ਹੈ। 604 230 87 76 ਗ੍ਰੀਨ ਟੈਕ ਫਰਟੀਲਾਈਜ਼ਰਸ, ਹਰ ਕਿਸਮ ਦੇ ਰਿਓ ਫਰਟੀਲਾਈਜ਼ਰ, ਹਰ ਕਿਸਮ ਦਾ ਲਿਕਵਿਡ, ਅਤੇ ਉਸ ਤੋਂ ਬਾਅਦ ਸੁੱਕਾ ਜਿਹੜਾ ਗ੍ਰੈਨੂਲਰ ਆ ਅਤੇ ਪਾਣੀ 'ਚ ਘੁਲਣਸ਼ੀਲ ਗ੍ਰੀਨ ਟੈਕ ਫਰਟੀਲਾਈਜ਼ਰਸ। ਕੈਪੀਟਲ ਟਾਇਲ ਅਤੇ ਸਟੋਨ, ਜਿਨ੍ਹਾਂ ਨੂੰ ਵਰਕਰਾਂ ਦੀ ਜ਼ਰੂਰਤ ਹੈ, $21 ਘੰਟੇ ਦੇ ਦੇਣਗੇ। 604 598 1610 115 ਨੰਬਰ ਯੂਨਿਟ 83 81 128 ਸਟਰੀਟ ਸਰੀ 'ਚ। ਸਰੀ ਦੀ ਮਸ਼ਹੂਰ ਕੰਪਨੀ ਕੈਪੀਟਲ ਟਾਇਲ ਅਤੇ ਸਟੋਨ, ਇਹਨਾਂ ਨੂੰ ਵਰਕਰਾਂ ਦੀ ਜ਼ਰੂਰਤ ਹੈ। ਪੈਂਟਿੰਗਟਨ ਦੇ ਵਿੱਚ ਇੱਕ ਆਪਣੇ ਮੋਟਲ ਦੇ ਵਿੱਚ ਫਰੰਟ ਡੈਸਕ 'ਤੇ ਕੰਮ ਕਰਨ ਵਾਲੇ ਵਰਕਰ ਦੀ ਜ਼ਰੂਰਤ ਆ। ਪਰਿਵਾਰ ਨਾਲ ਵੀ ਰਹਿ ਸਕਦੇ ਹੋ, ਇਕੱਲੇ ਵੀ ਰਹਿ ਸਕਦੇ ਹੋ। ਸੁੱਖੀ ਨਾਲ 778 931 2007 'ਤੇ ਤੁਸੀਂ ਗੱਲਬਾਤ ਕਰਿਓ, 778 931 2007। ਅੱਛਾ ਰਾਏ ਸਾਹਿਬ, ਲਾਇਸੈਂਸ ਕਿੰਨੇ ਕਿਸਮ ਦੇ ਨੇ ਜੀ ਜਿਹੜੇ ਹਥਿਆਰਾਂ ਦੇ ਨੇ ਇੱਥੇ, ਅਤੇ ਉਹਦਾ ਕੋਰਸ, ਅਤੇ ਉਹਦੇ ਬਾਅਦ ਫਿਰ ਗਨਜ਼ ਜਦ ਖਰੀਦਣੀਆਂ ਨੇ ਉਹਦੇ 'ਤੇ ਵੀ ਤੁਸੀਂ ਉਹ ਹਰ ਇੱਕ ਨੂੰ ਆਪਣੇ ਸ਼ੌਕ ਨਾਲ, ਜਾਂ ਕੋਈ ਉਹਦਾ ਮਾਪਦੰਡ ਹੈ, ਕੋਈ ਬੇਸ ਲਾਈਨ ਆ ਕਿ ਆਹ ਹਥਿਆਰ ਰੱਖਣੇ ਨੇ, ਆਹ ਨਹੀਂ ਰੱਖਣੇ, ਇਹਦੇ ਬਾਰੇ ਸਮਝਾਓ ਜੀ।
ਹਾਂਜੀ, ਇੱਕ ਤਾਂ ਇੱਕ ਕੁਐਸਚਨ ਬੜਾ ਜ਼ਰੂਰੀ ਹੈ ਜੀ, ਮੇਰੇ ਖਿਆਲ ਹਰੇਕ ਵਾਰੀ ਕਰ ਲੈਣਾ ਚਾਹੀਦਾ। ਬੜੀ ਦੇਰ ਤੋਂ ਤੁਸੀਂ ਮੈਨੂੰ ਰੇਡੀਓ ਸਟੇਸ਼ਨ ਤੇ ਮੌਕਾ ਦਿੰਦੇ ਆ ਸਰੋਤਿਆਂ ਨਾਲ ਰੂਬਰੂ ਹੋਣ ਦਾ, ਔਰ ਅਕਸਰ ਇਹੋ ਸੋਚਣੀ ਹੈਗੀ ਲੋਕਾਂ ਦੀ ਵੀ ਕੈਨੇਡਾ ਦੇ ਵਿੱਚ ਆਪਾਂ ਗਨ ਲਾਇਸੈਂਸ ਨਹੀਂ ਲੈ ਸਕਦੇ, ਗਨ ਨਹੀਂ ਲੈ ਸਕਦੇ ਔਰ ਸ਼ਿਕਾਰ ਵੀ ਨਹੀਂ ਕਰ ਸਕਦੇ। ਕਈ ਵਾਰੀ ਇਸ ਭੁਲੇਖੇ 'ਚ ਇੱਕ ਵੱਡੀ ਗਲਤੀ ਹੁੰਦੀ ਵੀ ਜੇ ਕਾਨੂੰਨੀ ਤੌਰ ਤੇ ਗਨ ਨਹੀਂ ਲੈ ਸਕਦੇ ਤਾਂ ਗੈਰ ਕਾਨੂੰਨੀ ਲੈ ਲਓ। ਇਹ ਇੱਕ ਬੜੀ ਵੱਡੀ ਗਲਤੀ ਆ, ਇਹ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਦੇਸ਼ ਦੇ ਵਿੱਚ ਆਜ਼ਾਦੀ ਬਹੁਤ ਹੈਗੀ ਆ। ਗਨ ਲਾਇਸੈਂਸ ਇੱਥੇ ਬੜੇ ਸੌਖੇ ਤਰੀਕੇ ਨਾਲ ਮਿਲ ਜਾਂਦਾ। 2 ਦਿਨ ਦੀ ਕਲਾਸ ਹੁੰਦੀ ਜਿਹੜੀਆਂ ਅਸੀਂ ਪੜ੍ਹਾਉਂਦੇ ਹਾਂ, ਉਹ ਕਲਾਸ ਪਾਸ ਕਰਕੇ ਤੁਸੀਂ ਐਪਲੀਕੇਸ਼ਨ RCMP ਨੂੰ ਭੇਜਦੇ ਆ ਤਾਂ ਤੁਹਾਨੂੰ ਉਹ ਗਨ ਲਾਇਸੈਂਸ ਦੇ ਦਿੰਦੇ ਆ। ਸੋ ਗਨ ਲਾਇਸੈਂਸ ਜਿਹੜਾ ਆ ਇਹ ਫੈਡਰਲ ਗੌਰਮੈਂਟ ਦੇ ਅੰਡਰ, RCMP ਦੇ ਅੰਡਰ। ਸੋ ਇਹ ਜਿਹੜਾ ਗਨ ਲਾਇਸੈਂਸ ਹੋਣਾ ਉਹ ਸਾਰੇ ਕੈਨੇਡਾ 'ਚ ਇੱਕੋ ਹੀ ਹੋਣਾ, ਸਾਰੇ ਕੈਨੇਡਾ 'ਚ ਚੱਲਣਾ। ਉਹਦੇ 2 ਹਿੱਸੇ ਬਣਾਏ ਹੋਏ ਇਹਨਾਂ ਨੇ। ਇੱਕ ਨੂੰ ਕਹਿ ਦਿੰਦੇ ਆ ਨੋਨ ਰਿਸਟ੍ਰਿਕਟਡ ਕਲਾਸ, ਅੱਛਾ ਜੀ, ਆਪਾਂ ਜਿਹਨਾਂ ਨੂੰ ਲੌਂਗ ਬੈਰਲ ਕਹਿ ਦਿੰਦੇ ਆ, ਸਪੋਰਟਿੰਗ ਗਨਸ, ਰਾਈਫਲਸ ਐਂਡ ਸ਼ਾਟ ਗਨ, ਜਿਹਨਾਂ ਦੇ ਨਾਲ ਆਪਾਂ ਹੰਟਿੰਗ ਕਰਦੇ ਆ ਜਾਂ ਟ੍ਰੈਪ ਸ਼ੂਟਿੰਗ ਜਾਂ ਸਕੀਡ ਸ਼ੂਟਿੰਗ ਜਾਂ ਕੰਪੀਟੀਸ਼ਨ ਵਗੈਰਾ 'ਚ ਜਾਂਦੇ ਆ। ਇਹ ਨੋਨ ਰਿਸਟ੍ਰਿਕਟਡ ਕਲਾਸ ਦੀਆਂ ਗਨ ਹੈਗੀਆਂ ਜੀ। ਦੂਜੀ ਕਲਾਸ ਇਹਨਾਂ ਨੇ ਬਣਾਈ ਹੈਗੀ ਰਿਸਟ੍ਰਿਕਟਡ ਕਲਾਸ। ਉਹਦੇ ਵਿੱਚ ਰਿਵਾਲਵਰ, ਪਿਸਟਲ ਜਾਂ ਕੁਛ ਅਸਾਲਟ ਰਾਈਫਲ ਜਿਹੜੀਆਂ ਹੈਗੀਆਂ, ਕੁਛ ਲੋਕਾਂ ਦਾ ਉਹ ਵੀ ਸ਼ੌਂਕ ਆ, ਉਹ ਆ ਜਾਂਦੀਆਂ ਹੈਗੀਆਂ। ਲਿਮਿਟ ਕੋਈ ਨਹੀਂ ਹੈਗੀ, ਤੁਸੀਂ ਜਿੰਨੀਆਂ ਮਰਜ਼ੀ ਲੈ ਲਓ। ਇਸੇ ਤਰੀਕੇ ਦੇ ਨਾਲ ਜੇ ਕੋਈ ਗਨ ਲਾਇਸੈਂਸ ਲੈ ਲੈਂਦਾ ਆ, ਉਹ ਗਨ ਨਹੀਂ ਲੈਣੀ ਚਾਹੁੰਦਾ, ਉਹ ਬੇਸ਼ੱਕ ਨਾ ਲਵੇ। ਜ਼ਰੂਰੀ ਨਹੀਂ ਹੈਗਾ ਵੀ ਗਨ ਲਾਇਸੈਂਸ ਲੈ ਕੇ ਗਨ ਲੈਣੀ ਜ਼ਰੂਰੀ ਆ। ਕੁਛ ਲੋਕ ਇਹਨੂੰ ਐਜੂਕੇਸ਼ਨ ਦੇ ਲਈ ਲੈਂਦੇ ਹੈਗੇ ਆ, ਕੋਈ ਜੋਬ ਲੈਣੀ ਹੁੰਦੀ ਉਹਨਾਂ ਨੇ, ਉਹਦੀ ਰਿਕੁਆਇਰਮੈਂਟ ਹੁੰਦੀ ਤਾਂ ਲੈਂਦੇ ਹੈਗੇ ਆ। ਇਹ 2 ਕਿਸਮ ਦੇ ਗਨ ਲਾਇਸੈਂਸ ਹੈਗੇ ਆ, ਆਸਾਨ ਹੈਗੇ ਆ। 2 ਦਿਨ ਦੀ ਕਲਾਸ ਹੁੰਦੀ ਹੈਗੀ ਆ। ਜਿਹੜਾ ਹੰਟਿੰਗ ਦਾ ਲਾਇਸੈਂਸ ਹੈਗਾ ਆ ਉਹ ਪ੍ਰੋਵਿੰਸ਼ੀਅਲ ਆ। ਜੇ ਤੁਸੀਂ BC ਦੇ ਵਿੱਚ ਆ ਤਾਂ ਫਿਰ BC ਦਾ ਲੈਣਾ, ਜੇ ਤੁਸੀਂ ਅਲਬਰਟਾ 'ਚ ਆ ਜਾਂ ਕਿਸੇ ਹੋਰ ਪ੍ਰੋਵਿੰਸ 'ਚ ਆ ਉਹਨਾਂ ਦੇ ਹਿਸਾਬ ਨਾਲ ਤੁਸੀਂ ਉਹਨਾਂ ਦਾ ਹੰਟਿੰਗ ਲਾਇਸੈਂਸ ਲੈਣਾ। ਸੋ ਦੋਨਾਂ ਦੇ ਵਿੱਚ ਕਾਫੀ ਜ਼ਿਆਦਾ ਆਜ਼ਾਦੀ ਆ, ਆਪਾਂ ਨੂੰ ਇਹ ਲੈਣੀਆਂ ਚੀਜ਼ਾਂ ਅਲਾਊਡ ਹੈਗੀਆਂ ਆ। ਇਸੇ ਤਰੀਕ ਨੂੰ ਫੋਲੋ ਕਰਕੇ ਇਹ ਲੈਣੀਆਂ ਚਾਹੀਦੀਆਂ। ਅੱਛਾ ਸਰਦਾਰ ਸਾਹਿਬ, ਕੈਰਿੰਗ ਦਾ ਦੱਸੋ ਜੀ। ਇਹ ਬਹੁਤ ਸਾਡੇ ਮਨ 'ਚ ਪੰਜਾਬੀ ਮਨ 'ਚ, ਉਹ ਕਹਿੰਦਾ ਜੇ ਚੱਕ ਹੀ ਨਾ ਸਕੀਏ ਤਾਂ ਹਥਿਆਰ ਦੀ ਲੋੜ ਹੀ ਕੀ ਆ, ਕਿਉਂਕਿ ਸਾਡਾ ਮਾਈਂਡ ਸੈੱਟ ਹੈ। ਖੈਰ ਪੜ੍ਹਨ ਤੋਂ ਬਾਅਦ ਅਸੀਂ ਆ ਜਾਂਦੇ ਹਾਂ ਸੈੱਟ ਵੀ, ਨਹੀਂ ਯਾਰ ਇਹ ਹੌਬੀ ਹੈ, ਟਾਰਗੇਟ ਸ਼ੂਟਿੰਗ 'ਤੇ ਜਾਣਾ, ਸਕੀਡ ਸ਼ੂਟਿੰਗ 'ਤੇ ਜਾਣਾ, ਹੰਟਿੰਗ 'ਤੇ ਜਾਣਾ, ਇਹ ਚੀਜ਼ਾਂ ਅਲੱਗ ਨੇ। ਕੈਰਿੰਗ ਜਿਹੜਾ ਹੈ ਦੋਨੇ ਕਿਸਮ ਦੇ ਗਨਸ ਦਾ, ਰਿਸਟ੍ਰਿਕਟਡ ਤੇ ਨਾਨ ਰਿਸਟ੍ਰਿਕਟਡ ਦਾ, ਉਹਦਾ ਲਾਅ ਕੀ ਹੈ ਜੀ? ਜਿਹੜਾ ਕੈਰੀ ਦਾ ਜੀ, ਇਹ ਅਕਸਰ ਇਹ ਗੱਲ ਚੱਲਦੀ ਹੈ ਵੀ ਕੈਰੀ, ਦੇਖੋ ਆਪਾਂ ਬਹੁਤ ਸੋਹਣੇ ਸੇਫ ਦੇਸ਼ ਵਿੱਚ ਰਹਿੰਦੇ ਆ, ਸਾਨੂੰ ਕੋਈ ਲੋੜ ਨਹੀਂ ਹੈਗੀ ਆਪਾਂ ਸ਼ਸਤਰ ਚੱਕ ਕੇ ਤੁਰੇ ਫਿਰੀਏ ਸ਼ਹਿਰ ਦੇ ਵਿੱਚ। ਇਹੋ ਹੀ ਹੁਣ ਦੇਖੋ ਉਹ ਇੱਕ ਹਾਦਸਾ ਹੋਇਆ ਟੋਰਾਂਟੋ ਦੇ ਵਿੱਚ, ਉਹਦੇ ਬਾਰੇ ਵੀ ਜ਼ਰੂਰ ਆਪਾਂ 1 ਮਿੰਟ ਗੱਲ ਕਰਾਂਗੇ। ਇਹੋ ਲੋੜ ਨਹੀਂ ਸਾਨੂੰ ਹੈਗੀ। ਮੈਂ ਇਹੋ ਕਰਕੇ ਕਹਿੰਦਾ ਹੁਣ ਆਮ ਤੌਰ ਤੇ ਜਦੋਂ ਮੈਂ ਕਲਾਸ ਨੂੰ ਕਹਿੰਦਾ ਹੁੰਦਾ ਸਾਡਾ ਮਾਈਂਡ ਚੇਂਜ ਕਰੂੰਗਾ, ਜੇ ਤਾਂ ਤੁਸੀਂ ਉੱਦਾਂ ਹੀ ਗਨ ਲੈ ਕੇ ਘਰ ਰੱਖਣੀ, ਕੁਛ ਵੀ ਨਹੀਂ ਉਹਦਾ ਕਰਨਾ, ਫਿਰ ਤਾਂ ਕੋਈ ਫਾਇਦਾ ਨਹੀਂ। ਜੇ ਤੁਸੀਂ ਐਜ਼ ਏ ਸਪੋਰਟ ਉਹਨੂੰ ਬਾਹਰ ਵਰਤਣਾ ਹੈਗਾ ਫਿਰ ਤੁਸੀਂ ਜ਼ਰੂਰ ਲਾਓ। ਜੇ ਲੈਣੇ ਆ ਤਾਂ ਸ਼ੂਟਿੰਗ ਰੇਂਜ ਵਿੱਚ ਜ਼ਰੂਰ ਜਾਓ। ਸੋ ਕੈਰੀ ਦਾ ਜਿਹੜਾ ਹੈਗਾ ਆ 2 ਕਲਾਸਿਸ ਹੈਗੀਆਂ ਆ। ਜਿਹੜੀਆਂ ਨਾਨ ਰਿਸਟ੍ਰਿਕਟਡ ਕਲਾਸ ਆ ਉਹਨੂੰ ਆਪਾਂ ਆਲਵੇਜ਼ ਕੈਰੀ ਕਰ ਸਕਦੇ ਹਾਂ। ਇੱਦਾਂ ਨਹੀਂ ਵੀ ਆਪਾਂ ਨੂੰ ਬੈਲਟ ਨਾਲ ਲਾ ਲਈਏ, ਅੱਛਾ ਜੀ, ਪਰ ਉੱਦਾਂ ਆਪਾਂ ਆਪਣੀ ਕਾਰ ਦੇ ਵਿੱਚ, ਟਰੰਕ ਦੇ ਵਿੱਚ ਉਹ ਗਨ ਨੂੰ ਲੈ ਕੇ ਆਲ ਅਕ੍ਰੋਸ ਕੈਨੇਡਾ, ਉਹਦੇ ਉੱਤੇ ਕੋਈ ਹੋਰ ਰਿਸਟ੍ਰਿਕਸ਼ਨ ਨਹੀਂ ਹੈਗੀ, ਆਪਾਂ ਇਹਨੂੰ ਕੈਰੀ ਕਰ ਸਕਦੇ ਹਾਂ। ਅੱਛਾ ਜੀ। ਜਿਹੜਾ ਹੈਗਾ ਰਿਸਟ੍ਰਿਕਟਡ ਕਲਾਸ, ਇਹ ਸਾਨੂੰ ਦਿੱਤੀ ਜਾਂਦੀ ਹੈ ਟਾਰਗੇਟ ਸ਼ੂਟਿੰਗ ਲਈ ਇਕੱਲਾ ਹੀ, ਟੂ ਐਂਡ ਫਰੋਮ ਅਪਰੂਵਡ ਸ਼ੂਟਿੰਗ ਰੇਂਜ। ਅੱਛਾ ਜੀ। ਉਹਨੂੰ ਆਪਾਂ ਇੱਥੇ ਕਾਫੀ ਜ਼ਿਆਦੀਆਂ ਆਊਟਡੋਰ ਪਬਲਿਕ ਰੇਂਜਸ ਹੈਗੀਆਂ, ਜਿਹੜਾ ਤੁਸੀਂ ਪਹਿਲਾਂ ਵੀ ਗੱਲ ਕਰਦੇ ਸੀ। 2 ਪ੍ਰਾਈਵੇਟਲੀ ਓਨਡ ਇਨਡੋਰ ਹੈਗੀਆਂ। ਜਿਹੜੀ ਇਨਡੋਰ ਆ ਉਹ ਮੈਂ ਰੈਕਮੈਂਡ ਨਹੀਂ ਕਰਦਾ, ਬਹੁਤ ਥੋੜੀ ਜਗ੍ਹਾ ਹੁੰਦੀ ਆ, ਖਰਚਾ ਬੜਾ ਉੱਥੇ ਆਉਂਦਾ। ਅੱਛਾ ਜੀ। ਜਿਹੜੀਆਂ ਹੈਗੀਆਂ ਆਊਟਡੋਰ ਪ੍ਰਾਈਵੇਟ ਪਬਲਿਕ ਹੈਗੀਆਂ ਜਿਹੜੀਆਂ, ਉਹਨਾਂ ਦੇ ਸਾਰੇ 1 ਸਾਲ ਦੀ ਮੈਂਬਰਸ਼ਿਪ ਕੋਈ ਅੰਦਾਜ਼ਨ $200 ਹੁੰਦੀ ਆ। ਅੱਛਾ ਜੀ। ਉੱਥੇ ਜਿੰਨੀ ਵਾਰੀ ਮਰਜ਼ੀ ਜਾਵੋ। ਮੈਂ ਪਿਛਲੇ ਹਫ਼ਤੇ ਵੀ ਗਿਆ ਸੀ, ਅੱਜ ਹੁਣ ਇੰਟਰਵਿਊ ਤੋਂ ਬਾਅਦ ਫਿਰ ਉੱਧਰ ਦੀ ਤਿਆਰੀ ਆ ਮਿਸ਼ਨ ਸ਼ੂਟਿੰਗ ਰੇਂਜ ਜਾਣ ਦੀ। ਉੱਥੇ ਜਾ ਕੇ ਤੁਸੀਂ ਜਿੰਨਾ ਮਰਜ਼ੀ ਇੰਜੋਏ ਕਰੋ, ਰਾਈਫਲ ਸ਼ੂਟਿੰਗ ਕਰੋ, ਰਿਵਾਲਵਰ, ਪਿਸਟਲ ਸ਼ੂਟ ਕਰੋ। ਲੋਕਾਂ ਨੂੰ ਅੱਜ ਕੱਲ੍ਹ ਤੀਰ ਕਮਾਨ ਦਾ ਵੀ ਨਵਾਂ ਸ਼ੌਂਕ ਜਿਹੜਾ ਉਹ ਵੱਧ ਰਿਹਾ, ਉਹ ਕਰੋ। ਇਹ ਸਾਰੀਆਂ ਤੁਸੀਂ ਸ਼ੂਟ ਕਰ ਸਕਦੇ ਆ। ਆਪਾਂ ਹਰ ਵੇਲੇ ਰਿਵਾਲਵਰ, ਪਿਸਟਲ ਨੂੰ ਕਾਰ 'ਚ ਰੱਖ ਕੇ ਨਹੀਂ ਫਿਰ ਸਕਦੇ, ਲੋਡਡ ਨਹੀਂ ਰੱਖ ਸਕਦੇ। ਉਹਨੂੰ ਸਿਰਫ ਆਪਾਂ ਜਿਸ ਕੰਮ ਲਈ ਸਾਨੂੰ ਦਿੱਤਾ ਗਿਆ ਆ ਵੀ ਤੁਸੀਂ ਸ਼ੂਟਿੰਗ ਰੇਂਜ ਤੇ ਚੱਲ ਜਾਓ, ਕੰਪੀਟੀਸ਼ਨ ਤੇ ਚੱਲ ਜਾਓ, ਉਹੀ ਕੰਮ ਲਈ ਆਪਾਂ ਵਰਤ ਸਕਦੇ ਹਾਂ। ਨਾਨ ਰਿਸਟ੍ਰਿਕਟਡ ਕਲਾਸ ਦੇ ਉੱਤੇ ਉਹ ਰਿਸਟ੍ਰਿਕਸ਼ਨ ਨਹੀਂ ਹੈਗੀ। ਅੱਛਾ, ਇੱਕ ਆ ਵੀ ਤੁਸੀਂ ਗੱਲ ਮੰਨ ਲਓ ਟਰੈਵਲਿੰਗ ਕਰ ਰਹੇ ਹੋ ਤੁਸੀਂ, ਇੱਥੋਂ ਤੁਸੀਂ ontario ਦੇ ਲਈ ਇੱਕ
ਮੋਟਰਸਾਈਕਲ ਤੇ ਜਾਣਾ ਜਾਂ ਕਾਰ 'ਚ ਜਾਣਾ, ਟੱਬਰ ਨਾਲ ਜਾਣਾ। ਉਹ ਕਹਿੰਦਾ ਰਾਹ 'ਚ ਕਿਤੇ ਯਾਰ ਸ਼ੂਟਿੰਗ ਰੇਂਜ ਹੋਈ, ਉੱਥੇ ਵੀ ਮੇਰਾ ਜੀਅ ਕਰਦਾ। ਸੋ ਉਸ ਸਮੇਂ ਇਹ ਦੋਨੇ ਕਲਾਸਿਸ ਕਿਵੇਂ, ਮੰਨ ਲਓ ਵੀ ਮੈਂ ਟੋਰਾਂਟੋ ਨੂੰ ਜਾਣਾ, ਉਹਦੇ ਵਿੱਚ ਮੇਰੇ ਕੋਲ ਰਿਸਟ੍ਰਿਕਟਡ ਨਾਨ ਰਿਸਟ੍ਰਿਕਟਡ ਦੋਨੇ ਹੀ ਵੈਪਨ ਨੇ, ਅਤੇ ਮੈਂ ਨਾਲ ਲੈ ਕੇ ਜਾਣਾ ਚਾਹੁੰਦਾ ਬਾਈ ਰੋਡ, ਉਹਦੇ ਲਈ ਕੀ ਲਾਅ ਹੈ ਜੀ? ਜਿਹੜਾ ਤਾਂ ਨਾਨ ਰਿਸਟ੍ਰਿਕਟਡ ਕਲਾਸ ਹੈ ਰਾਈਫਲ ਜਾਂ ਸ਼ਾਟਗਨ, ਉਹਦੇ ਲਈ ਤਾਂ ਕੋਈ ਲਾਅ ਨਹੀਂ ਸਪੈਸ਼ਲ ਹੈਗਾ। ਉਹਨੂੰ ਤੁਸੀਂ ਆਪਣੀ ਕਾਰ 'ਚ ਰੱਖ ਲਓ, ਪਰਿਵਾਰ ਦੇ ਨਾਲ ਜਾਂ ਦੋਸਤਾਂ ਨਾਲ ਜਾਂਦੇ ਆ, ਸਾਰੇ ਕੈਨੇਡਾ 'ਚ ਬੇਸ਼ੱਕ ਘੁੰਮੀ ਜਾਓ, ਤੁਸੀਂ ਉਹਨੂੰ ਅਨਲੋਡਡ ਕਰਕੇ ਤੇ ਉਹਨੂੰ ਤੁਸੀਂ ਏਦਾਂ ਲਿਜਾ ਸਕਦੇ ਆ। ਪਰ ਜੇ ਤੁਸੀਂ ਕਹਿੰਦੇ ਰਿਸਟ੍ਰਿਕਟਡ ਲੈ ਕੇ ਜਾਣੇ ਆ, ਇਹ ਤੁਸੀਂ ਜੇ ਤਾਂ BC ਦੇ ਵਿੱਚ ਜਾਂਦੇ ਆ, ਫੇਰ ਤਾਂ ਤੁਸੀਂ ਇਹ ਕਹਿ ਸਕਦੇ ਚਲੋ ਕਲੋਨਾ ਚੱਲਦੇ ਆ ਪਰਿਵਾਰ ਨਾਲ, ਉੱਥੇ ਰਿਸ਼ਤੇਦਾਰਾਂ ਦੇ ਕੋਲ ਜਾਂ ਮੋਟਲ ਹੋਟਲ ਚਲਾਵਾਂਗੇ, ਪਰ ਨਾਲੇ ਉੱਥੇ ਇੱਕ ਬੜੀ ਸੋਹਣੀ ਸ਼ੂਟਿੰਗ ਰੇਂਜ ਬਣੀ ਹੋ ਹੈਗੀ, ਉੱਥੇ ਅਸੀਂ ਸ਼ੂਟਿੰਗ ਵੀ ਕਰਾਂਗੇ। ਇਹ ਅਲਾਊਡ ਆ, ਆਪਾਂ ਨੂੰ ਇਦਾਂ ਕਰ ਸਕਦੇ ਹਾਂ। ਸੋ ਉਹਦੀ ਮੈਂਬਰਸ਼ਿਪ ਹੋਣੀ ਜ਼ਰੂਰਤ ਹੈ ਕਲੋਨੇ? ਨਹੀਂ ਜੀ, ਜ਼ਰੂਰੀ ਨਹੀਂ। ਤੁਸੀਂ ਹੋਰ ਜਿਹੜੀਆਂ ਸ਼ੂਟਿੰਗ ਰੇਂਜਸ ਹੈਗੀਆਂ ਉੱਥੇ ਤੁਸੀਂ ਡੇ ਪਾਸ ਲੈ ਸਕਦੇ ਆ। ਹੁਣ ਮੇਰੇ ਨਾਲ ਵੀ ਜਿੰਨੇ ਨਵੇਂ ਬੰਦੇ ਜਾਂਦੇ ਆ, ਅਕਸਰ ਮੇਰੇ ਨਾਲ ਜਾਂਦੇ ਰਹਿੰਦੇ ਆ, ਉਹਨਾਂ ਨੂੰ ਮੈਂ ਕਹਿੰਦਾ ਹੁਣ ਤੁਸੀਂ ਹੁਣ ਡੇ ਪਾਸ ਲੈ ਲਓ, ਤਕਰੀਬਨ ਅੰਦਾਜ਼ਨ $15 ਇੱਕ ਦਿਨ ਦੇ ਲੈਂਦੇ ਆ ਉਹ ਡੇ ਹੁੰਦਾ ਉਹਦਾ। ਤੇ ਜੇ ਹੁਣ ਤੁਸੀਂ ਰਿਸਟ੍ਰਿਕਟਡ ਕਲਾਸ ਕਹਿੰਦੇ ਆ ਵੀ ਟੋਰਾਂਟੋ ਨੂੰ ਜਾਣਾ ਜਾਂ BC ਤੋਂ ਬਾਹਰ ਜਾਣਾ ਆ, ਉਹਦੇ ਲਈ ਸਾਨੂੰ ਕੈਰੀ ਪਰਮਿਟ ਲੈਣਾ ਪੈਂਦਾ। ਉਹਨੂੰ ਕਹਿ ਦਿੰਦੇ ਆ ATT, ਆਥੋਰਾਈਜ਼ੇਸ਼ਨ ਟੂ ਟਰਾਂਸਪੋਰਟ। ਅੱਛਾ ਜੀ। ਫਿਰ ਆਪਾਂ ਨੂੰ ਜਿਹੜਾ ਇਹਨਾਂ ਦਾ ਫਾਇਰ ਆਰਮ ਸੈਂਟਰ ਹੈ ਨਾ RCMP ਦਾ, ਉਹਨਾਂ ਨੂੰ ਦੱਸਣਾ ਪਊ ਅਸੀਂ ਕਿਉਂ ਲੈ ਕੇ ਚੱਲੇ, ਸਾਡਾ ਪਰਪਸ ਕੀ ਹੈਗਾ, ਕਿਹੜੀ ਗੱਲ ਹੈਗੀ ਆ। ਉਹਨਾਂ ਦੇ ਕੋਲੋਂ ਆਪਾਂ ਨੂੰ ਪਰਮਿਟ ਲੈਣਾ ਪੈਣਾ ਹੈਗਾ। ਸੋ ਉਹਦੇ ਲਈ ਪਰਮਿਟ ਦੀ ਲੋੜ ਹੈਗੀ ਹੈ। ਜੇ BC ਤੋਂ ਬਾਹਰ ਜਾਂਦੇ ਆ ਤਾਂ ਇਹਦੇ ਲਈ ਲੋੜ ਨਹੀਂ ਹੈਗੀ, ਜਿਹੜੀ ਨਾਨ ਰੈਸਟ੍ਰਿਕਟਡ ਕਲਾਸ ਹੈ। ਰਾਏ ਸਾਹਿਬ, ਮੈਂ ਇੱਥੋਂ ਚੱਲ ਪਿਆ ਵੀ ਮੈਂ ਚਿਲਾਵੈਕ ਜਾਣਾ। ਚਿਲਾਵੈਕ ਮੇਰੇ ਮਨ ਦੇ ਵਿੱਚ ਆ ਵੀ ਚਿਲਾਵੈਕ ਦੇ ਨੇੜੇ ਤੁਸੀਂ ਲੈ ਕੇ ਗਏ ਸਾਂ ਇੱਕ ਵਾਰ ਐਬਸਪੋਰਟ ਤੋਂ ਬਾਹਰ, ਚਿਲਾਵੈਕ ਦੇ ਅੱਧ 'ਚ ਬਿਲਕੁਲ ਪਹਾੜਾਂ 'ਚ ਨੂੰ, ਅਤੇ ਉੱਥੇ ਮੈਂ ਜਾਣਾ। ਪਰ ਮੈਂ ਪਹਿਲਾਂ ਚਿਲਾਵੈਕ ਕੰਮ ਕਰਕੇ ਆਉਣਾ, ਬਾਅਦ 'ਚ ਆ ਕੇ ਉਸ ਰੇਂਜ 'ਤੇ ਆਉਣਾ, ਅਤੇ ਮੇਰੇ ਕੋਲ ਰਿਸਟ੍ਰਿਕਟਡ ਵੈਪਨ ਹੈ। ਚਿਲਾਵੈਕ ਵਾਲੀ ਉਹਦੀ ਮੈਂਬਰਸ਼ਿਪ ਮੇਰੇ ਕੋਲ ਹੈ ਨਹੀਂ, ਅਤੇ ਮੈਨੂੰ ਰਾਹ 'ਚ ਕਿਸੇ ਕਾਰਨ ਪੁਲਿਸ ਚੈੱਕ ਕਰਦੀ ਹੈ ਅਤੇ ਮੇਰੇ ਕੋਲੋਂ ਗਨ ਮਿਲ ਜਾਂਦੀ ਹੈ। ਮੈਂ ਉਹਨੂੰ ਦੱਸ ਦਿੰਦਾ ਮੇਰੇ ਕੋਲ ਰਿਸਟ੍ਰਿਕਟਡ ਵੈਪਨ ਹੈ, ਗੱਡੀ 'ਚ ਪਿਆ, ਲੌਕਡ ਹੈ, ਬਾਕਸ ਦੇ ਵਿੱਚ ਆ, ਪੂਰੀਆਂ ਸ਼ਰਤਾਂ। ਪੁਲਿਸ ਵਾਲਾ ਕੀ ਕਹੇਗਾ ਜੀ ਤੁਹਾਨੂੰ? ਪੁਲਿਸ ਵਾਲੇ ਤੁਹਾਨੂੰ ਇਹ ਕਹਿਣਗੇ ਜੀ ਵੀ ਜਿਹੜੇ ਤੁਹਾਡੇ ਰਿਸਟ੍ਰਿਕਟਡ ਕਲਾਸ ਫਾਇਰ ਹੈ, ਮੈਂ ਤੁਹਾਡੇ ਕੋਲ ਸਾਰਾ ਪਰਮਿਟ ਹੈਗੇ ਆ, ਲੌਕ ਹੈਗੇ ਆ, ਇਹਦਾ ਪਰਪਸ ਹੈਗਾ ਰੇਂਜ ਤੇ ਜਾਣ ਦਾ, ਟੂ ਐਂਡ ਫਰੋਮ, ਔਰ ਨਾਲ ਹੀ ਉਹ ਲਫ਼ਜ਼ ਇੱਕ ਵਰਤਦੇ ਆ ਡਾਇਰੈਕਟ ਰੂਟ ਪੋਸੀਬਲ। ਓਕੇ। ਤੁਸੀਂ ਪੁਲਿਸ ਨੂੰ ਦੱਸਣਾ ਨਹੀਂ ਹੈਗਾ, ਤੁਸੀਂ ਫੋਨ ਨਹੀਂ ਕਰਨਾ ਹੈਗਾ ਤੁਸੀਂ ਚੱਲੇ ਆ, ਫੋਨ ਕਰਕੇ ਨਹੀਂ ਜਾਣਾ ਹੈਗਾ। ਪਰ ਇੱਕ ਇਹ ਆਪਾਂ ਨੂੰ ਜਦ ਆਪਾਂ ਪੜ੍ਹ ਲਈ ਕਲਾਸ, ਉਹਦੇ ਵਿੱਚ ਆਪਾਂ ਪੜ੍ਹ ਲਿਆ ਤਾਂ ਆਪਾਂ ਨੂੰ ਕਾਨੂੰਨ ਦਾ ਪਤਾ ਲੱਗ ਗਿਆ। ਹੁਣ ਮਿਸਾਲ ਦੇ ਤੌਰ ਤੇ ਤੁਸੀਂ ਕਹਿੰਦੇ ਆ ਵੀ ਆਪਾਂ ਐਬਸਪੋਰਟ ਸ਼ੂਟਿੰਗ ਰੇਂਜ ਤੇ ਰਿਵਾਲਵਰ ਸ਼ੂਟ ਕੀਤਾ ਆ, ਹੁਣ ਆਪਾਂ ਕਰਦੇ ਹਾਂ ਪਰਿਵਾਰ ਨੂੰ ਲੈ ਕੇ ਚਿਲਾਵੈਕ, ਆਪਣਾ ਪਰਿਵਾਰ ਇੱਕ ਹੈਗਾ, ਦੋਸਤ ਹੈਗੇ, ਉੱਥੇ ਡਿਨਰ ਖਾ ਕੇ ਘਰ ਨੂੰ ਜਾਂਦੇ, ਉਹ ਅਲਾਊਡ ਨਹੀਂ ਹੈਗਾ। ਡਾਇਰੈਕਟ ਰੂਟ ਪੋਸੀਬਲ। ਅਤੇ ਇੱਕ ਐਮੋ ਮੈਨੂੰ ਦੱਸਿਓ, ਜਿਹੜੇ ਨਾਲ ਕਾਰਤੂਸ ਨੇ, ਐਮੋਨੀਸ਼ਨ ਹੈ, ਉਹ ਰਿਸਟ੍ਰਿਕਟਡ ਅਤੇ ਨਾਨ ਰਿਸਟ੍ਰਿਕਟਡ ਦਾ ਉਹਦੀ ਜਿਹੜੀ ਸਟੋਰੇਜ ਆ ਉਹ ਕਿੱਥੇ ਹੋਣੀ ਚਾਹੀਦੀ ਹੈ? ਉਹਦੇ ਜੀ ਸਟੋਰੇਜ ਜਿਹੜੀ ਹੈਗੀ ਆ ਨਾ, ਉਹਦੇ ਕੋਲ ਖਾਸ ਇੱਦਾਂ ਦਾ ਸਟ੍ਰਿਕਟ ਰੂਲ ਨਹੀਂ ਹੈਗਾ। ਜੇ ਤਾਂ ਘਰ 'ਚ ਰੱਖਣਾ ਆ ਤਾਂ ਉਹ ਕਹਿੰਦੇ ਘਰ 'ਚ ਰੱਖੋ, ਆਊਟ ਆਫ ਚਿਲਡਰਨਜ਼ ਰੀਚ, ਬੱਚਿਆਂ ਦੇ ਹੱਥ ਨਾਲ। ਉਹ ਆਪਾਂ ਨੂੰ ਸਮਝ ਆਪਣੀ ਕਾਮਨ ਸੈਂਸ ਦੀ ਗੱਲ ਆ, ਤੇ ਬੱਚੇ ਕਿਤੇ ਉਹਦਾ ਨਾਲ ਕੋਈ ਹਾਦਸਾ ਨਾ ਕਰ ਲੈਣ। ਉਹ ਕਿੰਨਾ ਕੁ ਹਥਿਆਰ ਤੁਸੀਂ ਆਪਣੀ ਐਮੂਨੀਸ਼ਨ ਕਿੰਨਾ ਕੁ ਰੱਖ ਸਕਦੇ ਹੋ, ਉਹਦੀ ਕੋਈ ਲਿਮਿਟ ਨਹੀਂ ਹੈਗੀ। ਜਿੱਦਾਂ ਤੁਹਾਨੂੰ ਪਤਾ ਹੀ ਹੈਗਾ ਵੀ ਜਿਹੜੇ ਲੋਕ ਸੀਰੀਅਸਲੀ ਸ਼ੂਟ ਕਰਦੇ ਆ, ਚਾਹੇ ਰਾਈਫਲ ਸ਼ੂਟ ਕਰਨ ਜਾਂ ਉਹ ਰਿਵਾਲਵਰ ਪਿਸਟਲ, ਉਹ ਆਪਣੀਆਂ ਗੋਲੀਆਂ ਘਰ 'ਚ ਆਪ ਹੀ ਬਣਾਉਂਦੇ ਆ। ਤੁਸੀਂ ਬਣਾਉਂਦੇ ਹੋ? ਹਾਂਜੀ, ਆਪਾਂ ਨੂੰ ਘਰ 'ਚ ਮਸ਼ੀਨਾਂ ਰੱਖਣੀਆਂ, ਗੋਲੀਆਂ ਬਣਾਉਣੀਆਂ, ਇਹਦੀ ਵੀ ਇਜਾਜ਼ਤ ਹੈਗੀ ਆ। ਸੋ ਜਿਹੜੀ ਆਜ਼ਾਦੀ ਆ ਨਾ ਕੈਨੇਡਾ ਦੇ ਹਥਿਆਰ ਬਹੁਤ ਵੱਡੀ ਹੈ, ਬਹੁਤ ਜ਼ਿਆਦਾ ਆ। ਪਰ ਨਾਲ ਦੀ ਨਾਲ ਸਾਡਾ ਧਿਆਨ ਰੱਖਿਆ ਜਾਂਦਾ ਤੇ ਅਸੀਂ ਸੁਸਾਇਟੀ ਦੇ ਪ੍ਰਤੀ ਵੀ ਆਪਣਾ ਫਰਜ਼ ਪੂਰਾ ਕਰਦੇ ਹਾਂ। ਕਿਤੇ ਉਹ ਅਮਰੀਕਾ ਵਾਲੇ ਕੰਮ ਤਾਂ ਨਹੀਂ ਹੋਣ ਲੱਗ ਪਏ, ਉਹਦਾ ਵੀ ਧਿਆਨ ਰੱਖਿਆ ਜਾਂਦਾ। ਰਾਏ ਸਾਹਿਬ, ਅਖੀਰ ਦੇ ਵਿੱਚ ਇਸ ਨੂੰ ਕਲੋਜ਼ ਅਪ ਸਮ ਅਪ ਕਰਨਾ ਹੈ ਉਸ ਦੇ ਬਾਰੇ, ਅਤੇ ਇੱਕ ਜਿਹੜੀ ਤੁਸੀਂ ਟੋਰਾਂਟੋ ਵਾਲੀ ਘਟਨਾ ਕੱਲ੍ਹ ਜਿਹੜੀ ਪੁਲਿਸ ਨੇ ਬੰਦਾ ਮਾਰ ਘੱਤਿਆ, ਜਿਹਦੇ ਕੋਲ ਰਾਈਫਲ ਸੀ ਅਤੇ ਉਹ ਸਕੂਲ ਦੇ ਨੇੜੇ ਫਿਰਦਾ ਸੀ, ਉਹਦੇ ਬਾਰੇ ਵੀ ਕੁਛ ਕਹਿਣਾ ਚਾਹੁੰਦੇ ਸੀ? ਮੈਂ ਜੀ ਉਹਦੇ ਲਈ ਜ਼ਰੂਰੀ ਕਹਿਣਾ ਚਾਹੁੰਦਾ ਹੈਗਾ ਆ, ਉਸ ਬੰਦੇ ਦੇ ਕੋਲ ਪੈਲਟ ਗਨ ਸੀ, ਜਿਹਨੂੰ ਆਪਾਂ ਕਹਿੰਦੇ ਛੋਟੀ ਟੋਏ ਗਨ ਵੀ ਕਹਿ ਦਿੰਦੇ ਆ। ਅੱਛਾ ਜੀ। ਉਹ ਮੁੰਡੇ ਤੇ ਤੁਰਿਆ ਜਾਂਦਾ ਸੀਗਾ, ਕਿਸੇ ਨੇ ਫੋਨ ਕਰਤਾ ਸਕੂਲ ਦੇ ਲਾਗੇ ਆ, ਪੁਲਿਸ ਨੂੰ ਭੁਲੇਖਾ ਪੈ ਗਿਆ। ਇਹ ਦੂਜਾ ਕੇਸ ਮੇਰੇ ਦੇਖਣੇ 'ਚ ਆਇਆ। ਇੱਕ ਬਹੁਤ ਮੁੱਦਤ ਪਹਿਲਾਂ ਵੈਨਕੂਵਰ ਦੇ ਵਿੱਚ ਨਕਲੀ ਗਨ, ਜਿਹਨੂੰ ਕਿ ਆਪਾਂ ਰੈਪਲਿਕਾ ਗਨ ਕਹਿ ਦਿੰਦੇ ਆ, ਦੇਖਣ ਨੂੰ ਲੱਗਦੀ ਅਸਲੀ ਪਰ ਹੁੰਦੀ ਨਕਲੀ, ਉਹ ਬੱਚਾ ਵੈਨਕੂਵਰ 'ਚ ਸਕੂਲ 'ਚ ਲੈ ਕੇ ਚਲ ਗਿਆ। ਬੱਚਾ ਸੀਗਾ 10-11 ਸਾਲਾਂ ਦਾ, ਕੱਦ ਕਾਠ ਉਹਦਾ ਥੋੜ੍ਹਾ ਜਿਹਾ ਲੰਬਾ ਸੀਗਾ।
ਉਹ ਲੋਕਾਂ ਨੇ ਜਦੋਂ ਫੋਨ ਕੀਤਾ ਵੀ ਇੱਕ ਬੱਚਾ ਗਨ ਲੈ ਕੇ ਆਇਆ ਆ ਤਾਂ ਪੁਲਿਸ ਆ ਗਈ। ਪੁਲਿਸ ਨੂੰ ਨਹੀਂ ਪਤਾ ਲੱਗਾ ਨਕਲੀ ਹੈ ਕਿ ਅਸਲੀ। ਹੁਣ ਇਹਨਾਂ ਦਾ ਹੁੰਦਾ ਹੈ ਟ੍ਰੇਨਿੰਗ, ਇਹਨਾਂ ਨੂੰ ਕਮਾਂਡ ਦਿਓ ਵੀ ਇਹਨੂੰ ਸਿੱਟ ਥੱਲੇ ਡ੍ਰੌਪ ਕਰ। ਬੱਚੇ ਨੇ ਸਿੱਟਿਆ ਨੇ। ਉਹ ਬੱਚੇ ਨੂੰ ਇਹ ਮਹਿਸੂਸ ਹੋਣ ਲੱਗ ਪਿਆ ਵੀ ਉਹਨੂੰ ਮੂਵੀ ਦਿਮਾਗ 'ਚ ਆ ਗਈ ਵੀ ਮੈਂ ਗਨ ਲੈ ਕੇ ਦੌੜਾ ਫਿਰਦਾ, ਪੁਲਿਸ ਮੇਰੇ ਮਗਰ ਲੱਗੀ ਹੋ ਆ, ਮੈਂ ਬੈਡ ਗਾਏ ਹੈ ਨਾ। ਉਹਦੀ ਮੂਵੀ ਵਾਲਾ ਸੀਨ ਉਹਦੇ ਦਿਮਾਗ 'ਚ ਆ ਗਿਆ, ਜਿਹੜਾ ਆਪਾਂ ਕਹਿੰਦੇ ਬੱਚੇ ਲਈ ਇਹਨੂੰ ਪੜ੍ਹਨ ਵੀ ਬਹੁਤ ਜ਼ਰੂਰੀ ਆ। ਪੁਲਿਸ ਨੇ ਉਹਦੇ ਗੋਲੀ ਮਾਰ ਦਿੱਤੀ। ਹੁਣ ਹੋਇਆ ਕੀ ਹੈਗਾ ਵੀ ਕਿਸੇ ਦਾ ਧੀ ਪੁੱਤ 11 ਸਾਲਾਂ ਦਾ ਲੜਕਾ, ਉਹਦੀ ਮੌਤ ਹੋ ਗਈ ਆ। ਪੁਲਿਸ ਵੀ ਕੀ ਕਰੇ, ਉਹ ਕਾਨੂੰਨ ਹੈਗਾ ਆ, ਉਹ ਥੱਲੇ ਸੈੱਟ ਨਹੀਂ ਰਿਹਾ। ਤਾਂ ਸਾਡੀ ਸੁਸਾਇਟੀ 'ਚ ਬਹੁਤ ਵੱਡਾ ਹਾਦਸਾ ਹੋ ਗਿਆ। ਇਹਨੂੰ ਕਿੱਦਾਂ ਰੋਕਿਆ ਜਾਵੇ? ਸਿਮਿਲਰਲੀ ਟੋਰਾਂਟੋ ਦੇ ਵਿੱਚ ਉਹ ਆਪਣੇ ਮੋਢੇ ਤੇ ਰੱਖ ਕੇ ਇੱਕ BB ਗਨ ਲੈ ਕੇ ਜਾ ਰਿਹਾ ਸੀ। ਉਹਨੂੰ ਵੀ ਕਮਾਂਡ ਦਿੱਤੀ ਗਈ, ਕਿਉਂਕਿ ਇਹ ਤਾਂ ਨਿਊਜ਼ ਨਵੀਂ ਹੈ ਨਾ। ਉਹ ਤਾਂ ਮੈਂ ਵੀ ਪੜ੍ਹਦਾ ਸੀਗਾ ਤੁਹਾਡੇ ਇੰਟਰਵਿਊ ਤੋਂ ਪਹਿਲਾਂ। ਮੈਂ ਕਹਿੰਦਾ ਦੁਬਾਰਾ ਦੇਖਾਂ ਕੀ ਹੈ ਇਹਦੇ ਵਿੱਚ ਜੀ। ਉਹ ਹੁਣ ਭੁਲੇਖਾ ਪੁਲਿਸ ਨੂੰ ਪੈ ਗਿਆ। ਉਹਨੂੰ ਕਹਿੰਦੇ ਇਹਨੂੰ ਡ੍ਰੌਪ ਕਰ, ਉਹਨੂੰ ਕੀਤਾ ਨਹੀਂ ਪੁਲਿਸ ਨੇ, ਉਹਦੇ ਗੋਲੀਆਂ 2 ਮਾਰਤੀਆਂ, ਉਹ ਵੀ ਮਰ ਗਿਆ। ਸੋ ਇਹਨਾਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਾਨੂੰਨ ਇੱਥੇ ਹੈਗਾ ਕਿ ਆਪਾਂ ਆਪਣੀ ਬੈਕਯਾਰਡ ਦੇ ਵਿੱਚ ਏਅਰ ਗਨ, ਪੈਲਟ ਗਨ, ਕੋਈ ਵੀ ਗਨ ਨਹੀਂ ਚਲਾ ਸਕਦੇ। ਅੱਛਾ ਜੀ। ਕੋਈ ਵੀ ਜਿਹੜੀ ਗਨ ਆ ਉਹਨੂੰ ਸੜਕ ਦੇ ਉੱਤੇ ਲੈ ਕੇ ਤੁਰ ਨਹੀਂ ਸਕਦੇ, ਕਿਉਂਕਿ ਉਹਦਾ ਭੁਲੇਖਾ ਪੈਂਦਾ, ਚਾਹੇ ਉਹ ਏਅਰ ਗਨ ਹੋਵੇ, ਚਾਹੇ ਉਹ ਪੈਲਟ ਗਨ ਹੋਵੇ, ਚਾਹੇ BB ਹੋਵੇ। ਸਿਰਫ ਭੁਲੇਖੇ ਤੋਂ ਬਚਾਉਣ ਲਈ, ਸਾਡੀ ਰੱਖਿਆ ਲਈ, ਸੁਸਾਇਟੀ ਨੂੰ ਸੇਫ ਰੱਖਣ ਲਈ ਇਹ ਕਾਨੂੰਨ ਬਣਾਇਆ ਗਿਆ ਹੈਗਾ। ਇਹਨਾਂ ਨੂੰ ਲੈ ਕੇ ਘੁੰਮੋ ਨਾ, ਕਿਉਂਕਿ ਇਹ ਭੁਲੇਖਾ ਪਾਉਂਦੀਆਂ ਹੈਗਾ, ਫਿਰ ਬੜੇ ਮੰਦਭਾਗੇ ਹਾਦਸੇ ਹੋ ਜਾਂਦੇ ਆ। ਬਹੁਤ ਬੰਦਿਆਂ ਨੂੰ ਤੁਹਾਡਾ ਨੰਬਰ ਦਿੰਦੇ ਆ ਜੀ, ਜਦੋਂ ਉਹਨਾਂ ਦੇ ਸਵਾਲ ਹੁੰਦੇ ਨੇ ਇਸ ਸੰਬੰਧੀ। ਅਖੀਰ ਦੇ ਵਿੱਚ ਆਪਣਾ ਫ਼ੋਨ ਨੰਬਰ ਪਲੀਜ਼ ਸਾਂਝਾ ਕਰ ਦਿਓ ਜੀ, ਅਤੇ ਫਿਰ ਕਿਸੇ ਦਿਨ ਹੋਰ ਇਸ ਅੱਗੇ ਇਸ ਵਿਸ਼ੇ ਨੂੰ ਤੋਰਾਂਗੇ। ਇਹ 'ਚ ਬਹੁਤ ਅਵੇਅਰਨੈਸ, ਸਾਖਰਤਾ ਦੀ ਲੋੜ ਹੈ। 2 ਹਫ਼ਤੇ ਤੱਕ ਫਿਰ ਇੱਕ ਵਾਰ ਗੱਲ ਕਰਾਂਗੇ। ਇਹਦੀ ਬੜੀ ਹੈ ਜੀ ਲੋੜ। ਮੇਰੇ ਖਿਆਲ ਜਿੰਨਾ ਮਰਜ਼ੀ ਟਾਈਮ ਲਾਈ ਜਾਈਏ ਕਦੇ ਪੂਰਾ ਨਹੀਂ ਹੁੰਦਾ ਜੀ। ਜੀ ਫਾਰਮਾਂ ਦੇ ਵਿੱਚ ਲੋਕ ਲੱਪੇ ਚਲਾਉਣ ਗੋਲੀਆਂ, ਇਹਦੇ ਬਾਰੇ ਫਿਰ ਗੱਲ ਕਰਾਂਗੇ। ਉਹ ਵੀ ਨਹੀਂ ਚਲਾਇਆ, ਉਹ ਨਾ ਚਲਾਇਆ ਕਰੋ। ਜੇ ਤੁਹਾਨੂੰ ਕੋਈ ਪ੍ਰਸ਼ਨ ਹੈਗਾ ਤਾਂ ਮੈਨੂੰ ਜ਼ਰੂਰ ਫੋਨ ਕਰੋ, ਮੈਂ ਹਰੇਕ ਦਾ ਹੀ ਫੋਨ ਆਨਸਰ ਕਰਦਾ। ਬਿਲਕੁਲ। CMP ਨੂੰ ਡਾਇਰੈਕਟਲੀ ਵੀ ਤੁਸੀਂ ਫੋਨ ਕਰ ਸਕਦੇ ਆ ਜੀ। ਮੇਰਾ ਫੋਨ ਨੰਬਰ ਹੈਗਾ ਜੀ 604 ਜੀ 716 4455। ਰਾਏ ਸਾਹਿਬ ਧੰਨਵਾਦ ਬਹੁਤ ਬਹੁਤ। ਇਸ ਗੱਲ ਦਾ ਮਾਣ ਹੈ ਕਿ ਤੁਸੀਂ ਭਾਈਚਾਰੇ ਨੂੰ ਹਰ ਵਕਤ ਜਦ ਵੀ ਕਿਤੇ ਜ਼ਰੂਰਤ ਪੈਂਦੀ ਹੈ ਇਸ ਸੰਬੰਧੀ, ਜਾਂ ਬਹੁਤ ਵੱਡੀ ਇੱਕ ਖੁਸ਼ੀ ਦੀ ਗੱਲ ਹੈ ਪੈਰਾਲੀਗਲ ਰਾਏ ਸਾਹਿਬ ਰਹੇ ਨੇ, ਕਾਨੂੰਨ ਵਾਲੇ ਪਾਸਿਓਂ ਵੀ ਜਾਂ ਕਿਸੇ ਨੂੰ ਕੋਈ ਗੱਲ ਫਸਦੀ ਹੈ ਤਾਂ ਉਹ ਸਮਝਾ ਦਿੰਦੇ ਨੇ। ਕਮਿਊਨਿਟੀ ਸਰਵਿਸ ਕਰਦੇ ਨੇ, ਪਾਰਸ਼ਲੀ ਰਿਟਾਇਰ ਨੇ ਹੁਣ। ਅਤੇ ਸ਼ੁਭ ਸ਼ਾਮਾ ਜੀ, ਚੜ੍ਹਦੀ ਕਲਾ। ਬਹੁਤ ਮਿਹਰਬਾਨੀ ਜੀ ਸਾਰਿਆਂ ਨੂੰ, ਸੁਣਨ ਵਾਲੇ ਨੂੰ, ਸਾਨੂੰ ਸੁਣਨ ਦੇ ਲਈ ਤੁਹਾਡੀ ਬਹੁਤ ਮਿਹਰਬਾਨੀ। ਸਰ ਰਾਜਬੰਸ ਸਿੰਘ ਰਾਏ, ਰਾਜ ਰਾਏ, ਉਹਨਾਂ ਦਾ ਨੰਬਰ 604 716 4455 ਜੀ, 604 716 4455। ਲਓ ਜੀ, ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਸ਼ੁੱਕਰਵਾਰ ਦਾ ਆਖਰੀ ਘੰਟਾ ਹੁੰਦਾ ਹੈ, ਅਤੇ ਇੱਥੇ ਦੱਸਦੇ ਹਾਂ ਵੀ ਕੱਲ੍ਹ ਸੋਮਵਾਰ ਤੋਂ ਲੈ ਕੇ ਤੀਸਰੇ ਘੱਲੂਘਾਰੇ ਬਾਰੇ ਖਾਸ ਇੱਕ ਲੜੀ ਸ਼ੁਰੂ ਕਰਨੀ ਹੈ, ਜਿਹੜੀ 5 ਦਿਨ ਚੱਲੇਗੀ 11 ਤੋਂ 12 ਵਜੇ ਤੱਕ, ਸੋਮਵਾਰ ਤੋਂ ਅਗਲੇ ਸ਼ੁੱਕਰਵਾਰ ਤੱਕ। ਅਤੇ ਅਗਲੇ ਸੋਮਵਾਰ ਨੂੰ ਵੀ ਜਮ ਕੋਸ਼ਿਸ਼ ਕਰ ਰਹੇ ਹਾਂ ਪੰਜਾਬ ਤੋਂ ਬੁਲਾਰੇ ਇਸ ਦੇ ਬਾਰੇ ਲੈ ਕੇ ਆਵਾਂ। ਕਾਰਨ ਕੀ, ਧਰਮਯੁੱਧ ਮੋਰਚਾ ਕੀ ਸੀ, ਅਤੇ ਫਿਰ ਫੁੱਲ ਸਕੇਲ ਆਰਮੀ ਆਪਰੇਸ਼ਨ 1984 ਦਾ ਕੀ ਸੀ, ਉਹਦੇ ਬਾਅਦ ਦਾ ਕੀ ਸਮਾਂ ਹੋਇਆ। ਸਰਬੱਤ ਖਾਲਸੇ ਦੇ ਵਿੱਚ ਕਿਸ ਤਰ੍ਹਾਂ ਗਗਨਦੀਪ ਬਰਨਾਲੇ ਅਤੇ ਚੰਦੂ ਮਾਜਰੇ ਨੇ ਨਾਲ ਰਫਲਾਂ ਵਾਲੇ ਬੰਦੇ ਬਰਨਾਲੇ ਤੋਂ ਕੀਤੂ ਹੋਣੀ ਜਾ ਕੇ ਕਿਵੇਂ ਰਫਲਾਂ ਸਿੱਧੀਆਂ ਉਹਨਾਂ ਨੇ ਗੋਲੀਆਂ ਅਕਾਲ ਤਖਤ ਸਾਹਿਬ ਵੱਲ ਨੂੰ ਚਲਾਈਆਂ, ਅਤੇ ਉਹਨੇ ਇਸੇ ਇਕੱਠ ਦੇ ਵਿੱਚ ਫਿਰ ਉਹ 1 ਨਾਲੀਆਂ 2 ਨਾਲੀਆਂ ਮਾਰ ਮਾਰ ਕੇ ਗਤਲਿਆਂ ਦੇ ਵਿੱਚ ਮੁੰਡਿਆਂ ਨੇ ਕਿਵੇਂ ਖੋਹੀਆਂ, ਅਤੇ ਫਿਰ ਉਹਨਾਂ ਨੂੰ ਕਿਵੇਂ ਵਾਪਸ ਮਿੰਨਤਾਂ ਕਰਕੇ ਜਿਹੜਾ ਵਾਪਸ ਕਰਾਇਆ, ਕਿਵੇਂ ਅੰਤ ਹੋਇਆ, ਕਿੱਥੇ ਨੇ ਅੱਜ ਜਿਹੜੇ ਚੜ੍ਹ ਕੇ ਗਏ ਸੀ। ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਕੀ ਹੈ, ਸੋਚਣੀ ਦਾ ਢੰਗ ਕੀ ਹੈ, ਦਰਬਾਰ ਸਾਹਿਬ ਦਾ ਨਿਆਰਾ ਮਹੱਤਵ ਕੀ ਹੈ, ਆਮ ਧਾਰਮਿਕ ਸਥਾਨਾਂ ਤੋਂ ਦਰਬਾਰ ਸਾਹਿਬ ਦਾ ਫਰਕ ਕੀ ਹੈ। ਕੋਸ਼ਿਸ਼ ਕਰਾਂਗਾ, ਹਰ ਸਾਲ ਆਪਾਂ ਸੈਗਮੈਂਟ ਕਰਦੇ ਹਾਂ। 2 ਵਰ੍ਹੇ ਪਹਿਲਾਂ ਆਪਾਂ ਇੱਕ ਮਹੀਨਾ 1550 ਤੇ ਗੱਲ ਕੀਤੀ ਸੀ, ਸਿੱਖ ਰਾਜ ਤੋਂ ਲੈ ਕੇ 17ਵੀਂ ਸਦੀ ਤੋਂ 18ਵੀਂ ਸਦੀ ਤੋਂ ਲੈ ਕੇ 20ਵੀਂ ਸਦੀ ਤੱਕ ਦਾ ਸਫ਼ਰ ਜਿਹੜਾ ਲੈ ਕੇ ਗਏ ਸੀ। ਅਤੇ ਜਦ ਤੁਸੀਂ ਹਰ ਵਰ੍ਹੇ ਨਵਾਂ ਪੜ੍ਹਦੇ ਹੋ, ਨਵੀਆਂ ਕਿਤਾਬਾਂ ਪੜ੍ਹਦੇ ਹੋ, ਨਵਾਂ ਕੁਛ ਤੁਹਾਨੂੰ ਆਉਂਦਾ ਹੈ। ਸੋ ਇਸ ਦੇ ਬਾਰੇ ਸੋਮਵਾਰ ਤੋਂ ਖਾਸ ਜਿਹੜੀ ਲੜੀ ਹੈ 11 ਤੋਂ 12 ਵਜੇ ਤੱਕ ਇਸ ਨੂੰ ਸ਼ੁਰੂ ਕਰ ਰਹੇ ਹਾਂ, ਅਤੇ ਤੁਹਾਡੇ ਵੀ ਸੁਝਾਅ ਤੁਸੀਂ ਭੇਜ ਸਕਦੇ ਹੋ। ਲਓ ਜੀ, ਅੱਜ ਮੇਰਾ ਪਿੰਡ ਮੇਰੇ ਖੇਤ 'ਚ ਬਹੁਤ ਖਾਸ ਗੱਲਬਾਤ ਚੱਲਣੀ ਆ ਮਹਿਮਾਨ ਨਿਵਾਜ਼ੀ ਦੀ, ਕਿ ਘਰੇ ਆਏ ਮਹਿਮਾਨਾਂ ਦਾ ਕਿਵੇਂ ਮਾਣ ਹੋਣਾ।
ਬਾਹਰ ਵੀ ਕਿਸੇ ਨੂੰ ਹੋਸਟ ਕਰ ਰਹੇ ਹੋ, ਕਿਤੇ ਰੈਸਟੋਰੈਂਟ 'ਚ ਜਾ ਰਹੇ ਹੋ, ਤੁਹਾਡੀਆਂ ਕੀ ਜ਼ਰੂਰਤਾਂ ਨੇ, ਤੁਹਾਨੂੰ ਕੀ ਕਰਨਾ ਚਾਹੀਦਾ ਹੈ, ਘਰ ਦੇ ਵਿੱਚ ਇਹ ਕਾਨੂੰਨ ਕੀ ਹੋਣਾ ਚਾਹੀਦਾ ਹੈ ਵੀ ਜਦ ਕੋਈ ਬਾਹਰੋਂ ਆਇਆ ਉਹਦਾ ਸਤਿਕਾਰ ਕਿਵੇਂ ਕਰਨਾ, ਘਾਟ ਕਿੱਥੇ ਰਹਿ ਜਾਂਦੀ ਹੈ, ਕਮੀ ਕਿੱਥੇ ਰਹਿੰਦੀ ਹੈ। ਜਦ ਦਿਲ ਤੇ ਸਰੀਰ ਇੱਕ ਨਾ ਹੋਣ ਫਿਰ ਬੰਦਾ ਕੀ ਕਤਿੱਤਾਂ ਕਰਦਾ, ਟੱਬਰ ਕੀ ਕਤਿੱਤਾਂ ਕਰਦਾ। ਜਦ ਲੱਗੇ ਵੀ ਅੱਜ ਰੋਟੀ ਚਾਹ ਪਾਣੀ ਪਿਲਾਉਣ ਦਾ ਮਨ ਨਹੀਂ ਹੈ ਕਿਸੇ ਨੂੰ, ਫਿਰ ਹੁੰਦਾ ਕੀ ਹੈ, ਪ੍ਰੈਕਟੀਕਲ ਕੀ ਹੈ ਅਤੇ ਕਰਨਾ ਕੀ ਚਾਹੀਦਾ, ਕੌਣ ਕਿਹਦੇ ਆਉਂਦਾ ਹੈ ਅਤੇ ਕੀ ਇਹਦੀ ਵੰਨਗੀ ਆ ਵੀ ਕੌਣ ਆਇਆ ਤਾਂ ਉਹਦਾ ਸੇਵਾ ਦਾ ਫਰਕ ਹੈ, ਜਾਂ ਸਦਾ ਹੀ ਇਹ ਗੱਲ ਚਾਹੀਦੀ ਹੈ ਕਿ ਮਹਿਮਾਨ ਜਦ ਕੋਈ ਪ੍ਰਾਹੁਣਾ ਘਰੇ ਆਇਆ, ਪ੍ਰਾਹੁਣਚਾਰੀ ਕੀ ਹੈ, ਮਹਿਮਾਨ ਨਵਾਜ਼ੀ ਕੀ, ਪ੍ਰਾਹੁਣਚਾਰੀ ਕੀ ਹੈ। ਗੋਗੀ ਚੰਡੀਗੜ੍ਹੀ ਜੀ ਨਾਲ ਗੱਲ ਕਰਕੇ ਅੱਗੇ ਨੂੰ ਚੱਲਦੇ। ਹਾਂਜੀ ਬਾਈ ਜੀ, ਸ਼ੇਰੇ ਪੰਜਾਬ ਜ਼ਿੰਦਾਬਾਦ ਜੀ। ਬਾਈ ਜੀ ਬਸ ਕਹਿੰਦੇ ਜਿਹਨੂੰ ਸੁਣਨ ਆ ਗਿਆ ਬੋਲਣ ਦੀ ਕੀ ਲੋੜ, ਪਰ ਦੁਸ਼ਮਣ ਵੀ ਘਰੇ ਆ ਜਾਣਾ ਜੀ, ਸਤਿਕਾਰ ਉਹਦਾ ਬਰਾਬਰ ਕਰਨਾ ਚਾਹੀਦਾ ਜੀ। ਪਰ ਵਾਹ ਗੋਗੀ ਜੀ, ਥੈਂਕ ਯੂ। ਧੰਨਵਾਦ। ਤੇ ਇਹ ਹੁਣ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜਦ ਵਿਚਰਦੇ ਹੋ, ਇੱਕ ਦੂਜੇ ਦੇ ਦੋਸਤਾਂ ਦੇ ਆਪਾਂ ਘਰੇ ਜਾਂਦੇ ਹਾਂ, ਭਾਈਚਾਰੇ ਦੇ ਤੌਰ 'ਤੇ ਵਿਚਰਦੇ ਹੋ, ਤੁਸੀਂ ਮਹਿਸੂਸ ਕਰਦੇ ਹੋ ਵੀ ਕੀ ਸਤਿਕਾਰ ਹੈ, ਕੀ ਜਿਹੜਾ ਹੋਣਾ ਚਾਹੀਦਾ, ਪ੍ਰਾਹੁਣਚਾਰੀ ਕੀ ਹੈ, ਕਿਸ ਤਰ੍ਹਾਂ ਕਿਸੇ ਨੂੰ ਜਦ ਕੋਈ ਸਮਾਂ ਕੱਢ ਕੇ ਆਇਆ ਉਹਨੂੰ ਕਿਵੇਂ ਤੁਸੀਂ ਬਿਠਾਉਣਾ ਹੈ, ਕਿਵੇਂ ਖਾਣਾ ਪਿਲਾਉਣਾ ਹੈ। ਤੈਅ ਕਰਕੇ ਕੋਈ ਆਇਆ ਉਹ ਕੀ ਗੱਲ ਹੈ, ਜੇ ਬਿਨਾਂ ਤੈਅ ਕੀਤੇ ਪ੍ਰੋਗਰਾਮ ਨਾਲ ਆ ਗਿਆ ਉੱਥੇ ਕੀ ਕਰਨਾ ਹੈ, ਕਿਹੜੇ ਸਮੇਂ ਬੰਦਾ ਸੱਦਣਾ ਹੈ। ਇੱਕ ਜਿਹੜੀ ਉਹ ਰੋਟੀ ਵਾਲੀ ਕਹਾਣੀ ਹੈ, ਉਹ ਤਾਂ ਰੋਟੀ ਵਾਲੀ ਤਾਂ ਹੋ ਰਹੀ ਹੈ, ਜਿਹੜੀ ਰੋਟੀ ਕਰਨੀ ਹੈ ਨਾ, ਉਹ ਰੋਟੀ ਕਰਨੀ ਤਾਂ ਕਹਾਣੀ ਹੋਰ ਹੈ, ਉਹਦੀ ਵੀ ਕਹਾਣੀ ਵਿੱਚ ਪੜ੍ਹਦਾ ਹੈ, ਪਰ ਉਹ ਰੋਟੀ ਕਰਨੀ ਨਹੀਂ, ਉਹ ਤਾਂ ਰੋਟੀ ਥੁੰਨਣੀ ਉਹ ਹੁੰਦੀ ਹੈ। ਉਹ ਤਾਂ ਐ ਹੁੰਦੀ ਹੈ ਵੀ ਮੂੰਹ ਕਰ ਮੜ ਜਾ, ਤੈਨੂੰ ਮੈਨੂੰ ਨਿਬੇੜਨ ਦੇ ਕੰਮ, ਆਹ ਵੀ ਚੱਕ, ਆਹ ਵੀ ਚੱਕ, ਆਹ ਵੀ ਚੱਕ, ਅਤੇ ਚੱਲ ਹੁਣ ਤੁਰ। ਅਤੇ ਫਿਰ ਉਸ ਘਰ ਤੋਂ ਆਉਂਦੇ ਘਰ ਤੱਕ ਫਿਰ ਉਹ ਕਾਰ ਦੇ ਵਿੱਚ ਜਿਹੜੀਆਂ ਚੁਗਲੀਆਂ ਹੋਣੀਆਂ ਨੇ ਉਹ ਹਾਜ਼ਮ ਹੋਣੀਆਂ। ਫਿਰ ਰੋਟੀ ਬੀਬੀਆਂ ਨੇ ਖਾਣੇ ਦੀ ਵੰਨਗੀ ਦੱਸਣੀ ਹੈ ਵੀ ਖਾਣਾ ਕਿਹੋ ਜਿਹਾ ਸੀ, ਕੀ ਕਹਾਣੀ ਸੀ, ਕੀ ਅਤੇ ਕੀ। ਬੰਦਿਆਂ ਨੇ ਦੱਸਣਾ ਬਈ ਪੇਕ ਜਿਹੜਾ ਲਵਾਇਆ ਉਹ ਕਿਹੋ ਜਿਹਾ ਲਵਾਇਆ ਜਿਹੜੇ ਪੀਣ ਵਾਲੇ ਨੇ, ਅਤੇ ਘਰ 'ਚ ਗੇੜਾ ਕਿੱਥੇ ਲਵਾਇਆ, ਘਰ 'ਚ ਕਿਹੜੀਆਂ ਕਮੀਆਂ ਨੇ। ਉਹ ਤਾਂ ਗੱਲੇ ਹੋਰ ਹੈ, ਉਹ ਤਾਂ ਟਾਰਗੇਟ ਸ਼ੂਟਿੰਗ ਆ। ਮੈਂ ਉਹਨੂੰ ਜਿਹੜੀ ਰੋਟੀ ਵਾਲੀ ਕਹਾਣੀ ਹੈ ਨਾ, ਉਹ ਇਹ ਨਹੀਂ ਹੈ ਜਿਹੜਾ ਮਿੱਥ ਕੇ ਤੁਸੀਂ ਕੀ ਸੱਦਣਾ ਹੁੰਦਾ ਹੈ, ਜਿਹਦਾ ਪਿਆਰ ਹੋਵੇ ਉਹਨੂੰ ਮਿੱਥ ਕੇ ਕੀ ਸੱਦਣਾ। ਅਤੇ ਪ੍ਰਾਹੁਣਚਾਰੀ ਯਾਰ ਜ਼ਰੂਰੀ ਕਿੰਨੀ ਹੈ, ਕਿੰਨੇ ਕੁ ਕਿਸੇ ਦੇ ਪ੍ਰਾਹੁਣੇ ਨੇ ਤੁਹਾਡੇ ਸਰਕਲ 'ਚ, ਕਿੰਨੇ 5 4 7 5-7 ਬੰਦੇ ਇੱਕ ਸਾਲ ਦੇ ਵਿੱਚ ਵੱਧ ਤੋਂ ਵੱਧ ਮੈਕਸੀਮਮ 2 ਵਾਰ ਤੁਹਾਡੇ ਘਰੇ ਟਰੈਪ ਜਾਉਂਦੇ ਆ, ਵੱਧ ਤੋਂ ਵੱਧ ਨਹੀਂ ਆਉਂਦੇ ਇਦੋਂ ਵੱਧ। ਅਤੇ ਉਹਦੇ ਵਿੱਚ ਫਿਰ ਕਿਹੜੀਆਂ ਕਮੀਆਂ ਚੀਜ਼ਾਂ ਜਿਹੜੀਆਂ ਪੇਸ਼ੀਆਂ ਰਹਿਣੀਆਂ ਚਾਹੀਦੀਆਂ। ਮਹਿਮਾਨ ਜਿਹੜਾ ਪ੍ਰਾਹੁਣਾ ਘਰੇ, ਉਹ ਕਿੱਡਾ ਵੱਡੇ ਰੁਤਬੇ ਨਾਲ ਆਉਂਦਾ, ਉਹਨੂੰ ਛੱਡਣ ਅਤੇ ਲਿਆਉਣ, ਉਹਦੀ ਗੱਡੀ ਖੜਾਉਣ ਤੱਕ ਇਹ ਚੀਜ਼ਾਂ ਤੈਅ ਹੁੰਦੀਆਂ। ਤੁਹਾਨੂੰ ਪਤਾ ਹੈ ਵੀ ਬੰਦੇ ਆ ਗਏ, ਉਹਦੇ ਬਾਅਦ ਤੁਹਾਡੇ ਕੀ ਅਸੂਲ ਨੇ ਤੁਹਾਡੇ। ਇਹਦੇ 'ਚ ਨਿਮਾਣ ਅਤੇ ਉਤਰਾਅ ਅਤੇ ਚੜ੍ਹਾਅ ਨਹੀਂ ਹੈ ਵੀ ਤੁਸੀਂ ਬਾਹਰੋਂ ਗੱਡੀ ਖੜਾਉਣ ਤੱਕ ਬੰਦਿਆਂ ਨੂੰ ਅੰਦਰ ਲੈ ਕੇ ਆਇਓ ਨਾਲ। ਇਹਦੇ ਨਾਲ ਇਹ ਨਹੀਂ ਫਰਕ ਵੀ ਮੈਂ ਨੀਵਾਂ ਹੋ ਗਿਆ, ਨਹੀਂ, ਉਹਦਾ ਤੁਹਾਡਾ ਕੱਦ ਵੱਧਦਾ ਤੁਹਾਡਾ। ਜੇ ਤਾਂ ਤੈਅ ਹੈ ਬਈ 5 ਵਜੇ ਆਉਣਾ ਹੈ ਤਾਂ 5 ਵਜੇ ਜੇ ਕਿਸੇ ਨੇ ਆਉਣਾ ਫਿਰ ਤਾਂ ਤੁਹਾਨੂੰ ਪਤਾ ਹੀ ਹੈ, ਫਿਰ ਉਹਨੂੰ ਅੱਖੀਂ ਡਿੱਠਾ ਨਹੀਂ ਤੁਸੀਂ ਕਰ ਸਕਦੇ, ਅਣਡਿੱਠਾ ਨਹੀਂ ਕਰ ਸਕਦੇ। ਅੱਛਾ ਆ ਗਏ, ਲੈ ਮੈਂ ਤਾਂ ਕਿਹਾ ਸੀ ਹਲੇ ਪੰਜਾਬੀ ਟਾਈਮ ਨਾਲ 6 ਵਜੇ ਆਉਣਾ, ਮੈਂ ਤਾਂ ਨਹਾਉਣਾ ਹਲੇ, ਚਲੋ ਆਓ ਬੈਠੋ। ਕਹਿੰਦਾ ਵੀ ਆ ਜਾ ਬਹਿ ਜਾ। ਇੱਕ ਮਹਿਮਾਨ ਪ੍ਰਾਹੁਣੇ ਕਿਹੋ ਜਿਹੇ ਹੋਣ, ਪ੍ਰਾਹੁਣਿਆਂ ਦੀਆਂ ਕੀ ਅਸੂਲ ਨੇ, ਪ੍ਰਾਹੁਣਚਾਰੀ ਦੇ ਕੀ ਅਸੂਲ ਨੇ। ਇਹਦੇ 'ਚ ਮੈਂ ਅੱਜ ਗੱਲ ਤੁਹਾਡੇ ਨਾਲ ਕਰਨੀ ਹੈ। ਇਹ ਇੱਕ ਕਮਿਊਨਿਟੀ ਦੀ ਮੈਨੂੰ ਲੱਗਦਾ ਮੁਸ਼ਕਿਲ ਦੇ ਵਿੱਚ ਦੀ ਉਲੰਘ ਰਹੇ ਹਾਂ ਅਸੀਂ। ਇਹ ਪ੍ਰਾਹੁਣਚਾਰੀ ਕਲੇਸ਼ ਦਾ ਕਾਰਨ ਬਣ ਰਹੀ ਹੈ, ਅਤੇ ਪ੍ਰਾਹੁਣਚਾਰੀ ਦਾ ਬਦਲ ਜਿਹੜਾ ਵੀ ਹੁਣ ਅੱਛਾ ਮੈਂ ਰੋਟੀ ਖਾਏ, ਹੁਣ ਮੇਰੇ ਨੂੰ ਤਾਂ ਹਿਚਕੀਆਂ ਲੱਗੀਆਂ ਰਹਿਣੀਆਂ ਜਦ ਤੱਕ ਮੈਂ ਇਹਦਾ ਲਾਉਂਦਾ ਨਹੀਂ ਪੰਗਾ। ਅੱਛਾ ਇਹਨੇ ਘਰ ਦਿਖਾਤਾ ਮੈਨੂੰ, ਹੁਣ ਮੈਂ ਕਿਵੇਂ ਦਿਖਾਉਣਾ। ਅੱਛਾ ਕਿੱਥੇ ਤੁਹਾਡਾ ਆਪਣਾਤਾ ਹੈ ਵੀ ਜਿੱਥੇ ਮਰਜ਼ੀ ਬਹਿ ਜਾਓ, ਕਹਿੰਦਾ ਕੁਛ ਨਹੀਂ ਯਾਰ ਕਰਨਾ, ਕੁਛ ਨਹੀਂ ਲਿਆਉਣਾ, ਕੁਛ ਨਹੀਂ। ਹੁਣ ਤਾਂ ਤੰਗ ਹੋ ਗਏ ਬੰਦੇ। ਅਸੀਂ ਆਏ, ਆਪਾਂ ਤਾਂ ਬਹਿ ਕੇ ਦੋਨਾਂ ਭਾਈਆਂ ਨੇ ਗੱਲਾਂ ਕਰਨੀਆਂ, ਬੀਬੀਆਂ ਨੇ ਆਪਸ ਤੌਰ 'ਤੇ ਗੱਲਾਂ ਕਰਨੀਆਂ,
ਤੇ ਇਕੱਠੇ ਬਹਿ ਕੇ ਵੀ ਗੱਲਾਂ ਹੋ ਸਕਦੀਆਂ ਨੇ। ਇਹ ਇੱਕ ਬਹੁਤ ਵੱਡੀ ਕਹਾਣੀ ਹੈ। ਹਾਂ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਚਲੋ ਬੀਬੀਆਂ ਬੁੜੀਆਂ ਨੂੰ ਉੱਧਰ ਬਿਠਾਓ। ਚੰਗਾ ਭੈਣ ਜੀ, ਚਲੋ ਉੱਧਰ ਬੈਠੋ ਤੁਸੀਂ, ਜਿਵੇਂ ਵੀ ਅਸੀਂ ਖਾਸ ਹੈ ਉਹਨਾਂ ਨੂੰ। ਚਲੋ 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 ਜਵਾਕੋ, ਜਾਓ ਫਿਰ ਤੁਸੀਂ ਤਾਂ ਗੇਮਾਂ ਗੂਮਾਂ ਖੇਲੋ। ਲੈ ਵੀ ਆ ਜਾ, ਆਪਾਂ ਤਾਂ ਬੈਠੀਏ ਜਿੱਥੇ ਤੁਸੀਂ ਬੈਠੇ ਹੋ। ਚਲੋ ਜੇ ਬਾਹਲਾ ਸਮਾਂ ਨਹੀਂ, ਕਿਉਂਕਿ ਹਰ ਇੱਕ ਨੇ ਆਪਣਾ ਆਪਣਾ ਕੰਮ ਕਰਨਾ। ਇਕੱਠੇ ਵੀ ਬਹਿ ਸਕਦੇ ਹੋ ਪੰਜਾਬੀਆਂ ਦੇ ਲਿਵਿੰਗ ਰੂਮ ਦੇ ਵਿੱਚ, ਉੱਥੇ ਵੀ ਇਕੱਠੇ ਬਹਿ ਸਕਦੇ ਹੋ, ਜਾਂ ਫੈਮਿਲੀ ਰੂਮ 'ਚ ਵੀ ਬਹਿ ਸਕਦੇ ਹੋ ਕੁਛ ਸਮਾਂ। ਉਹਦੇ ਬਾਅਦ ਚਲੋ ਆਪਣਾ ਖੇਤਰ ਜਿਹੜਾ ਖੇਤਰ ਹੈ ਜਿਹਦੇ ਵਿੱਚ ਤੁਸੀਂ ਜਾ ਕੇ ਫਿਟ ਇਨ ਹੋਣਾ, ਕਿਉਂਕਿ ਤੁਸੀਂ ਆਪਣਾ ਲਾਉਣਾ ਦਿਲ ਦਾ ਗੁਲਾਦਾ। ਆਹ ਡਿਪਰੈਸ਼ਨ ਤਣਾਅ ਦੇ ਸਿਆਪੇ ਇਹ ਨੇ, ਕੱਢਣੋਂ ਹਟ ਕੇ ਹੱਸਣਾ ਜਾਂ ਭੇਜ ਦਿਓ, ਹੱਸਣੇ ਦੀ ਫੋਟੋ ਭੇਜ ਦਿਓ ਇੱਕ ਦੂਜੇ ਨੂੰ, ਹਾ 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 ਲਿਖ ਕੇ। ਹੱਸ ਨਹੀਂ ਰਹੇ ਹੁੰਦੇ ਤੁਸੀਂ, ਹਾਹੇ ਨੂੰ ਕੰਨਾ, ਹਾਹੇ ਨੂੰ ਕੰਨਾ, ਹਾਹੇ ਨੂੰ ਕੰਨਾ, ਆਹ ਇੱਕ ਫੋਟੋ। ਦੂਜੇ ਪਾਸੇ ਪਤਾ ਹੱਸ ਨਹੀਂ ਰਿਹਾ ਤਾਂ ਉਈਓ ਲਿਖ ਰਿਹਾ। ਹੱਸਣਾ ਹੁੰਦਾ ਬੈਠ ਕੇ ਹੱਸਣਾ, ਹੱਸਣਾ ਹੁੰਦਾ ਚੱਲ ਜੇ ਫੋਨ 'ਤੇ ਵੀ ਹੱਸਣਾ, ਵੀ ਕੰਨ 'ਚ ਹੱਸ ਰਿਹਾ ਬੰਦਾ। ਪ੍ਰਾਹੁਣਚਾਰੀ ਬਹੁਤ ਜ਼ਰੂਰੀ ਹੈ ਕਿ ਕਿਹੜੇ ਸਮੇਂ ਬੰਦਾ ਆਇਆ ਤਾਂ ਉਸ ਸਮੇਂ ਦਿਹਾੜੀ ਦੀ ਕਿਹੜੀ ਚੀਜ਼ ਦੀ ਜ਼ਰੂਰਤ ਹੈ। ਕੀ ਚਾਹ ਦਾ ਸਮਾਂ, ਕੀ ਰੋਟੀ ਦਾ ਸਮਾਂ। ਹੋ ਸਕਦਾ ਰੋਟੀ ਲਈ ਪਰਿਵਾਰ ਤਿਆਰ ਨਾ ਹੋਵੇ, ਪਰ ਤੁਸੀਂ ਵੀ ਖਾਣੀ ਹੈ ਨਾ ਉਸ ਘਰ 'ਚ ਰੋਟੀ। ਉਹ ਜੀ ਉਹ ਖਾਣਾ ਉਹ ਪਰਿਵਾਰ ਵੀ ਖਾ ਸਕਦਾ ਜਿਹੜਾ ਤੁਹਾਡਾ ਆਪਣੱਤ ਕਰਕੇ ਆਇਆ। ਤੁਸੀਂ ਉਹਨੂੰ ਬਾਹਲਾ ਕੁਛ ਗਾਰਨਿਸ਼ ਕਰਕੇ ਤਕੜਾ ਨਹੀਂ ਕਰ ਸਕਦੇ। ਜੇ ਤੁਸੀਂ ਕਹੋ ਵੀ ਜ਼ੋਰ ਲਾ ਕੇ ਤੁਸੀਂ ਵਧੀਆ ਕਰਕੇ ਦਿਖਾਓ, ਨਹੀਂ, ਇਸ ਤਰ੍ਹਾਂ ਨਹੀਂ ਹੈ। ਵੱਡੀ ਕਹਾਣੀ ਇਹ ਆ ਵੀ ਪ੍ਰਾਹੁਣਚਾਰੀ ਦਾ ਜਿਹੜਾ ਦਿਲ ਦੇ ਵਿੱਚ ਚਾਅ ਚਾਹੀਦਾ ਵੀ ਮੇਰੇ ਦਰ 'ਤੇ ਕੋਈ ਆਇਆ। ਜਦ ਨਾ ਘਿਸਰ ਘਿਸਰ ਹੋਣ ਲੱਗ ਗਈ ਰਸੋਈ 'ਚ ਜਾ ਕੇ, ਮੰਨ ਲਓ ਵੀ ਕਹਾਣੀ ਤੁਸੀਂ ਗਲਤ ਜਗ੍ਹਾ ਆ ਗਏ, ਬੰਦਾ ਬੰਦਿਆਂ ਨੂੰ ਬਿਠਾ ਗਿਆ, ਬੀਬੀ ਜਗ੍ਹਾ ਵੀ, ਤੇ ਰਸੋਈ 'ਚ ਚੂੰ ਹੋਣ ਲੱਗ ਗਈ। ਫਿਰ ਹੌਲੀ ਬੋਲਦੇ ਨੇ ਵੀ ਚਾਹ ਪੀਣੀ ਆ ਇਹਨਾਂ ਨੇ, ਚਾਹ ਦਾ ਕੋਈ ਸਮਾਂ ਹੋਣਾ। ਇਹ ਜਿਹੜੀਆਂ ਕਹਾਣੀਆਂ ਉਹ ਬਾਹਰ ਪਤਾ ਹੁੰਦਾ ਵੀ ਕਿਉਂਕਿ ਵਾਈਬ੍ਰੇਸ਼ਨ ਜਾ ਰਹੀਆਂ ਨੇ, ਤੇ ਗੱਲ ਕੋਈ ਵੀ ਨਹੀਂ ਹੁੰਦੀ। ਪਤਾ ਨਹੀਂ ਉਹ ਕਿੱਥੋਂ ਤੁਹਾਨੂੰ ਭੀੜ ਸੰਘੀੜ ਹੁੰਦੀ ਆ। ਗੱਲ ਕਿਹੜੀ ਆ, ਉਹੀ ਬਰਤਨ, ਉਹੀ ਭਾਂਡੇ, ਉਹੀ ਗਰੋਸਰੀ ਤੁਹਾਡੇ 4 ਜੀਆਂ ਲਈ ਬਣਨੀਆਂ, 2 ਬਾਹਰੋਂ ਆ ਗਏ ਤਾਂ 6 ਲਈ ਬਣਨੀਆਂ। ਫਰਕ ਕੀ ਹੈ ਯਾਰ। ਤੇ ਮੇਰੇ ਵਰਗੇ ਨੇ ਫਿਰ ਜਾ ਕੇ ਗੁਰਦੁਆਰੇ ਦੇਣਾ $100, ਉਹ ਕਹਿੰਦਾ ਵੀ ਐਂ ਚਿਮਟੀ ਫੜਾ ਕੇ ਲਾ ਵੀ ਇਹ ਖਾ ਦੇ ਤੈਨੂੰ $100 ਗਿਵਿੰਗ। ਆਹ ਚੱਕ ਦੁੱਧ ਦੀਆਂ ਬਾਪੂ ਗੈਲਣਾ 2 ਤੇ $5 ਤੇ ਇਹਦਾ ਹੁਣ ਖਿਆਲ ਰੱਖੀ। ਜਾਂ ਜਦ ਪਾਠੀ ਨੂੰ ਸਿੰਘਾਂ ਨੂੰ ਫੜਾਉਣਾ ਹੋਇਆ $5 ਐਨ ਚਿਮਟੀ ਟਾਈਪ ਵੀ ਹੈ ਐਂ ਫੜਾਈ ਦੇ ਨੇ। ਅਤੇ ਜਿਹੜਾ ਘਰੇ ਤੁਰ ਕੇ ਆਇਆ ਉਹਦਾ ਤੁਸੀਂ ਮਾਣ ਨਹੀਂ ਕਰਦੇ। ਮਹਿਮਾਨ ਨਵਾਜ਼ੀ ਦੇ ਵਿੱਚ ਪ੍ਰਾਹੁਣਚਾਰੀ 'ਚ ਕਿਹੜੀਆਂ ਕਮੀਆਂ, ਤੁਸੀਂ ਸ਼ੁਰੂ ਕਰਿਓ, ਮੈਂ ਇਹਦੇ ਨਾਲ ਫਿਰ ਆਰ ਬਰਾਬਰੋਂ ਲਾਉਣਾ। 604 204 0600। ਇੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਗਿੱਲ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਜੀ ਵਿਸ਼ੇ ਦੇ ਬਾਅਦ 'ਚ ਆਉਣਾ ਮੈਂ, ਪਹਿਲਾਂ ਸਾਨੂੰ ਥੋੜ੍ਹਾ ਇਨਸਾਫ ਚਾਹੀਦਾ ਜੀ, ਸਾਡੇ ਨਾਲ ਧੋਖਾ ਹੋਇਆ। ਦੱਸੋ ਜੀ। ਸਾਨੂੰ ਨਿੰਮੀ ਜੀ ਲਾਰਾ ਲਾਈ ਗਿਆ ਕਿ ਪਿਕਨਿਕ ਦੇ ਸਾਰੇ ਸਰੋਤੇ ਜਿਹੜੇ ਜੁੜਿਓ ਆ ਨਿੰਮੀ ਦਾ ਸ਼ੋਅ ਨਾ ਪਿਓ ਇਕੱਠੇ ਕਰਨੇ ਆ ਤੇ ਸਾਰਿਆਂ ਨੂੰ ਇਕੱਠੇ ਹੋਣਾ ਉੱਥੇ ਪਾਰਕ ਦੇ ਵਿੱਚ। ਕਦ ਹੋਣਾ ਜੀ? ਤੇ ਉਹ ਤਾਂ ਸ਼ੋਅ ਵੀ ਛੱਡ ਗਿਆ, ਤਾਂ ਹੁਣ ਆਹੀ ਤਾਂ ਸਾਨੂੰ ਪਤਾ ਨਹੀਂ ਵੀ ਕਦੋਂ ਹੋਣਾ ਇਕੱਠੇ। ਨਾ ਜੀ ਨਾ, ਜਿਹੜੀ ਪਿਕਨਿਕ ਹੋਣੀ ਆ ਉਹ ਹੋਏਗੀ, ਪਿਕਨਿਕ ਨਹੀਂ ਬਦਲ ਸਕਦੀ। ਹੋਏਗੀ, ਹਾਂ ਪੱਕਾ ਕਰਕੇ ਦੇਵਾਂਗੇ, ਮੈਂ ਨਾਲ ਹੋ ਕੇ ਕਰਾਊਂਗਾ ਜੀ, ਪਤਾ ਕਰ ਦੇਵਾਂ ਤੇ ਕਦ ਦੱਸਿਆ ਸੀ ਤੇ ਉਹ ਪਿਕਨਿਕ ਦਾ ਸਮਾਂ ਦੇਵਾਂਗੇ ਤੁਹਾਨੂੰ। ਥੈਂਕ ਯੂ ਜੀ, ਥੈਂਕ ਯੂ। ਫਿਰ ਤਾਂ ਠੀਕ ਹੈ। ਮੈਂ ਤਾਂ ਕਿਹਾ ਸਾਡੇ ਨਾਲ ਖਰੇ ਧੋਖਾ ਨਾ ਧੋਖਾ ਨਹੀਂ ਹੁੰਦਾ ਸ਼ੇਰੇ ਪੰਜਾਬ, ਤੇ ਸ਼ੇਰੇ ਪੰਜਾਬ ਸਦਾ ਹੀ ਹੱਕ ਸੱਚ ਦੀ ਗੱਲ ਕਰਦਾ। ਹਾਂਜੀ, ਉਹ ਤਾਂ ਸ਼ੇਰੇ ਪੰਜਾਬ ਤੇ ਤਾਂ ਬਹੁਤ ਉਮੀਦਾਂ ਸਾਨੂੰ, ਸਾਡਾ ਆਪਣਾ ਸ਼ੇਰੇ ਪੰਜਾਬ ਆ। ਬਾਕੀ ਦੂਸਰਾ ਜਿਹੜਾ ਤੁਸੀਂ ਮਹਿਮਾਨ ਦੀ ਗੱਲ ਕਰਦੇ ਆ, ਉਹ ਅੱਗੇ ਦੇਖੋ ਇੰਡੀਆ ਵੀ ਹੁੰਦਾ ਸੀ ਇਹ ਚੀਜ਼ਾਂ, ਪਰ ਇੱਥੇ ਸ਼ੋਭਾ ਜ਼ਿਆਦਾ। ਇੱਥੇ ਪਹਿਲਾਂ ਚਾਹ ਪਾਣੀ ਤਾਂ ਕੋਈ ਪੁੱਛਦਾ ਨਹੀਂ, ਜੇ ਘਰ ਦਿਖਾ ਲੈਣ ਲੱਗ ਪੈਂਦੇ, ਚੀਜ਼ਾਂ ਕੋਈ ਪਾਈਆਂ ਉਹ ਦਿਖਾ ਲੈਣ ਲੱਗ ਪੈਂਦੇ ਆ, ਹੈਨਾ। ਤੇ ਇੰਡੀਆ ਵੀ ਹੁੰਦਾ ਤਾਂ ਸੀਗਾ ਇਹ ਰਿਵਾਜ, ਪਹਿਲਾਂ ਅਗਲੇ ਨੂੰ ਚਾਹ ਪਾਣੀ ਪਿਲਾ ਕੇ ਰਿਸ਼ਤੇਦਾਰ ਨੂੰ ਆਏ ਨੂੰ ਉਹਦੀ ਸੇਵਾ ਪੂਰੀ ਤਰ੍ਹਾਂ ਰੋਟੀ ਪਾਣੀ ਖਾ ਕੇ ਫੇਰ ਫਸਲਾਂ ਦਿਖਾ ਲੈਣ ਜਾਂਦੇ ਹੁੰਦੇ ਸੀ। ਆਹ ਦੇਖੋ ਜੀ ਸਾਡੇ ਆ ਕਮਾਦੀ ਆ, ਕਮਾਦ ਦੇ ਖੇਤ ਆ, ਜਾਂ ਸਾਡਾ ਝੋਨਾ ਏਦਾਂ ਦਾ ਜਾਂ ਕਣਕ ਏਦਾਂ ਦੀ, ਹੈ ਨਾ ਜੀ। ਇੱਥੇ ਤਾਂ ਚਾਹ ਪਾਣੀ ਤਾਂ ਪੁੱਛਦਾ ਨਹੀਂ, ਪਹਿਲਾਂ ਆਪਣੀਆਂ ਚੀਜ਼ਾਂ ਦਿਖਾ ਲੈਣ ਲੱਗ ਪੈਂਦੇ ਆ। ਪਤਾ ਨਹੀਂ ਇਹ ਕਿਹੜਾ ਰਿਵਾਜ ਆ, ਹੈਨਾ ਜੀ। ਸੋ ਇੰਨਾ ਕੁ ਕਰਨਾ ਜੀ। ਥੈਂਕ ਯੂ। ਆ ਤੁਸੀਂ ਹੌਸਲਾ ਦੇ ਦਿੱਤਾ ਸਾਨੂੰ, ਤਾਂ ਅਸੀਂ ਤਾਂ ਬਹੁਤ ਨਾ ਸਰ ਸਾਹਿਬ ਦੱਸਦੇ ਆ ਤੁਹਾਨੂੰ ਕਿ ਜਿਹੜੇ ਦਿਨ ਮੈਂ ਨਿੰਮੀ ਜੀ ਨੂੰ ਪਤਾ ਕਰਕੇ ਡੇਟ ਦੱਸਦੇ ਆ। ਥੈਂਕ ਯੂ ਜੀ, ਥੈਂਕ ਯੂ। ਹਰਪਾਲ ਸਿੰਘ ਕੰਗ ਜੀ, ਲਾਈਨ ਨੰਬਰ 2। ਹਾਂਜੀ ਗਿੱਲ ਸਾਹਿਬ,
ਵਾਈਬ੍ਰੇਸ਼ਨ ਦੀ ਗੱਲ ਕੀਤੀ, ਬੜਾ ਹੱਸੇ ਬੜਾ ਜਦੋਂ ਉਹਨੇ ਵਾਈਬ੍ਰੇਸ਼ਨ ਚਾਹ ਪੀਣੀ ਉਹ ਰੌਲਾ ਪੈਂਦਾ, ਕਿਸਰ ਕਿਸਰ ਹੁੰਦੀ ਆ, ਜਾ ਕੇ ਸਪਾਈਸ ਜਿਹੜੀ ਕਿਚਨ ਆ ਉਹਦੇ ਚ ਅੰਦਰ ਕਸਰ ਕੋਈ ਛੱਡੀ ਨਹੀਂ, ਤੁਸੀਂ ਹਾਰ ਤਾਂ ਪਹਿਲੇ ਪੂਰੀ ਲਾਤੀ, ਚਲੋ ਰੱਖਿਓ ਥੋੜੀ ਜਿਹੀ ਗਾਹ ਵੀ ਲਾਉਣ ਹੈ। ਤੇ ਉਹ ਗੱਲ ਏਦਾਂ ਜੀ, ਪਤਾ ਨਹੀਂ ਹਰ ਇੱਕ ਬੰਦੇ ਦਾ ਸੁਭਾਅ ਹੁੰਦਾ। ਮੈਨੂੰ ਜੀ ਏਦਾਂ ਨਾ ਫੋਨ ਕਰਕੇ ਕਿਤੇ ਜਾਣਾ ਬਹੁਤ ਔਖਾ ਲੱਗਦਾ, ਕਿਉਂਕਿ ਜੇ ਇੱਕ ਤਾਂ ਨਾ ਫੋਨ ਚੰਦਰੇ ਨੇ ਪ੍ਰਾਹੁਣਚਾਰੀ ਖਤਮ ਹੀ ਕਰ ਦਿੱਤੀ ਆ, ਕਿਉਂਕਿ ਇੱਕ ਤਾਂ ਹੋ ਫਰੀ ਗਏ ਆ ਤੇ ਟੋਟਲੀ ਆਪਾਂ ਜਦੋਂ ਕਰਦੇ ਆ ਮੋਸਟਲੀ ਗੱਲਾਂ, ਤੇ ਦੂਜੀ ਹੁਣ ਲਾਈਵ ਵੀ ਹੋ ਜਾਂਦੇ ਆ ਫੋਨ ਤੇ ਪ੍ਰਾਹੁਣਚਾਰੀ ਕਿੱਥੇ ਰਹਿ ਗਈ। ਪਰ ਮੈਂ ਜਦੋਂ ਵੀ ਇੱਧਰ ਕਿਤੇ ਜਾਵਾਂ, ਜਿੱਥੇ ਵੀ ਜਾਵਾਂ, ਬਾਹਲੀ ਦੂਰ ਨੇ ਜਿੱਥੇ ਲਾਗੇ ਛਾਗੇ ਆਪਾਂ ਐਪੀਸੋਡ ਦੇ ਏਰੀਏ 'ਚ, ਤੇ ਜੇ ਮੈਨੂੰ ਲੱਗੇ ਵੀ ਆਹ ਹੁਣ ਲੱਗ ਗਿਆ ਤਾਂ ਮੈਂ ਤਾਂ ਕੁੰਡਾ ਖੜਕਾਉਣਾ ਹੀ ਹੁੰਦਾ। ਤੇ ਉਹ ਕਈ ਵਾਰੀ ਸਾਡੇ ਰਿਸ਼ਤੇਦਾਰੀ 'ਚ ਹੈ, ਤਾਂ ਯਾਰਾਂ ਦੋਸਤਾਂ 'ਚ ਤਾਂ ਬਹੁਤ ਵਾਰ ਰਿਸ਼ਤੇਦਾਰੀ 'ਚ ਇੱਕ ਦੋ ਵਾਰੀ ਹੋਈ, ਮੇਰੇ ਨਾਲ ਹੋਈ। ਜੇ ਅਸੀਂ ਘਰ ਨਾ ਹੁੰਦੇ, ਫੋਨ ਨਹੀਂ ਕੀਤਾ, ਮੈਂ ਕਿਹਾ ਜੇ ਤੁਸੀਂ ਨਾ ਹੁੰਦੇ ਆ ਤੁਹਾਡੇ ਗਵਾਂਢੀ ਵੀ ਨਾ ਹੁੰਦੇ। ਤੇ ਮੈਂ ਨਹੀਂ, ਮੈਨੂੰ ਹਜੇ ਵੀ ਏਦਾਂ ਹੀ ਆ ਵੀ ਜੇ ਜਾਣਾ ਇਹ ਨਹੀਂ ਧੱਕ ਕੇ ਜਾਣਾ ਵੀ ਸੇਵਾ ਕਰਾਉਣੀ ਜਾਂ ਗੱਦਾ, ਵੀ ਜਾਣਾ ਤਾਂ ਆਪਾਂ ਜਿਹੜੀ ਫੇਸ ਟੂ ਫੇਸ ਗੱਲ ਹੋਣੀ ਉਹ ਬਿਲਕੁਲ ਠੀਕ, ਉਹ ਫੋਨ ਤੇ ਨਹੀਂ ਹੁੰਦੀ, ਜੋ ਮਰਜ਼ੀ ਕਹਿ ਲਓ। ਤੇ ਨਾ ਕੋਈ ਖਾਣ ਦਾ ਭੁੱਖਾ, ਇੱਥੇ ਜਾਣਾ ਕਿਸੇ ਦੇ ਬਹੁਤ ਔਖਾ, ਕਿਉਂਕਿ ਟਾਈਮ ਕੱਢ ਕੇ ਅਗਲਾ ਜਾਂਦਾ। ਬਾਕੀ ਉਹ ਜੋ ਉਹ ਭੁੱਖਾ ਹੁੰਦਾ ਆਪਣੇ ਇਹੀ ਵੀ ਚਾਰ ਗੱਲਾਂ ਬਾਤਾਂ ਕਰਕੇ ਬੈਠੀਏ, ਜਿਹੜੀ ਫੇਸ ਟੂ ਫੇਸ ਗੱਲ ਹੋਣੀ ਉਹਦਾ ਨਜ਼ਾਰਾ ਹੀ ਵੱਖਰਾ। ਤੇ ਮੇਰੇ ਦਾ ਖਿਆਲ ਮੈਂ ਤਾਂ ਇੱਦਾਂ ਕਰਦਾ ਹੁੰਦਾ। ਧੰਨਵਾਦ ਜੀ। ਧੰਨਵਾਦ ਕੰਗ ਸਾਹਿਬ। ਸ਼ਾਹ ਅਮਰਿੰਦਰ ਸਿੰਘ ਜੀ, ਲਾਈਨ ਨੰਬਰ 3, ਲਾਈਨ ਨੰਬਰ 3 ਅਮਰਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਜੀ ਸਤਿ ਸ਼੍ਰੀ ਅਕਾਲ ਬਾਈ ਜੀ। ਸੌਰੀ ਟੂ ਸੇ, ਇੱਥੇ ਪ੍ਰਾਹੁਣਚਾਰੀ ਵਾਲੀ ਗੱਲ ਤਾਂ ਬਾਅਦ ਦੇ ਵਿੱਚ ਇੱਥੇ ਤਾਂ ਕੋਈ ਬੁਲਾਉਂਦਾ ਨਹੀਂ ਇੱਕ ਦੂਜੇ ਨੂੰ, ਟਾਈਮ ਹੀ ਹੈ ਨੀ ਗਾ ਕਿਸੇ ਕੋਲੇ। ਅਸੀਂ ਨਿਊਜ਼ੀਲੈਂਡ ਤੋਂ ਮੂਵ ਹੋ ਕੇ ਆਏ ਆ। ਅੱਛਾ, ਤੁਸੀਂ ਯਕੀਨ ਮੰਨਿਓ। ਅੱਛਾ ਬਾਈ ਜੀ, ਮੈਂ ਸੱਚ ਕਹਿ ਰਿਹਾ ਤੁਹਾਨੂੰ ਜੀ, ਜੇ 15 ਦਿਨਾਂ ਬਾਅਦ ਅਸੀਂ ਨਾ ਇੱਕ ਦੂਜੇ ਨੂੰ ਮਿਲਦੇ ਸੀ, 5-4 ਫੈਮਿਲੀ ਫੋਨ ਆਉਣ ਲੱਗ ਜਾਂਦੇ ਸੀ, ਉਹ ਮਿਲੇ ਹੀ ਨਹੀਂ ਯਾਰ, ਹੋ ਜਾਓ ਇਕੱਠੇ। ਕਮਾਲ ਹੋ ਗਈ। ਫੇਰ ਮੈਂ ਬਹੁਤ ਵਧੀਆ ਵਿਸ਼ਾ ਤੁਸੀਂ ਚੁਣਿਆ ਇਹ। ਫੇਰ ਸਾਰੇ ਜਾਣੇ ਨੇ ਇਕੱਠੇ ਬੈਠਣਾ, ਵਾਹ, ਲੇਡੀਜ਼ ਜੈਂਟ ਸਾਰੇ ਜਾਣੇ ਇਕੱਠੇ ਬੈਠ ਕੇ ਗੱਲਾਂ ਬਾਤਾਂ ਕਰਨੀਆਂ। ਇਕੱਠਿਆਂ ਨੇ ਪਹਿਲਾਂ ਭੋਜਨ ਤਿਆਰ ਕਰ ਲੈਣਾ, ਕੋਈ ਆਪਦੇ ਘਰਾਂ ਚੋਂ ਬਣਾ ਲੈ ਕੇ ਲੈ ਆਉਂਦੇ, ਸ਼ੇਅਰਿੰਗ ਕਰ ਲੈਂਦੇ ਸੀ। ਬਿਲਕੁਲ ਠੀਕ ਆ। ਤੇ ਇੱਥੇ ਨਹੀਂ ਉਹ ਸਿਸਟਮ ਮੈਂ ਦੇਖਿਆ। ਸੌਰੀ, ਬਿਲਕੁਲ ਹੈ ਨਹੀਂ ਜੀ, ਮੰਨਣਾ ਪਊ। ਹਾਂ, ਧੰਨਵਾਦ ਜੀ। ਧੰਨਵਾਦ ਜੀ। ਸਰ ਗੁਰਦੀਪ ਸਿੰਘ, ਲਾਈਨ ਨੰਬਰ 1। ਮੈਨੂੰ ਬੁਲਾਇਆ ਜੀ ਗੁਰਦੀਪ ਸਿੰਘ? ਹਾਂਜੀ ਗੁਰਦੀਪ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਜੀ ਸਤਿ ਸ਼੍ਰੀ ਅਕਾਲ ਬਾਈ ਜੀ। ਵਿਸ਼ਾ ਬਹੁਤ ਵਧੀਆ, ਪਰ ਆਪਾਂ ਜਦੋਂ ਕਿਤੇ ਜਾਂਦੇ ਆ, ਕਿਸੇ ਆਪਾਂ ਨੂੰ ਜਾਂ ਬੁਲਾਵਾ ਆਉਂਦਾ ਜਾਂ ਆਪਾਂ ਵੈਸੇ ਕੁਦਰਤੀ ਫੋਨ ਕਰਦੇ ਆ ਯਾਰ ਵੀ ਮਿਲਣਾ, ਉਹ ਕਹਿੰਦੇ ਨਹੀਂ ਯਾਰ ਤੁਸੀਂ ਅੱਜ ਸਾਡੇ ਹੀ ਆ ਜਾਓ। ਜਿਹੜੇ ਪਰਿਵਾਰ ਦੇ ਜਿਹੜੇ ਜੀਆਂ ਨਾਲ ਤਾਂ ਆਪਣਾ ਕੋਈ ਨਾ ਕੋਈ ਮੋਹ ਪਿਆਰ ਸੰਦੇਹ ਰਿਸ਼ਤਾ ਹੁੰਦਾ ਹਨਾ, ਉਹਨਾਂ ਦੀ ਥੋੜੀ ਜਿਹੀ ਆਪਣੇ ਪ੍ਰਤੀ ਹੋਰ ਰੁਚੀ ਹੁੰਦੀ ਆ, ਜਿਨ੍ਹਾਂ ਦਾ ਨਹੀਂ ਹੁੰਦਾ ਕੁਝ। ਜਦੋਂ ਆਪਣੇ ਕੋਲੇ ਆਉਂਦੇ ਨੇ ਉਹਨਾਂ ਦੇ ਉਦੋਂ ਰੁਚੀ ਹੋਰ ਹੁੰਦੀ ਆ। ਸਮਝਦੇ ਹੋ ਜਿਹੜੇ ਮੈਂ ਗੱਲ ਕਹਿਣਾ? ਸਮਝ ਗਿਆ ਜੀ। ਹਾਂਜੀ ਹਾਂਜੀ। ਉਦੋਂ ਉਹਨਾਂ ਦਾ ਬੋਲ ਬਲਾਸ ਕੁਝ ਹੋਰ ਤਰ੍ਹਾਂ ਦਾ ਹੁੰਦਾ ਜਦੋਂ ਆਪਣੇ ਕੋਲੇ ਆਉਣਾ ਹੁੰਦਾ ਹਨਾ। ਜਦੋਂ ਜਾਈਦਾ ਤਾਂ ਉੱਥੇ ਕੁਝ ਹੋਰ ਹੀ ਦੇਖਣ ਨੂੰ ਮਿਲਦਾ ਤੇ ਫਿਰ ਬੜਾ ਮਹਿਸੂਸ ਹੁੰਦਾ। ਬਿਲਕੁਲ ਠੀਕ ਹੈ। ਹਾਂਜੀ ਹਾਂਜੀ, ਥੈਂਕ ਯੂ। ਅੱਛਾ, ਪਹਿਲੀ ਤਾਂ ਗੱਲ ਜਦ ਤੁਸੀਂ ਮਹਿਮਾਨ ਬਣ ਕੇ ਜਾਣਾ, ਕੰਗ ਸਾਹਿਬ ਕਹਿ ਰਹੇ ਨੇ, ਪਹਿਲਾਂ ਤਾਂ ਤੁਸੀਂ ਇਹ ਸਮਝ ਕੇ ਜਾਣਾ ਵੀ ਸਭ ਤੋਂ ਕੀਮਤੀ ਚੀਜ਼ ਮੈਂ ਆਪਣੀ ਜ਼ਿੰਦਗੀ ਦੀ ਅੱਜ ਦੀ ਕਿਤੇ ਦੇਣ ਚੱਲਿਆ, ਜਿਹੜਾ ਸਮਾਂ ਇੱਥੇ, ਔਰ ਇਹ ਚੀਜ਼ ਤੁਹਾਨੂੰ ਕਰਨੀ ਪੈਣੀ ਹੈ। ਜਿਵੇਂ ਸਰਾਰ ਸਾਹਿਬ ਕਹਿ ਗਏ ਨੇ ਨਿਊਜ਼ੀਲੈਂਡ ਵਾਲੇ, ਯਾਰ 5-4 ਪਰਿਵਾਰ ਜੇ ਨਹੀਂ ਵਜ਼ਨ ਕਰਨਾ ਹੈ, ਉਹ ਵੀ ਆਪਾਂ ਪੌਟਲਕ ਕਹਿੰਦੇ ਆ ਨਾ, ਇੱਕ ਤਾਂ ਸ਼ਬਦ ਬਣਾ ਹੈ, ਇੱਕ ਚੀਜ਼ ਘਰੋਂ ਬਣਾ ਕੇ ਲੈ ਗਈ ਤੇ ਇਕੱਠੇ ਹੋ ਕੇ ਖਾ ਲਈ। ਉੱਥੇ ਇੱਕ ਭਾਂਡਿਆਂ ਦਾ ਹੀ ਰੌਲਾ ਹੈ ਉਹ ਘਰ ਦੇ ਵਿੱਚ। ਉਹਦੇ ਲਈ ਜੇ ਭਾਂਡੇ ਵੀ ਨਹੀਂ ਉਸ ਘਰ ਦੇ ਵਰਤਣੇ ਤਾਂ ਘੱਟੋ ਘੱਟ ਹੋਰ ਸਮਾਨ ਆ ਮਿਲਦੀਆਂ ਨੇ, ਕਾਗਜ਼ੀ ਕੌਲੀਆਂ ਤੇ ਥਾਲੀਆਂ। ਪਰ ਉਹ ਸਮਾਂ ਯਾਰ ਕਿੰਨਾ ਵਧੀਆ ਹੋ ਸਕਦਾ ਹੈ, ਕਿਉਂਕਿ ਤੁਸੀਂ ਆਪਣੇ ਘੇਰੇ 'ਚ ਬੈਠੇ ਹੋ, ਗੱਲਾਂ ਨਹੀਂ ਕਰ ਸਕਦੇ, ਨਹੀਂ ਹੱਸ ਸਕਦੇ ਟੱਬਰ ਦੇ ਤੌਰ 'ਤੇ। ਹੱਸਣਾ ਤਾਂ ਚਾਹੀਦਾ, ਉਹ ਟੱਬਰ 'ਚ 100 ਘੜਿੱਚਾਂ ਨੇ, ਨਹੀਂ ਗੱਲ ਬਣਦੀ, ਪਰ ਐਟਲੀਸਟ ਤੁਸੀਂ ਇਕੱਠੇ ਹੋ ਕੇ ਖੁਸ਼ ਹੋ ਸਕਦੇ। ਪਹਿਲਾਂ ਤਾਂ ਪ੍ਰਾਹੁਣਾ ਬਣਨਾ ਜਿਹੜਾ ਹੈ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ, ਮੈਂ ਪ੍ਰਾਹੁਣਾ ਕਿਵੇਂ ਬਣਨਾ ਹੈ, ਮੈਂ ਜਾਣਾ ਜਦ ਕਿਸੇ ਦੇ ਉਹ ਕਿਵੇਂ ਜਾਣਾ, ਉੱਥੇ ਆਪਣੱਤ ਕੀ ਹੈ। ਉੱਥੇ ਮੈਂ ਲੌਟਾਂ ਦੇ ਸੌਦੇ ਨਹੀਂ ਕਰਨ ਚੱਲਿਆ, ਉੱਥੇ ਮੈਂ ਕਾਰਾਂ ਨਹੀਂ ਦਿਖਾਉਣ ਚੱਲਿਆ, ਉੱਥੇ ਮੈਂ ਰੋਲੈਕਸ ਲਾਈ ਆ ਇਹ ਨਹੀਂ ਦਿਖਾਉਣ ਚੱਲਿਆ, ਸੂਟ ਨਹੀਂ ਮੈਂ ਦਿਖਾਉਣ ਚੱਲਿਆ, ਨਾ ਹੀ ਉਹ ਸੂਟ ਤੇ ਉਹ ਚੀਜ਼ਾਂ ਦਿਖਾ ਕੇ ਉਹਨੂੰ ਮੈਂ ਨੀਵਾਂ ਦਿਖਾਉਣ ਚੱਲਿਆ।
ਉੱਥੇ ਮੈਂ 3 ਘੰਟੇ ਜ਼ਿੰਦਗੀ ਦੇ ਲਾਉਣ ਚੱਲਿਆ ਤੇ ਉੱਥੇ ਖੁਸ਼ ਹੋਣ ਚੱਲਿਆ। ਪਹਿਲੀ ਤਾਂ ਗੱਲ ਪ੍ਰਾਹੁਣੇ ਦੇ ਦਿਮਾਗ ਚਾਹੀਦੀ ਹੈ, ਪ੍ਰਾਹੁਣਚਾਰੀ ਵਾਲਿਆਂ ਦੇ ਦਿਮਾਗ ਦੇ ਵਿੱਚ ਵੀ ਅੱਡੀਆਂ ਚੱਕ ਕੇ ਤੇ ਚੀਜ਼ਾਂ ਖਰੀਦ, ਇੱਧਰੋਂ ਖਰੀਦ, ਇੱਧਰੋਂ ਆਰਡਰ ਕਰ। ਹੁਣ ਤਾਂ ਸਿਆਪੇ ਬੜੇ ਪੈ ਗਏ। ਉਹ ਕਹਿਣਾ ਨਾ ਘਰੇ ਨਹੀਂ ਬਣਾਉਣਾ ਕੁਛ, ਸਕਿਪ ਦਾ ਡਿਸ਼ਜ਼, ਊਬਰ ਈਟਸ ਆਊ, ਫੋਨ ਆਊਗਾ, ਫੜਾ ਕੇ ਜਾਊ ਅਤੇ ਫਿਰ ਉਹਨੂੰ ਖੋਲ੍ਹ ਕੇ ਖਾਵਾਂਗੇ। ਪਰੋਸਣਾ ਕਿਵੇਂ, ਬਹਿਣਾ ਕਿਵੇਂ, ਆਪਸ ਵਿੱਚ ਗੱਲ ਕਿਵੇਂ ਕਰਨੀ। ਇੱਕ ਹੋਰ ਬਹੁਤ ਪੰਗਾ ਸੀ ਪਹਿਲਾਂ, ਤਾਂ ਹੁਣ ਵੀ ਸ਼ਾਇਦ ਹੋਵੇ। ਇੱਕ ਟੱਬਰ ਰੋਟੀ ਖਾ ਗਿਆ ਇੱਕ ਦਿਨ, ਕਹਿੰਦਾ ਸਮਾਨ ਬਹੁਤ ਬਚ ਗਿਆ, ਰੱਖੋ ਫਰਿੱਜ 'ਚ। ਲੈ ਪਰਲਿਆ ਜਿਹੜਾ ਕੱਲ੍ਹ ਵਾਲੇ ਜਿਹੜੇ ਦੂਜੇ ਨੇ ਉਹਨਾਂ ਦਾ ਵੀ ਕੰਮ ਨਿਬੇੜ, ਸੱਦ ਉਹਨਾਂ ਨੂੰ ਵੀ। ਸਿੱਟਣਾ ਕਾਹਨੂੰ ਹੈ ਹੁਣ ਇਹ? ਜਿਵੇਂ ਗਰੋਸਰੀ ਦਾ ਕੰਮ ਨਿਬੇੜਦੇ ਨੇ ਆਪਣੇ ਭਾਈਚਾਰਾ, ਕਹਿੰਦਾ ਵੀ ਚੱਲ ਗਰੋਸਰੀ ਦਾ ਕੰਮ ਨਿਬੇੜਿਆ, ਆ ਵੀ ਨਿਬੇੜ ਨਾਲ ਹੀ ਹਫਤੇ ਵਾਲਾ ਕੰਮ, ਇਹ ਵੀ ਨਿਬੇੜ। ਨਿਬੇੜਨਾ ਕਹਿੰਦੇ ਨੇ ਕਈ, ਬਹੁਤ ਕੰਮ ਨੇ ਭਾਈਚਾਰੇ ਸਾਡੇ ਨਿਬੇੜਨਾ ਕਹਿੰਦੇ ਨੇ ਵੀ ਇਹ ਪੰਗਾ ਹੈ, ਇਹ ਨਿਬੇੜਨਾ ਪੈਣਾ ਅੱਜ। ਮੇਰੇ ਕਹਿਣ ਦਾ ਮਤਲਬ ਜਿਹੜੇ ਘਰ ਦੇ ਵਿੱਚ 4 ਜੁੱਤੀਆਂ ਨਹੀਂ, ਲੋਕਾਂ ਦੇ ਇਹੋ ਜਿਹੇ ਘਰ ਨੇ ਜਿੱਥੇ ਕੋਈ 10-10 ਦਿਨ 15-15 ਦੂਰੋਂ ਆ ਕੇ ਪ੍ਰਾਹੁਣੇ ਰਹਿੰਦੇ ਨੇ। ਇੱਕ ਦਿਨ ਮਹਿਸੂਸ ਨਹੀਂ ਹੋਣ ਦਿੰਦਾ ਟੱਬਰ ਵੀ ਤੂੰ ਬਾਹਰਲਾ ਆਇਆ। ਯਾਰ ਜਿਗਰਾ ਹੀ ਹੈ ਨਹੀਂ ਕਿਸੇ 'ਤੇ। ਕਾਹਦੇ ਲਈ ਟੱਬਰ ਥੱਕਿਆ ਹੋਇਆ, ਕਾਹਦੇ ਲਈ ਬੰਦੇ ਥੱਕ ਗਏ, ਕਦੇ ਕਾਹਦੇ ਲਈ ਬੀਬੀਆਂ ਥੱਕ ਗਈਆਂ। 4 ਕੱਪ ਚਾਹ ਦੇ 4 ਰੋਟੀਆਂ ਜਾਂ ਤੁਹਾਡੇ ਟੱਬਰ ਦੀਆਂ ਬਣਨੀਆਂ ਨੇ, ਕਿਉਂ ਨਹੀਂ ਖਾ ਸਕਦਾ ਅਗਲਾ? ਕਿਉਂ ਬੰਦਾ ਇਹ ਕੰਬੇ ਵੀ ਮੈਂ ਕਿਸੇ ਨੂੰ ਘਰੇ ਨਹੀਂ ਸੱਦ ਸਕਦਾ? ਯਾਰ ਕਲੇਸ਼ ਪਊਗਾ ਤਾਂ ਬਹੁਤ। ਕਿੱਧਰ ਨੂੰ ਚੱਲ ਪਏ ਅਸੀਂ? ਜਦ ਕੁਛ ਵੀ ਨਹੀਂ ਸੀ ਬਾਹਰ ਮਿਲਦਾ, ਜਦ ਸਵਾਣੀਆਂ ਘਰੇ ਹੀ ਵਿਆਹ ਕਰਦੀਆਂ, ਘਰੇ ਹੀ ਸਾਰਾ ਕੁਛ ਹੁੰਦਾ, ਘਰੇ ਹੀ ਕਮਾਈਆਂ, ਸਾਰਾ ਹੀ ਕੁਕਿੰਗ ਹੁੰਦੀ, ਉਹ ਵੀ ਸਮਾਂ ਸੀ। ਅਤੇ ਹੁਣ ਅਸੀਂ ਕਿੱਥੇ ਖੜ੍ਹੇ ਹਾਂ? ਕਿਸੇ ਕੋਲ ਸਮਾਂ ਨਹੀਂ। ਇਹ ਕਾਰਨ ਤਣਾਅ ਦਾ, ਪੰਗਿਆਂ ਦਾ, ਸਿਆਪਿਆਂ ਦਾ, ਲੜਾਈਆਂ ਪੜ੍ਹਾਈਆਂ ਦਾ, ਦਿਨ ਤੇ ਵਜ਼ਨ ਦਾ। ਕੋਈ ਖੁਦਕੁਸ਼ੀਆਂ ਕਰਦਾ, ਕੋਈ ਨਸ਼ੇ 'ਚ ਬੈਠਾ, ਕੋਈ ਡਿਪਰੈਸ਼ਨ ਦੀਆਂ ਗੋਲੀਆਂ ਖਾਂਦਾ। ਮਿਲਣਾ ਹੀ ਨਹੀਂ ਕਿਸੇ ਨੂੰ, ਕਿਤੇ ਠਹਾਕਾ ਵੱਜਣਾ ਹੀ ਨਹੀਂ। ਪਾਰਟੀ 'ਤੇ ਜਾਂਦੇ ਆ, ਉੱਥੇ ਵੀ ਪੀ ਲਾ ਖਾ ਲਾ ਅਤੇ 4 ਮਾਰ ਲੰਡੂ ਜੇ ਪੈਗ, 2-4 ਸਟੇਕਾਂ ਫਟੇਕਾਂ ਜਿਹੀਆਂ ਖਾ, ਚਲੋ 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 ਚੱਲੀਏ ਸਵੇਰੇ ਕੰਮ 'ਤੇ ਜਾਣਾ। ਤੁਸੀਂ ਕਿਸੇ ਦੇ ਵਿਆਹ 'ਚ ਗਏ ਹੋ ਯਾਰ, ਕਿਸੇ ਦੀ ਖੁਸ਼ੀ 'ਚ ਗਏ ਹੋ, ਅਤੇ ਉੱਥੇ ਜੇ ਭੰਗੜਾ ਨਾ ਤੁਸੀਂ ਪਾਇਆ, ਗਿੱਧਾ ਨਾ ਪਾਇਆ, ਕਾਹਦੇ ਲਈ ਗਏ ਹੋ ਤੁਸੀਂ? ਕੀ ਕਰਨ ਗਏ ਹੋ ਤੁਸੀਂ? ਤੁਸੀਂ ਕਿਸੇ ਲਈ ਘਰੇ ਗਏ ਹੋ, ਕਿਸੇ ਨੇ ਤੁਹਾਨੂੰ ਸੱਦਿਆ ਕਾਰਡ ਦੇ ਕੇ, ਉਹਦੇ ਯਾਰ ਖੁਸ਼ੀ 'ਚ ਤੁਸੀਂ ਹਿੱਸੇਦਾਰ ਬਣੋ। ਕਿਉਂ ਨਹੀਂ ਬਣਦੇ ਤੁਸੀਂ? ਕਿਹੜੀ ਚੀਜ਼ ਆ ਜਿਹੜੀ ਤੁਹਾਨੂੰ ਭਜਵਾਉਂਦੀ ਆ ਉੱਥੋਂ? ਕਿਉਂ ਨਹੀਂ ਤੁਸੀਂ ਆਪਣਾ ਹੱਥ 'ਚ ਇੰਜੋਏ ਕਰਦੇ ਉੱਥੇ? ਕਿਉਂ ਉਹਦੀਆਂ ਕਮੀਆਂ ਤੁਸੀਂ ਗਿਣਦੇ ਹੋ? ਜਾਂ ਤੁਸੀਂ ਉਸੇ ਬੈਂਕਟ ਹਾਲ 'ਚ ਆਪਣਾ ਕੰਮ ਕਰਨਾ, ਤੁਹਾਡੀਆਂ ਕਮੀਆਂ ਕਿੰਨੀਆਂ ਹੋਣੀਆਂ ਨੇ? ਕਿਤੇ ਬੈਂਕਟ ਹਾਲ ਸੋਨੇ ਦਾ ਬਣ ਜਾਣਾ ਉਹ, ਜਾਂ ਉੱਥੇ ਕੁੱਖ ਬਦਲ ਜਾਣੇ ਨੇ, ਉਹੋ ਜਿਹਾ ਹੀ ਤੁਹਾਡੇ ਹੋਣਾ। ਪਰ ਕੰਮ ਗੜਬੜ ਹੋ ਰਹੀ ਹੈ। ਇੱਕ ਪ੍ਰਾਹੁਣਚਾਰੀ ਦਾ ਸਭ ਤੋਂ ਵੱਡਾ ਅਸੂਲ ਚਾਹੀਦਾ ਸਮਾਂ, ਮਤਲਬ ਸਮਾਂ। ਜੇ 5 ਵਜੇ ਕਿਹਾ ਤਾਂ 5:05 10 ਮਿੰਟ ਹੋ ਸਕਦੇ ਨੇ, 4:55 ਹੋ ਸਕਦੇ ਨੇ। 5 ਵਜੇ ਦਾ ਮਤਲਬ 7 ਵਜੇ ਨਹੀਂ ਹੋ ਸਕਦੇ। 7 ਵਜੇ ਆਏ ਨੂੰ ਬੰਦਿਆਂ ਦੇ ਲਿਆਂਦੇ ਹੋਏ ਪਕੌੜੇ ਜਿਹੜੇ ਪੱਥਰ ਵਰਗੇ ਹੋਏ ਨੇ, ਪਹਿਲਾਂ ਤਾਂ ਉਹ ਗੱਲੇ ਦੇਣੇ ਨੇ, ਗੱਲੇ ਦੇਣਾ ਹੀ ਹੁੰਦੇ ਨੇ। ਫਿਰ ਜਿਵੇਂ ਡੰਗਰ ਦੇ ਗੱਲੇ ਦਿੰਦੇ ਹੁੰਦੇ ਸੀ ਆਪਾਂ, ਜਾਂ ਨਹੀਂ ਲੈਂਦਾ ਸੀ ਪੇੜੀ, ਅਤੇ ਉਹ ਲਵੇ ਪੀਓ 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 ਪੀਓ। ਫਿਰ ਚਾਹ ਪਿਲਾ ਕੇ ਉਹਦੇ ਬਾਅਦ ਬੀਬੀਆਂ ਨੇ ਤਾਂ ਦੇਖ ਲਓ ਫਿਰ ਬੇਸਣ ਹਾਜ਼ਮ ਕਰਨਾ ਆਪਣਾ। ਇੱਧਰ ਵਾਲੇ ਕਹਿੰਦੇ ਵੀ ਆ ਜਾ ਹੁਣ ਪਕੌੜੇ ਤੇਰੇ ਥੱਲੇ ਕਰਾਂ, ਗਲ ਕਥਾ ਕਰ, ਛੇਤੀ ਕਰ, ਨਵੇੜ। 8:30 ਵੱਜ ਗਏ, 9 ਵੱਜ ਗਏ, ਲੈ ਵੀ ਲੈ ਸਵੇਰ ਤੇ ਕੰਮ ਨੂੰ ਜਾਣਾ ਹੈ, ਆ ਜਾਓ ਕਿਰਾਂ, ਆ ਜਾਓ, ਲਿਆਓ 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 ਲਿਆਓ, ਰੋਟੀ ਖਾਓ। ਉਹਦੇ ਬਾਅਦ ਜਿਹੜਾ ਘਰ ਨੂੰ ਜਾਂਦਾ ਬੰਦਾ 3 ਘੰਟੇ ਦੇ ਵਿੱਚ 7 ਕਿਸਮ ਦਾ ਖਾਣਾ, ਅਤੇ ਜਿਹੜਾ ਗਰ ਗਰ ਹੁੰਦੀ ਹੈ ਉਹ ਕਹਿੰਦਾ ਯਾਰ ਹੁਣ ਕਰੀਏ ਕੀ? ਉਹ ਕਹਿੰਦਾ ਖਾਣਾ ਮਾੜਾ ਹੈ। ਖਾਣਾ ਨਹੀਂ ਮਾੜਾ ਹੈ। ਤੁਸੀਂ 5 ਵਜੇ ਦੀ ਜਗ੍ਹਾ 7 ਵਜੇ ਗਏ ਹੋ। ਸਰ ਪਰਮਜੀਤ ਸਿੰਘ, ਲਾਈਨ ਨੰਬਰ 1। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। 3 ਗੱਲਾਂ ਜੀ ਗਿੱਲ ਸਾਹਿਬ ਜੀ। ਇੱਕ ਤਾਂ ਡਿਪੈਂਡ ਆ ਵੀ ਤੁਹਾਨੂੰ ਆਪਣੇ ਮਾਪਿਆਂ ਤੋਂ ਸੰਸਕਾਰ ਕਿੱਦਾਂ ਦੇ ਮਿਲੇ, ਉਹ ਵੀ ਮੈਟਰ ਕਰਦਾ। ਮੇਰੇ ਡੈਡੀ ਨੇ ਸਾਨੂੰ 3 ਭੈਣਾਂ ਭਰਾਵਾਂ ਨੂੰ ਇਹ ਸਿਖਾਲਿਆ ਹੋਇਆ ਵੀ ਜਦੋਂ ਵੀ ਕੋਈ ਪ੍ਰਾਹੁਣਾ ਆਉਂਦਾ ਉਹਦੀ ਆਓ ਭਗਤ ਦਿਲੋਂ ਕਰੋ। ਵਾਹ। ਜਿੱਦਾਂ ਤੁਸੀਂ ਕਹਿ ਕੇ ਹਟੇ ਆ, ਕਾਰ ਤੱਕ ਛੱਡ ਕੇ ਜਾਣਾ ਤਾਂ ਕਾਰ ਤੋਂ ਰਿਸੀਵ ਕਰਕੇ ਘਰ ਨੂੰ ਲਿਆਉਣਾ। ਸਵਾਦ ਦੀ ਗੱਲ ਹੈ। ਔਰ ਡੋਰ ਉਹਨਾਂ ਚਿਰ ਨਹੀਂ ਭੇੜਨਾ ਜਿੰਨਾ ਚਿਰ ਡਰਾਈਵਰ ਗਏ ਨਹੀਂ ਅਗਲੇ, ਉਹ ਵੀ ਨਹੀਂ ਹੋ ਜਾਂਦਾ। ਹਾਂ, ਖੜਾਕ ਨਹੀਂ ਪਾਉਣਾ ਪਿੱਛੇ, ਖੜਾ ਐ ਪੈਨ ਹੁੰਦਾ ਬੰਦ। ਹਾਂ। ਤੇ ਦੂਸਰੀ ਗੱਲ ਹੈਗੀ ਆ, ਜਦੋਂ ਤੁਸੀਂ ਖਾਣਾ ਚਾਹੇ ਬਣਾਉਣਾ ਚਾਹੇ ਬਾਹਰੋਂ ਲਿਆਉਣਾ, ਤੁਸੀਂ ਸੋਚੋ ਅਗਲੇ ਨੂੰ ਕੀ ਪਸੰਦ ਆ, ਉਹਦੀ ਪਸੰਦ ਦੇ ਹਿਸਾਬ ਨਾਲ ਉਸ ਚੀਜ਼ ਨੂੰ ਬਣਾਇਆ ਜਾਵੇ। ਹਾਂ, ਕੋਈ ਪਿਆਰਾ ਹੀ ਘਰੇ ਆਉਂਦਾ, ਤੁਹਾਨੂੰ ਪਤਾ ਉਹਦੇ ਸਵਾਦ ਆ। ਬਿਲਕੁਲ ਠੀਕ ਆ। ਹਾਂ, ਉਹਦੇ ਹਿਸਾਬ ਨਾਲ ਬਣਾਇਆ ਜਾਵੇ ਤਾਂ ਉਹ ਵੀ ਬੜਾ ਨਜ਼ਾਰਾ ਆਉਂਦਾ। ਔਰ ਦਿਲੋਂ ਬਣਾਓ ਤਾਂ ਬਹੁਤ ਵਧੀਆ ਸਵਾਦ ਬਣਦਾ।
ਤੇ ਤੀਸਰੀ ਗੱਲ ਜਿਹੜੀ ਤੁਸੀਂ ਕਹਿ ਰਹੇ ਸੀ ਵੀ ਬੀਬੀਆਂ ਪਰੇ ਤਾਂ ਬੱਚੇ ਪਰੇ ਬਿਠਾ ਦਿੰਦੇ ਆ, ਉਹ ਗੱਲ ਤੁਹਾਡੀ ਬਿਲਕੁਲ ਠੀਕ ਆ। ਟਰਾਈ ਕਰਨੀ ਚਾਹੀਦੀ, ਜੇ ਇਕੱਠੇ ਕਿਤੇ ਬੈਕਯਾਰਡ ਸੋਹਣਾ ਹੈ ਤਾਂ ਉੱਥੇ ਇਕੱਠੇ ਬੈਠੋ। ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ, ਆਨੰਦ ਆਉਂਦਾ ਜੀ ਉਹਦੇ ਵਿੱਚ ਜੀ। ਧੰਨਵਾਦ ਸਰਦਾਰ ਜੀ, ਧੰਨਵਾਦ, ਥੈਂਕ ਯੂ। ਸੰਧੂ ਸਾਹਿਬ ਲਾਈਨ ਨੰਬਰ 2। ਹਾਂਜੀ ਸਰਦਾਰ ਹਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪਹਿਲੀ ਤੇ ਗੱਲ ਜਿਹੜੀ ਆ ਭਾਈ ਸਾਹਿਬ ਨੇ ਕਹੀ ਆ, ਮੈਂ 100% ਇਹਨਾਂ ਨਾਲ ਇਸ ਗੱਲ ਨਾਲ ਸਹਿਮਤ ਹੈਗਾ ਬਈ ਉਨੀ ਦੇਰ ਤੱਕ ਦੇਖੋ ਕਿਸੇ ਨੂੰ ਤੁਸੀਂ ਘਰੋਂ ਤੁਹਾਡੇ ਜਾਂਦਾ ਤੇ ਉਹ ਬਾਹਰ ਤੱਕ, ਉਹ ਜਿੰਨੇ ਤੱਕ ਕਾਰ 'ਚ ਬਹਿ ਕੇ ਚੱਲੇ ਨਹੀਂ ਜਾਂਦਾ, ਬਾਏ ਨਹੀਂ ਗਾ, ਉਨ ਤੱਕ ਤੁਹਾਨੂੰ ਅੰਦਰ ਨਹੀਂ ਵੜਨਾ ਚਾਹੀਦਾ। ਨਹੀਂ ਖੜਕਾ ਕਰਦੇ ਹੋ, ਨਾਲ ਆਵਾਜ਼ ਬਹੁਤ ਆਉਂਦੀ ਹੈ ਦਰਵਾਜ਼ੇ ਦੀ। ਹਾਂ ਬਿਲਕੁਲ, ਇਹ ਠੀਕ ਹੈ ਗੱਲ ਇਹਨਾਂ ਦੀ। ਤੇ ਦੂਸਰੀ ਗੱਲ ਇਹ ਵੀ ਦੇਖੋ, ਇਹ ਡਿਪੈਂਡ ਵੀ ਕਰਦਾ ਹੈਗਾ ਬਈ ਤੁਹਾਡਾ ਜਿਹੜਾ, ਜੇ ਤੁਸੀਂ ਕਿਸੇ ਦੇ ਘਰ ਜਾਂਦੇ ਹੋ ਤੇ ਤੁਹਾਨੂੰ ਇਹ ਵੀ ਹੋਣਾ ਚਾਹੀਦਾ ਕਿ ਇਹ ਵੀ ਜਾਓ ਕਿ ਕਿਸੇ ਦੇ ਘਰ ਜਾ ਰਹੇ ਜਾਂ ਭਾਵੇਂ ਭੈਣ ਭਰਾ ਦੇ ਘਰ ਹੀ ਜਾ ਰਹੇ ਹੋ, ਉੱਥੇ ਤੁਹਾਡਾ ਜਿਹੜਾ ਉੱਠਣਾ ਬੈਠਣਾ ਵਾ ਉਹ ਬਿਲਕੁਲ ਸਹੀ ਹੋਣਾ ਚਾਹੀਦਾ। ਨਾ ਕਿ ਤੁਸੀਂ ਬਾਹਰ ਬੰਦੇ ਨਾਲ ਜਿੱਦਾਂ ਗੱਲਾਂ ਕਰਦੇ ਹੋ, ਗਾਲਾਂ ਕਰਦੇ ਹੋ, ਸੱਭਿਅਕ, ਉਹ ਨਹੀਂ ਹੋਣਾ ਚਾਹੀਦਾ। ਬੈਠਿਆ ਤਾਂ ਹੀ ਇਕੱਠਿਆ ਜਾ ਸਕਦਾ। ਬਿਲਕੁਲ ਠੀਕ ਹੈ। ਦੂਜੀ ਗੱਲ ਇਹ ਆ ਵੀ ਦੇਖੋ, ਇਹ ਮੈਂ ਕਹਾਂਗਾ ਕਿ ਇਹ ਜਨਾਨੀ ਤੇ ਬਹੁਤ ਜ਼ਿਆਦਾ ਨਿਰਭਰ ਕਰਦਾ। ਬਿਲਕੁਲ ਜੀ, ਘਰ ਦਾ ਮਾਲਕ ਉਹ ਹੈ। ਬਿਲਕੁਲ ਠੀਕ, ਬਿਲਕੁਲ। ਜਦੋਂ ਕੋਈ ਘਰ ਜਾਣਾ, ਕਿਸੇ ਦੇ ਕੋਈ ਘਰ ਜਾਂਦਾ ਤੇ ਉਹਨਾਂ ਤੇ ਡਿਪੈਂਡ ਕਰਦਾ ਵਾ। ਜੇ ਮੱਥੇ ਤੇ ਬਲ ਪਾ ਲੈਣੇ ਜਾਂ ਇਹ ਕਹਿਣਾ ਨਹੀਂ ਜੀ ਨਹੀਂ ਰਹਿਣ ਦੇਣਾ, ਸੱਦਣਾ ਹੀ ਨਹੀਂ। ਪਰ ਸੋ ਇਹ ਗੱਲਾਂ ਬੜੀਆਂ ਨਿਰਭਰ ਕਰਦੀਆਂ ਸਰਦਾਰ ਹਰਜੀਤ ਸਿੰਘ ਜੀ। ਜੀ ਬਾਈ ਜੀ, ਮਿਹਰਬਾਨੀ ਜੀ, ਥੈਂਕ ਯੂ, ਥੈਂਕ ਯੂ। ਇਹ ਬਹੁਤ ਵੱਡੇ ਵਿਸ਼ੇ, ਧਿਆਨ ਗੋਚਰੇ ਗੱਲ ਹੈ। ਤੇ ਇੱਕ ਤਾਂ ਹੋਰ ਬੜਾ ਪੰਗਾ, ਇੱਕ ਉੱਥੇ ਬੈਠੇ ਕੋਈ ਵੀ ਗੱਲ ਹੋ ਗਈ, ਉਹ ਇੱਕ ਪਿਆਰ ਤੇ ਮੁਹੱਬਤ 'ਚ ਬੈਠੇ ਹੋਗੀ। ਪ੍ਰਾਹੁਣੇ ਦਾ ਘਰੇ ਜਾ ਕੇ ਸੌਂਦੇ, ਜਿਹੜਾ ਜਿਹਦੇ ਘਰੇ ਗਾ, ਜਿਹੜਾ ਉੱਥੇ ਕਲੇਸ਼ ਚੱਲਦਾ, ਅੱਛਾ ਤੁਸੀਂ ਮੈਨੂੰ ਐਂ ਕਿਹਾ, ਉਹ ਕਹਿੰਦਾ ਤੂੰ ਮੇਰੀ ਬੇਇੱਜ਼ਤੀ ਕਰਤੀ ਤੇ ਭਾਂਡੇ ਠਾਹ ਦੇ ਕੇ ਮਾਰੇ। ਉਹ ਕਹਿੰਦਾ ਤੇਰੇ ਸੂਟ, ਅੱਛਾ ਮੇਰਾ ਸੂਟ ਨਹੀਂ ਵਧੀਆ ਲੱਗਿਆ, ਜਿਹੜੀ ਆਈ ਸੀ ਪ੍ਰਾਹੁਣੀ ਉਹਦਾ ਸੂਟ ਵਧੀਆ ਲੱਗਿਆ। ਬਹੁਤ ਥੋੜੇ ਨਹੀਂ ਪੰਗੇ ਪੈਂਦੇ ਉੱਥੇ ਤਾਂ। ਫਿਰ ਜਿਹੜੀ ਵਾਰ ਚੱਲਦੀ ਹੈ, ਉਹ ਅਗਲਾ ਕਹਿੰਦਾ ਲੈ ਗਾਹਾਂ ਨੂੰ ਸੱਦਣਾ ਹੀ ਨਹੀਂ ਕੋਈ, ਕਹਿੰਦਾ ਨਾ ਸੱਦੋ। ਚੱਲ ਸ਼ਵਿੰਦਰ ਸਿੰਘ ਜੀ ਲਾਈਨ ਨੰਬਰ 3। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਤੁਹਾਡਾ ਪ੍ਰੋਗਰਾਮ ਹਰ ਕਦੇ ਮਿਸ ਨਹੀਂ ਕੀਤਾ ਹੈਗਾ, ਪਰ ਕਾਲ ਪਹਿਲੀ ਵਾਰੀ ਕੀਤੀ। ਉਹ ਧੰਨਵਾਦ ਮਾਨ ਸਾਹਿਬ, ਧੰਨਵਾਦ ਬਹੁਤ ਬਹੁਤ। ਹਾਂਜੀ, ਤੇ ਬਾਈ ਜੀ ਵਿਸ਼ਾ ਤੁਹਾਡਾ ਬਹੁਤ ਵਧੀਆ ਜੀ। ਤੇ ਮੈਂ ਕਿਤੇ ਯਾਨੀ ਕਿ ਡਰਾਈਵ ਕਰ ਰਿਹਾ ਸੀ, ਮੈਂ ਜਦਾਂ ਵੇਟ ਤੇ ਆ, ਕਾਲ ਹੋਲਡ ਤੇ, ਮੈਂ ਗੱਡੀ ਸਾਈਡ ਤੇ ਲਾ ਲਈ। ਧੰਨਵਾਦ ਬਾਈ ਜੀ। ਤੇ ਬਾਈ ਮੈਂ ਵੀ ਜਿਹੜਾ ਬਾਈ ਜੀ ਆਪਣੇ ਨਿਊਜ਼ੀਲੈਂਡ ਤੋਂ ਸੀਗੇ, ਉਹਨਾਂ ਦੀ ਗੱਲ ਨਾਲ ਬਹੁਤ ਸਹਿਮਤ ਹਾਂ। ਮੈਂ ਵੀ ਯੂਰਪ ਤੋਂ, ਇਟਲੀ ਤੋਂ ਮੂਵ ਹੋਇਆ ਆਇਆ, ਤੇ ਉੱਥੇ ਵੀ ਇਹੀ ਚੀਜ਼ਾਂ ਹੁੰਦੀਆਂ ਨੇ ਵੀ ਜੇ ਤੁਸੀਂ ਨਹੀਂ ਕਿਤੇ ਹਫ਼ਤਾ ਨਹੀਂ ਇਕੱਠੇ ਹੋਏ ਤਾਂ ਜੇ ਕਿਤੇ ਬਾਹਰ ਬੂਰ ਇਕੱਠੇ ਹੋਣਾ, ਯਾਰ ਮਿਲੇ ਨਹੀਂ, ਆਓ ਬਹੁਤ ਵੱਡੀ ਗੱਲ। ਹਰ ਵੀਕ ਯਾਨੀ ਕਿ ਕੋਈ ਨਾ ਕੋਈ ਆਇਆ ਗਿਆ ਰਹਿੰਦਾ ਹੁੰਦਾ। ਤੇ ਇੱਥੇ ਵੀ ਮੇਰਾ ਸੇਮ ਹੀ ਪ੍ਰੋਗਰਾਮ ਆ ਜੀ। ਇੱਥੇ ਮੈਂ ਯਾਨੀ ਕਿ ਮੇਰੇ ਕੋਲੇ ਜਿਵੇਂ ਕਹਿੰਦੇ ਨੇ ਬਾਬੇ ਦਾ ਲੰਗਰ ਹੀ ਆ, ਉਹ ਚੱਲਦਾ ਹੀ ਰਹਿੰਦਾ ਜੀ। ਵਾਹ, ਕੋਈ ਮਰਜ਼ੀ ਆ ਜਾਵੇ। ਤੇ ਕੋਵਿਡ ਦੇ ਵਿੱਚ ਜਦੋਂ ਸਟਾਰਟ ਹੋਇਆ ਸੀਗਾ ਜੀ, ਤੁਸੀਂ ਮੰਨਣਾ ਨੀ ਗਾ, ਮੈਂ ਟਾਊਨ ਹਾਊਸ ਦੇ ਵਿੱਚ ਰਹਿਣਾ ਤੇ ਮੇਰੇ ਕੋਲੇ 15 ਜਾਣੇ 2.5 ਮਹੀਨੇ ਮੇਰੇ ਕੋਲੇ ਘਰੇ ਰਹੇ। ਬੱਲੇ ਬੱਲੇ, ਸਿਰੇ ਲਾਤੀ ਕਹਾਣੀ। ਹਾਂਜੀ ਹਾਂਜੀ, ਘਰਦਿਆਂ ਨੇ ਕੋਈ ਮੱਥੇ ਵੱਟ ਨਹੀਂ, ਕਿਹੜੀ ਕਿਸੇ ਵੀ ਚੀਜ਼ ਖਾਣੀ ਆ, ਖਾਓ ਪੀਓ, ਉਹ ਮਰਜ਼ੀ ਕਰੋ। ਬੱਲੇ ਬੱਲੇ ਕਰਾਤੀ ਮਾਨ ਸਾਹਿਬ। ਤੁਹਾਡਾ ਪਾਰਟਨਰ ਵੀ ਇਹ ਚੀਜ਼ ਤੇ ਬਹੁਤ ਜ਼ਿਆਦਾ, ਬਹੁਤ ਵੱਡੀ ਗੱਲ ਹੈ। ਜੇ ਸਵਾਣੀਆਂ ਜੇ ਪਿਆਰ ਨਹੀਂ ਦੇਣਗੀਆਂ ਫੇਰ ਨਹੀਂ ਬੰਦਾ ਆਉਂਦਾ ਘਰੇ। ਬੰਦੇ ਦੇ ਕੀ ਆ, ਆਪਾਂ ਕੁੱਕ ਥੋੜਾ ਕਰਨਾ, ਜਾ ਕੇ ਮਦਦ ਕਰ ਸਕਦੇ ਹਾਂ। ਹਾਂਜੀ ਹਾਂਜੀ ਹਾਂਜੀ। ਤੇ ਬਾਕੀ ਇੱਕ ਗੱਲ ਹੋਰ ਬਾਈ ਜੀ ਨੇ ਕਹੀ ਸੀ ਵੀ ਡੋਰ ਤੇ, ਵੀ ਜਦੋਂ ਡੋਰ ਮੈਂ ਮੋਸਟਲੀ ਦੇਖਿਆ ਵੀ ਜਦੋਂ ਤੁਸੀਂ ਕਿਸੇ ਦੇ ਘਰ ਜਾਂਦੇ ਹੋ ਤਾਂ ਜਾਣੀ ਕਿ ਤੁਹਾਨੂੰ ਡੋਰ ਬਸ ਅੱਧਾ ਕੁ ਖੋਲ ਕੇ ਖੜ ਜਾਂਦੇ ਨੇ, ਜਦੋਂ ਛੇਤੀ ਜਾਵੇ ਬੰਦ ਕਰੀਏ। ਹੁਣ ਮੇਰੇ ਕੋਲ ਟਾਊਨ ਹਾਊਸ ਦੇ ਤੁਹਾਨੂੰ ਪਤਾ ਹੀ ਹੈ ਪਾਰਕਿੰਗ ਕਿੱਥੇ, ਬਿਲਕੁਲ ਕਿੰਨੀ ਔਖੀ ਆ। ਹਾਂ, ਉੱਥੇ ਜਾ ਕੇ ਬੰਦੇ ਨੂੰ ਛੱਡ ਕੇ ਗੱਡੀ ਪਲਾਜ਼ੇ ਚੋਂ ਬਾਹਰ ਨਿਕਲਣ ਤੱਕ ਬੰਦੇ ਨੂੰ ਛੱਡ ਕੇ ਆਈਦਾ। ਬਾਈ ਜੀ ਬਹੁਤ ਧੰਨਵਾਦ। ਹਾਂਜੀ ਹਾਂਜੀ। ਤੇ ਬਾਈ ਤੇ ਇੱਕ ਗੱਲ ਹੋਰ ਮੈਂ ਕਰਨੀ ਸੀਗੀ, ਇੱਥੇ ਜਿਹੜੇ ਮੈਂ ਇੱਥੇ ਬਹੁਤ ਗੱਲ ਨੋਟ ਕੀਤੀ ਆ, ਇੱਥੇ ਜਾਣੀ ਕਿ ਜਦੋਂ ਤੁਸੀਂ ਕੋਈ ਅਚੀਵਮੈਂਟ ਕਰਦੇ ਹੋ, ਚਲੋ ਆਪਦੇ ਕਿਸੇ ਮਿੱਤਰ ਮੇਲੀ ਰਿਸ਼ਤੇਦਾਰ ਨੂੰ ਬੁਲਾਉਣੇ ਵੀ ਆ ਘਰੇ, ਉਹਨੇ ਖੁਸ਼ ਤਾਂ ਕੀ ਹੋਣਾ, ਉਹ ਇਹ ਸੋਚਦਾ ਵੀ ਇਹਨੇ ਕਰ ਕਿਵੇਂ ਲਈਏ ਤਾਂ ਕੱਲ ਆਇਆ। ਇਹ ਬੜਾ ਪੰਗਾ ਜੀ, ਬਹੁਤ ਪੰਗਾ, ਬਹੁਤ ਪੰਗਾ ਇਹਦਾ। ਹਾਂਜੀ 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 ਬਾਈ ਜੀ। ਇੱਕ ਤੁਹਾਡੇ ਨਾਲ ਸਹੁਰਿਆਂ ਲਾਗੇ ਦੇ ਅਸੀਂ ਨੰਗਲਾਂ ਕੋਲੇ, ਨੰਗਲਾ ਪਿੰਡ ਮੇਰਾ। ਬਾਜੀ ਮਾਨ ਸਾਹਿਬ ਧੰਨਵਾਦ ਬਹੁਤ ਬਹੁਤ, ਜਿਉਂਦੇ ਵਾਸਤੇ ਰਹੋ, ਜਿਉਂਦੇ ਵਾਸਤੇ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਬਾਈ। ਥੈਂਕ ਯੂ ਮਾਨ ਸਾਹਿਬ। ਮਾਨ ਪਰਿਵਾਰ ਹੈ ਨੰਗਲ, ਜਿਹੜੇ ਨੇ ਸਾਡੇ ਬਾਈ ਜੀ ਗੁਰਦੀਪ ਸਿੰਘ ਬੁਚਕਰ ਸਾਡੇ ਦੋਸਤ ਨੇ, ਉਹਨਾਂ ਦੇ ਸਹੁਰੇ ਨੰਗਲ ਨੇ। ਸਰਬਤਾਰ ਸਿੰਘ ਕੰਗ
ਸੌਰੀ ਬਾਈ ਜੀ ਕੰਗ ਸਾਹਿਬ। ਹਾਂਜੀ ਸੌਰੀ ਵੀ ਮੈਨੂੰ ਵੀ ਹੈ ਨਾ ਨਿਊਜ਼ੀਲੈਂਡ ਵਾਲੇ ਭਾ ਦੀ ਹਾਂ ਬਿਲਕੁਲ ਹੱਡ ਤੇ ਮਾਰੀ, ਹੱਡ ਤੇ ਐਨ ਪੂਰੀ। ਉਹ ਦੁੱਖ ਬੜਾ ਹੋਇਆ ਤੇ ਤਦੇ ਮੈਂ ਕਾਲ ਕੀਤੀ ਦੁਬਾਰਾ, ਸੌਰੀ ਟੂ ਸੇ। ਪਰ ਮੈਂ ਇਹ ਦੱਸਣਾ ਚਾਹੁੰਦਾ ਇਹ ਜਿਹੜੇ ਜਿੱਥੇ ਬਾਹਲਾ ਗੈਟੋ ਆਪਣੇ ਉੱਥੇ ਗਿਆ ਥੋੜਾ ਜਿਹਾ ਬਸ ਜਿੱਥੇ ਕਮਿਊਨਿਟੀ ਵੱਧ ਗਈ ਉੱਥੇ ਚੀਜ਼ਾਂ ਖਤਮ ਹੋ ਗਈਆਂ। ਇਹ ਗੱਲ ਠੀਕ ਹੈ ਬਿਲਕੁਲ। ਉਹ ਮੈਂ ਤੁਹਾਨੂੰ ਹੱਡ ਵਿੱਚ ਜਾਣਾ ਨਾ, ਜਿਹੜੇ ਛੋਟੇ ਟਾਊਨ ਆ ਅੱਜ ਵੀ ਬੰਦਿਆਂ ਨੂੰ ਲੱਭਦੇ ਫਿਰਦੇ ਆ, ਹੁਣ ਤੁਰੇ ਜਾਂਦੇ ਨੂੰ ਬੁਲਾ ਲੈਂਦੇ ਆ ਵੀ ਆ ਭਾਜੀ ਕਿੱਦਾਂ। ਮੈਂ ਤੈਨੂੰ ਛੋਟੀ ਜਿਹੀ 97 ਦੀ ਗੱਲ ਦੱਸਦਾ, ਮੈਂ ਤੇ ਹੁਣ ਟਾਊਨ ਦਾ ਨਾਮ ਵਿਸਰ ਗਿਆ। ਉਹ ਮਾੜੀ ਕਿਸਮਤ ਉਹ ਮੈਂ ਟਰੱਕ ਚੇਂਜ ਕਰ ਦਿੱਤਾ ਤੇ ਉਹਦਾ ਨੰਬਰ ਵੀ ਕਿਤੇ ਚਲਾ ਗਿਆ। 97 ਚ ਮੈਂ ਆਪਣੀ ਵਾਈਫ ਨੂੰ ਲੈ ਗਿਆ ਤਾਂ ਉੱਥੇ ਅਸੀਂ ਸਟੋਰ ਚ ਵੜ ਗਏ, ਨਵੇਂ ਟਾਊਨ ਚ ਦੇਖਣ ਲਈ ਸਟੋਰ ਚ ਚਲ ਗਏ। ਉਹ ਤੁਸੀਂ ਬਿਲੀਵ ਕਰੋ ਉੱਥੇ ਕੁੜੀ ਇੱਕ ਕਾਊਂਟਰ ਤੇ ਖੜੀ, ਉਹ ਕਹਿੰਦੀ ਵੀ ਭਾਜੀ ਅਸੀਂ ਘਰੇ ਮੈਂ ਫੋਨ ਕਰਤਾ, ਤੁਸੀਂ ਪ੍ਰਸ਼ਾਦਾ ਪਾਣੀ ਛਕ ਕੇ ਜਾਣਾ। ਸ਼ਾਮ ਦਾ ਟਾਈਮ ਸੀ 7 ਵਜੇ, ਲੋਡ ਸਵੇਰ ਨੂੰ ਚੱਕਣਾ ਸੀ। ਦੱਸੋ ਸਾਨੂੰ ਜਾਣਨ ਨਾ ਬੁੱਝਣ ਨਾ, ਔਰ ਇੰਨੀ ਜਿੱਦ ਕੀਤੀ ਸਾਨੂੰ ਘਰੇ ਜਾਣਾ ਪਿਆ। ਔਰ ਤੁਸੀਂ ਇੰਨੀ ਸਾਨੂੰ ਹੈ ਨਾ ਜਾਣੀ ਕਿ ਉਹਦੀ ਖੁਸ਼ੀ ਹੋਈ। ਉਹ ਮੈਨੂੰ ਬਾਤ ਕਰਨ ਉਹ ਨੰਬਰ ਉਹ ਲੱਭ ਨਹੀਂ ਰਿਹਾ ਉਹਨਾਂ ਦਾ। ਕਈ ਏਦਾਂ ਦੇ ਪਰਿਵਾਰ ਵੀ ਆ। ਹੁਣ ਜੇ ਆਪਾਂ ਕਹੀਏ ਵੀ ਬਿਲਕੁਲ ਹੀ ਪੱਟੀ ਪੋਚੀ ਗਏ ਏਦਾਂ ਨਹੀਂ ਗੀ, ਹਾਂ ਥੋੜਾ ਜਿਹਾ ਇੱਥੇ ਪਰਸਨੈਲਿਟੀ ਨੂੰ ਜ਼ਿਆਦਾ ਪੈ ਗਿਆ ਵੀ ਉਹ ਜੇ ਕੋਈ ਆਊ ਸਾਡੇ ਘਰ 'ਚ ਟੇਬਲ ਏਦਾਂ ਦਾ, ਸਾਡੇ ਘਰ 'ਚ ਸੋਫਾ ਏਦਾਂ ਦਾ, ਇਹਨਾਂ ਚੱਕਰਾਂ ਚੌਕੀ ਪੈ ਗਿਆ। ਜੇ ਇਹਨਾਂ ਕੰਮਾਂ ਤੋਂ ਥੋੜੇ ਪਾਸੇ ਹੋ ਜਾਣ ਤੇ ਸ਼ਾਇਦ ਇਹ ਮਹਿਮਾਨ ਨਵਾਜੀ ਬਹੁਤ ਚੰਗੀ ਚੀਜ਼ ਆ, ਇਹ ਨਾਲ ਬੜੀ ਸਟ੍ਰੈਸ ਆਫ ਹੁੰਦੀ ਆ। ਥੋੜਾ ਜਿਹਾ ਗਿੱਲ ਸਾਹਿਬ ਤੁਸੀਂ ਇਹ ਤੇ ਚਾਨਣਾ ਪਾਇਆ, ਥੋੜਾ ਜਿਹਾ ਐਸੇ ਹੋ ਗਿਆ ਵੀ ਉਹਦਾ 3 ਸਟੋਰੀ ਘਰ ਆ। ਹਾਂ ਬਹੁਤ ਵੱਡਾ ਔਖਾ ਹੋ ਗਿਆ ਜੀ ਇਹ ਤਾਂ ਕੰਗ ਸਾਹਿਬ, ਇਹੀ ਚੀਜ਼ ਸ਼ੋ ਆਫ ਨੇ ਮਾਰ ਲਈ ਜੀ। ਹਾਂ ਬਿਲਕੁਲ ਕੋਈ ਨਾ ਬਾਈ ਜੀ ਕੰਗ ਸਾਹਿਬ, ਥੈਂਕ ਯੂ। ਸ਼ਾਹ ਬਹਾਦਰ ਸਿੰਘ ਲਾਈਨ ਨੰਬਰ 5। ਸ਼ਾਹ ਬਹਾਦਰ ਸਿੰਘ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਇੱਕ ਤਾਂ ਤੁਸੀਂ ਆਹ ਵਧੀਆ ਦੱਸਤਾ ਆਪਣੇ ਜਰਮਨੀ ਡੋਲਾ ਦਾ ਵੀ ਉਹ ਆ ਕੇ ਦੱਸਣਗੇ, ਉਹਨੇ ਕਿਹਾ ਸੀ ਪਿਕਨਿਕ ਕਰਨੀ ਸਾਰੇ ਆਪਣੇ ਕਹਿ ਚਾਹੁੰਦੇ ਸੀਗੇ ਵੀ ਜ਼ਰੂਰ ਹੋਏਗੀ ਜੀ, ਜ਼ਰੂਰ ਹੋਏਗੀ। ਹਾਂਜੀ ਬਹੁਤ ਸਾਨੂੰ ਖੁਸ਼ੀ ਦੀ ਗੱਲ ਆਈ ਦੱਸੀ। ਤੇ ਬਾਕੀ ਆ ਜਿਹੜੀ ਪ੍ਰਾਹੁਣਚਾਰੀ ਦੀ ਗੱਲ ਕਰਦੇ ਆ ਤਾਂ ਹੁਣ ਇੱਥੇ ਵੀ ਤਾਂ ਉੱਥੇ ਵੀ ਕਈ ਵਾਰ ਜਾ ਕੇ ਹਜੇ ਉਹਨਾਂ ਦੇ ਥੋਪੇ ਨਾਲ ਜਾਂ ਕਿਤੇ ਵੀ ਹਜੇ ਨਾਲ ਨਹੀਂ ਲੱਗੀ ਤਾਂ ਪਹਿਲਾਂ ਹੀ ਚਾਹ ਤਿਆਰ ਰੱਖੀ ਹੁੰਦੀ ਆ ਕਿ ਪੀਵੇ ਦਾ ਕੰਮ ਮੁਕਾ ਦੇਵੇ ਤੇ ਛੇਤੀ ਅਸੀਂ ਵੀ ਵਿਹਲੇ ਹੋਈਏ ਤੇ ਜ਼ਿੰਮੇਵਾਰੀ ਖਤਮ ਕਰੀਏ। ਪਤਾ ਨਹੀਂ ਛੇਤੀ ਭਜਾਉਣ ਦੀ ਕਰਦੇ ਹਜੇ ਅਸੀਂ ਕਿਸੇ ਸਾਰਿਆਂ ਨੂੰ ਪਰਿਵਾਰ 'ਚ ਜੇ ਕਹਿੰਦੇ ਸਤਿ ਸ੍ਰੀ ਅਕਾਲ ਨਹੀਂ ਬੁਲਾਈ ਹੁੰਦੀ, ਪਿਆਰ ਨਹੀਂ ਦਿੱਤਾ ਹੁੰਦਾ, ਕਿਸੇ ਛੋਟੇ ਬੱਚੇ ਬੜੇ ਨਹੀਂ। ਤੇ ਏਦਾਂ ਕਰਕੇ ਵੀ ਬਹੁਤ ਕਾਹਲ ਹੋਈ, ਟਾਈਮ ਹੀ ਪਾਸ ਜਾ ਜਾਣੀ ਆਏ ਦਾ ਵੀ ਕਰਦੇ, ਜਾਣੇ ਵਾਲਾ ਦਾ ਟਾਈਮ ਕੱਢ ਕੀ ਗਿਆ ਹੁੰਦਾ। ਮੂਹਰ ਮਤਲਬ ਟਾਈਮ ਪਾਸ ਕਰਨ ਦੀ ਬਹੁਤ ਕਰਦੇ ਵੀ ਛੇਤੀ ਚਾਹ ਬਣਾਓ, ਚਾਹ ਤੋਂ ਬਾਅਦ ਨਵੇੜੀਏ ਕੰਮ। ਠੀਕ ਆ ਕੰਗ ਸਾਹਿਬ। ਆਪਣੇ ਮਾਨ ਸਾਹਿਬ ਮੰਟੀਕੇ ਤੋਂ ਲਾਈਨ ਨੰਬਰ 6। ਸਤਿ ਸ੍ਰੀ ਅਕਾਲ ਗਿਲ ਸਾਹਿਬ ਜੀ। ਸ਼ੇਰੇ ਪੰਜਾਬ ਜਿੰਦਾਬਾਦ। ਧੰਨਵਾਦ ਬਾਈ ਜੀ। ਬੜਾ ਕੁਝ ਸਿੱਖਿਆ ਮਹਿਮਾਨ ਨਵਾਜ਼ੀ ਬਾਈ ਜੀ, ਆਪਾਂ ਤਾਂ ਤੁਹਾਡੇ ਕੋਲੋਂ ਸਿੱਖਿਆ ਜੇ ਨਹੀਂ ਵੀ ਬੰਦਾ ਛੋਟਾ ਵੀ ਉਹਨੂੰ ਬਰਾਬਰ ਦਾ ਕਰਨਾ, ਇਹ ਬਹੁਤ ਵੱਡਾ ਮਹਾਰਾਜ ਨੇ ਤੁਹਾਨੂੰ ਰੁਤਬਾ ਦਿੱਤਾ ਬਾਈ ਜੀ। ਗੱਲ ਇਹ ਹੈ ਕਿ ਗੈਸਟਾਂ ਨੂੰ ਵੀ ਆਪਣਾ ਇੱਜ਼ਤ ਮਾਨ ਬਰਕਰਾਰ ਰੱਖਣਾ ਚਾਹੀਦਾ। ਕੀ ਪ੍ਰੋਬਲਮ ਆਉਂਦੀ ਹੈ ਗਿਲ ਸਾਹਿਬ, ਜਦੋਂ ਕਾਰ ਨਵੀਂ ਲੈਂਦੇ ਨੇ ਨਾ ਫਿਰ ਇਹ ਭਾਲਦੇ ਨੇ ਵੀ ਜਾ ਕੇ ਆਈਏ ਕਿਸੇ ਕੋਲ, ਫਿਰ ਉਹਦੇ ਡਰਾਈਵੇ ਤੇ ਕਾਰ ਲਾਉਣੀ ਹੈ। ਰਿਸ਼ਤੇਦਾਰਾਂ ਨੂੰ ਵੀ ਚਾਹੀਦਾ ਡਰਾਈਵੇ ਅਗਲੇ ਦਾ ਖਾਲੀ ਰੱਖੋ, ਪਹਿਲਾਂ ਤੋਂ ਤੁਰ ਕੇ ਆ ਜਾਓ। ਤੇ ਜਿਹੜੇ ਹੁਣ ਬਜ਼ੁਰਗ ਨੇ ਭਾਜੀ ਉਹਨਾਂ ਨੂੰ ਵੀ ਨਿਆਣਿਆਂ ਨੇ ਦੋਤਾ ਪੋਤਾ ਪੋਤੀ ਨੇ ਜਾਂ ਦੋਤਾ ਦੋਤੀ ਨੇ ਟਿਕਟੌਕ ਡਾਊਨਲੋਡ ਕਰਕੇ ਦੇਤੇ, ਉਹ ਵੀ ਬਹੁਤ ਵਧੀਆ ਗੱਲ ਨਹੀਂ ਹੈਗੀ। ਉਹਨਾਂ ਨੂੰ ਰੇਡੀਓ ਸੁਣਾਓ, ਉਹਨਾਂ ਨੂੰ ਸਿੱਖਿਆ ਮਿਲੂਗੀ। ਰੇਡੀਓ ਬਹੁਤ ਘੱਟ ਟਾਈਮ ਲੈਂਦਾ, ਸਿੱਖਿਆ ਵੱਧ ਦਿੰਦਾ। ਉਹ ਜਿਹੜਾ ਟਿਕਟੌਕ ਆ ਹੁਣ ਉੱਥੇ ਦਾ ਪੰਜਾਬੀ ਟਿਕਟੌਕ ਤਾਂ ਪਰਿਵਾਰਕ ਤੁਸੀਂ ਬਹਿ ਕੇ ਦੇਖ ਹੀ ਨਹੀਂ ਸਕਦੇ। ਬਾਕੀ ਜਿਹੜੇ ਚੰਗੇ ਪਰਿਵਾਰ ਨੇ ਬੇਨਤੀ ਹੈ ਕਿ ਉਹਨਾਂ ਮਾਂ ਪਿਓ ਦਾ ਜਾਂ ਰਿਸ਼ਤੇਦਾਰਾਂ ਦਾ ਨਾਂ ਵੀ ਲਿਆ ਕਰੋ। ਬਜ਼ੁਰਗ ਜਿਹੜੇ ਸਤਿਕਾਰ ਦਿੰਦੇ ਨੇ ਆਪਾਂ ਨੂੰ, ਆਪਾਂ ਵੀ ਸਤਿਕਾਰ ਦਈਏ। ਮੇਰਾ ਇੱਕ ਦੋਸਤ ਹੈ ਗਿੱਲ ਸਾਹਿਬ, ਰਾਈਡਰ ਵੀ ਆ, ਉਹਦੇ ਮਾਤਾ ਜੀ ਨੇ ਕਰਮਜੀਤ, ਤੇ ਉਹਨਾਂ ਨੇ ਇੰਨਾ ਸਤਿਕਾਰ ਦੇਣਾ। ਨਿਆਣਿਆਂ ਨੇ ਜਦੋਂ ਵੀ ਗੱਲ ਕਰਨੀ ਉਹਨਾਂ ਨੇ ਪੁੱਛਣਾ ਵੀ ਉਹ ਇੰਡੀਆ ਤਾਂ ਨਹੀਂ ਗਏ ਹੋਏ, ਇੱਥੇ ਨੇ। ਇਹ ਹੁੰਦਾ ਸਤਿਕਾਰ। ਬਾਕੀ ਜਿਹੜੇ ਹੋਟਲ ਵਾਲੇ ਨੇ ਭਾਈ ਸਾਹਿਬ ਹੋਣੀ, ਸਾਰਿਆਂ ਨੂੰ ਮੈਂ ਬੇਨਤੀ ਇੱਕ ਕਰਦਾ ਕਿ ਜਦੋਂ ਵੀ ਬੰਦਾ ਕੋਈ ਚੀਜ਼ ਲੈਂਦਾ ਉਹ ਯਾਰ ਦੋਸਤ ਇਕੱਠੇ ਕਰਕੇ ਉੱਥੇ ਆਪਣਾ ਲੰਗਰ ਪਾਣੀ ਸਾਂਝਾ ਕਰਦੇ ਨੇ, 10 ਮਿੰਟ ਬਤਾਉਂਦੇ ਨੇ, ਉਹ ਵਧਾਈਆਂ ਦੇਣ ਲੱਗੇ ਜਾ ਕੇ ਟਿਕਟੌਕਾਂ ਬਣਾਉਣੀਆਂ, ਉਹ ਵੀ ਬਾਹਲੀ ਵਧੀਆ ਗੱਲ ਨਹੀਂ ਹੈ ਕਿ ਤੁਸੀਂ ਵਧਾਈ ਦਿਓ, ਠੀਕ ਹੈ, ਪਰ ਤੁਸੀਂ ਮਹਿਮਾਨ ਨਵਾਜ਼ੀ ਕਰੋ, ਉਹ ਵੀ ਠੀਕ ਆ। ਪਰ ਤੁਸੀਂ ਆਹ ਜਿਹੜਾ ਮੂਵੀਆਂ ਬਣਾਉਣ ਲੱਗ ਜਾਓ, ਇਹ 'ਚ ਵੀ ਥੋੜਾ ਜਿਹਾ ਹਲਕਾਪਣ ਜਿਹਾ ਲੱਗਦਾ ਗਿਲ ਸਾਹਿਬ। ਥੈਂਕ ਯੂ, ਵਧੀਆ ਨਹੀਂ ਲੱਗਦਾ। ਓਕੇ ਬਾਈ ਜੀ, ਥੈਂਕ ਯੂ। ਸੈਮ ਜੀ ਤੁਹਾਡੀ ਵਾਰੀ ਆ ਗਈ, ਮੁਆਫੀ ਤੁਸੀਂ ਵੱਧ ਅੜੀਕਿਆ ਅੱਜ। ਤੁਸੀਂ 에ਅਰ ਤੇ ਹੋ ਲਾਈਨ ਨੰਬਰ 1। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
ਦੇਖੋ ਵੀਰ ਜੀ, ਇੱਕ ਯੂਨੀਵਰਸਲ ਟਰੂਥ ਹੈ, ਜਿਹੜੀ ਚੀਜ਼ ਮੈਨੂੰ ਮਾੜੀ ਲੱਗਦੀ ਹੈ ਨਾ ਉਹ ਸਾਰਿਆਂ ਨੂੰ ਹੀ ਮਾੜੀ ਲੱਗਦੀ ਹੈ। ਹੁੰਦੇ ਤਾਂ ਆਪਾਂ ਕਲੋਜ਼ ਰਿਸ਼ਤੇਦਾਰ ਹੀ ਆ, ਬਹਿੰਦੇ ਆ ਇੱਕ ਦੂਏ ਨਾਲ, ਕਈ ਵਾਰ ਮਨ ਮੁਟਾਵ ਵੀ ਹੁੰਦੇ ਆ, ਗੱਲਬਾਤ ਘੱਟ ਵੱਧ ਵੀ ਹੁੰਦੀ ਆ। ਜਦੋਂ ਇਕੱਠੇ ਬਹਿ ਜਾਂਦੇ ਆ ਨਾ, ਉਹਦੇ ਵਿੱਚ ਇੱਕ ਚੀਜ਼ ਮੈਂ ਨੋਟ ਕੀਤੀ, ਜਦੋਂ ਤੁਸੀਂ ਕੰਨਾਂ 'ਚ ਗੱਲ ਕਰਨ ਲੱਗ ਪੈਂਦੇ ਆ, ਇੱਕ ਬੰਦੇ ਨੂੰ ਲੈਫਟ ਓਵਰ ਕਰ ਦਿੰਦੇ ਆ, ਉਹ ਬੰਦਾ ਗਰੁੱਪ ਦੇ ਵਿੱਚ, ਕਿਉਂਕਿ ਸਾਰੇ ਤਾਂ ਗੁੱਸੇ ਨਹੀਂ ਹੁੰਦੇ, ਮਾੜਾ ਮੋਟਾ ਮਨ ਮੁਟਾਵ ਹੋ ਜਾਂਦਾ, ਉਹ ਪਾਰਟੀ ਦਾ ਸੱਤਿਆਨਾਸ਼ ਵੀ ਹੋਣ ਲੱਗ ਪੈਂਦਾ। ਜਦੋਂ ਤੁਸੀਂ ਕਿਸੇ ਨੂੰ ਲੈਫਟ ਓਵਰ ਨਹੀਂ ਕਰਨਾ ਚਾਹੀਦਾ। ਆਲਸੋ ਇੱਕ ਚੀਜ਼ ਹੋਰ ਨੋਟ ਕੀਤੀ ਮੈਂ, ਬੱਚਿਆਂ ਦਾ ਵੀ ਹੁਣ ਸਾਰੀ ਏਜ ਦੇ ਬੱਚੇ ਹੁੰਦੇ ਆ ਇੱਕ ਫੈਮਿਲੀ ਦੇ ਵਿੱਚ, ਕੋਈ ਛੋਟੇ ਆ ਕੋਈ ਵੱਡੇ ਆ, ਬੱਚਿਆਂ 'ਚ ਵੀ ਗਰੁੱਪ ਬਣ ਜਾਂਦੇ ਆ। ਸੋ ਉਹਦੇ ਵਿੱਚ ਕਈ ਛੋਟੇ ਬੱਚੇ ਲੈਫਟ ਓਵਰ ਹੋ ਜਾਂਦੇ, ਕਈ ਵੱਡੇ ਬੱਚੇ ਲੈਫਟ ਓਵਰ ਹੋ ਜਾਂਦੇ ਆ। ਮੇਰਾ ਖਿਆਲ ਹੈ ਇਹ ਥੋੜ੍ਹੀਆਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖ ਲੈਣਾ ਚਾਹੀਦਾ। ਹੁਣ ਜਿਵੇਂ ਕਿ ਇੱਕ ਦਿਨ ਮੈਂ ਪਿਛਲੇ 2-3 ਵੀਕ ਪਹਿਲਾਂ ਗਿਆ ਤੇ ਮੇਰੇ ਬੱਚੇ ਲੈਫਟ ਓਵਰ ਜੇ ਦੇਖੇ ਮੈਂ, ਪਰ ਉਹਨਾਂ ਨੂੰ ਕੁਛ ਕਿਹਾ ਤਾਂ ਨਹੀਂ। ਜਦੋਂ ਉਹਨਾਂ ਨੂੰ ਆਏ, ਜਦ ਸਾਡੇ ਘਰ ਪਾਰਟੀ ਹੋਈ ਤੇ ਮੈਂ ਉਹਨਾਂ ਨੂੰ ਸਪੈਸ਼ਲ ਹਦਾਇਤ ਕੀਤੀ ਵੀ ਬੱਚਾ ਜੇ ਕੋਈ ਵੀ ਘਰ ਆਉਂਦਾ ਆ, ਇਹ ਤੁਹਾਡੀ ਜ਼ਿੰਮੇਵਾਰੀ ਆ, ਤੁਸੀਂ ਉਹਨਾਂ ਸਾਰਿਆਂ ਨੂੰ ਹੀ ਹੈਪੀ ਰੱਖਣਾ ਔਰ ਇੱਕੋ ਜਿਹਾ ਟ੍ਰੀਟ ਕਰਨਾ। ਕਿਉਂਕਿ ਇੱਥੇ ਜ਼ਰੂਰ ਥੋੜਾ ਜਿਹਾ ਮੈਨੂੰ ਲੱਗਦਾ ਸਾਨੂੰ ਧਿਆਨ ਦੇਣ ਦੀ ਲੋੜ ਹੈ, ਜਦੋਂ ਕੋਈ ਘਰ ਆਵੇ ਉਹ ਲੈਫਟ ਓਵਰ ਫੀਲ ਨਾ ਕਰੇ। ਬਾਕੀ ਜੋ ਮਜ਼ਾਕ ਮੇਰੇ ਖਿਆਲ ਜਿਹਨੇ ਕੁਛ ਦਿਖਾ ਲੈਣਾ, ਵੱਡੀ ਕਾਰ ਦਿਖਾ ਲੈਣੀ, ਦਿਖਾ ਲਈ ਜਾਓ, ਜੋ ਮਰਜ਼ੀ ਗੱਲਾਂ ਕਰੀ ਜਾਓ, ਪਰ ਜੇ ਕੋਈ ਲੈਫਟ ਓਵਰ ਫੀਲ ਹੋਣ ਲੱਗ ਪਿਆ, ਉਹ ਮੈਨੂੰ ਲੱਗਦਾ ਸਭ ਤੋਂ ਹਰਟਫੁਲ ਆ। ਇਹ ਨਹੀਂ ਕਰਨਾ ਚਾਹੀਦਾ। ਅਲੱਗ ਥਲੱਗ ਨਾ ਹੋਵੇ, ਸਤਿਕਾਰ ਦੀ ਭਾਵਨਾ ਘਟੇ ਨਾ। ਦਿਖਾ ਦਿਓ ਘਰ, ਵਾਸ਼ਰੂਮ ਦਿਖਾ ਦਿਓ, ਵਾਕ-ਇਨ ਕਲੋਜ਼ਟ, ਆਹ ਆਪਣੀ ਵਾਕ-ਇਨ ਕਲੋਜ਼ਟ ਹੈ, ਆਹ ਵਾਸ਼ਰੂਮ ਆ ਆਪਣਾ, ਆਹ ਉਹ ਜਕੂਜ਼ੀ ਆ ਜਿਹਦੇ ਵਿੱਚ ਬੈਠ ਕੇ ਮੈਂ ਕਦੇ ਨਹੀਂ ਨਹਾਤਾ, ਧੋਣ ਵਾਲੇ ਕੱਪੜੇ ਹੁੰਦੇ ਆ ਇੱਥੇ। ਬਸ ਗੱਲ ਇਹ ਆ ਜੀ ਬਈ, ਬਹੁਤ ਜ਼ਰੂਰੀ ਹੈ ਘਰ ਵੱਡਾ ਛੋਟਾ, ਸੋਫੇ ਮਾੜੇ ਚੰਗੇ, ਰੋਟੀ ਮਾੜੀ ਚੰਗੀ, ਉਹਦੇ 'ਚ ਅਪਣੱਤ ਤੇ ਸਤਿਕਾਰ ਕਿਤੋਂ ਵੀ ਮਨਫੀ ਨਾ ਹੋਵੇ, ਤੇ ਪਰਿਵਾਰ ਦੀ ਰਾਏ ਦੇ ਨਾਲ ਜਾਇਆ ਜਾਵੇ, ਪਰਿਵਾਰ ਦੀ ਰਾਏ ਨਾਲ ਸੱਦਿਆ ਜਾਵੇ। ਇਉਂ ਨਾ ਹੋਵੇ ਵੀ ਮਰਜ਼ੀ ਵੀ ਆ ਬੈਠੇ ਨੇ, ਉਹ ਕਹੇ ਮਾੜਾ ਜਿਹਾ ਦੱਸ ਤਾਂ ਦਿਓ ਕਿਹਦੇ ਆਉਣਾ ਘਰੇ, ਇਹ ਬੰਦੇ ਦਾ ਫਰਜ਼ ਹੈ। ਹਾਂ, ਵੈਸੇ ਹੀ ਕੋਈ ਆ ਗਿਆ ਫਿਰ ਉਹਦੇ 'ਚ ਵੀ ਕੋਈ ਐਡੀ ਕਹਾਣੀ ਨਹੀਂ ਹੈ। ਕਿਹੜਾ ਆਪਾਂ 7 ਕੋਰਸ ਡਿਨਰ ਅਗਲੇ ਨੂੰ ਛਕਾਉਣਾ, ਜਿਹੋ ਜਿਹਾ ਤੁਸੀਂ ਖਾਣਾ ਕਰਾਵੇ, ਬਾਈ ਜੀ ਆ ਜਾਓ ਬੈਠੋ, ਰੋਟੀ ਤਿਆਰ ਆ, ਛਕੀਏ ਬੈਠ ਕੇ, ਬਸ ਕੋਈ ਐਡੀ ਗੱਲ ਨਹੀਂ। ਕਿਉਂਕਿ ਤੁਸੀਂ ਉਹ ਵੀ ਤੁਹਾਡੇ ਭਾਈਚਾਰੇ 'ਚੋਂ, ਤੁਹਾਡੇ ਚਗਿਰਦੇ 'ਚੋਂ ਨੇ, ਜਿਹੋ ਜਿਹਾ ਤੁਸੀਂ ਘਰੇ ਕਰਦੇ ਹੋ ਟਿਪੀਕਲ ਉਹੀ ਕਰਦੇ ਨੇ। ਉਹ ਸੇਮ ਸਟੋਰ ਤੋਂ ਲੈ ਕੇ ਆਉਂਦੇ ਨੇ ਗਰੋਸਰੀ, ਜਿੱਥੇ ਤੁਸੀਂ ਜਾਂਦੇ ਹੋ, ਅਤੇ ਅਕਸਰ ਮਿਲਦੇ ਵੀ ਆਪਾਂ। ਅਤੇ ਉਹੋ ਜਿਹਾ ਕੁਛ ਵੀ ਨਾ ਕੀਤਾ ਜਾਵੇ ਜਿਹੜਾ ਪ੍ਰਾਹੁਣਿਆਂ ਦੇ ਜਾਣ ਤੋਂ ਬਾਅਦ ਘਰ 'ਚ ਕਲੇਸ਼ ਪਵੇ। ਇਹ ਬਹੁਤ ਜ਼ਰੂਰੀ ਹੈ। ਅਤੇ ਸਤਿਕਾਰ, ਪਿਆਰ, ਬੰਦੇ ਨੂੰ ਲਿਆਉਣਾ, ਬੰਦੇ ਨੂੰ ਛੱਡਣਾ, ਬਿਨਾਂ ਦਰਵਾਜ਼ੇ ਤੋਂ ਕੋਈ ਕੰਦਾ ਕਿਵੇਂ ਮੁੜ ਜੇ, ਚਾਹੇ ਕਾਰਡ ਦੇਣ ਆਇਆ, ਬਸ ਚੱਲਦਿਆਂ ਅੱਗੇ ਹੋਰ ਕਾਰਡ ਯਾਰ ਦੇਣੇ ਨੇ, ਗਾਹਾਂ ਚਲੇ ਜਾ, ਪਰ ਅੰਦਰ ਤਾਂ ਬੈਠੋ। ਕਾਰਡ ਦੇਣ ਆਇਓ ਕਿ ਕਾਰਡ ਸਿੱਟਣ ਆਇਓ? ਗਲਾਸ ਪਾਣੀ ਦਾ ਹੀ ਕੁਛ ਵੀ ਅੰਦਰ ਬੈਠ ਕੇ 10 ਮਿੰਟ ਲਾ ਕੇ, ਜਾਂ ਫਿਰ ਮੇਰੇ ਵਰਗਾ ਫੋਨ ਕੰਨ ਨੂੰ ਲਾ ਕੇ, ਹਾਂ ਆਉਣਾ, ਉਹ ਹਾਂਜੀ ਕਿੱਥੇ, ਉਹ ਯਾਰ ਮੀਟਿੰਗ ਸੀ ਮੇਰੀ ਤਾਂ ਮੈਂ ਜਾਣਾ। ਯਾਰ ਕਿਹੜੀ ਮੀਟਿੰਗ, ਕਿਹੜਾ ਟੇਕ ਆਫ ਹੋ ਰਿਹਾ ਤੁਹਾਡਾ ਜਿਹੜਾ ਚੱਲਿਓ ਮਾਰਸ 'ਤੇ, ਵੀ ਜੇ ਸਪੇਸ ਐਕਸ ਦਾ ਉੱਡ ਜਾਣਾ ਰੌਕਟ। ਸਤਿਕਾਰ ਮਨਫੀ ਹੋ ਰਿਹਾ, ਉਸ ਨੇ ਹੀ ਸਾਨੂੰ ਮਾਰਿਆ। ਅਤੇ ਖਿਆਲ ਰੱਖਿਆ ਕਰੋ, ਚੜ੍ਹਦੀ ਕਲਾ 'ਚ ਰਿਹਾ ਕਰੋ, ਖੁਸ਼ੀਆਂ ਇੱਥੇ ਜ਼ਿੰਦਗੀ ਦਾ ਇੱਕ ਖਿਆਲ ਰੱਖੋ ਵੀ ਇਸ ਪਲੈਨਟ 'ਤੇ ਗੇੜਾ ਕੱਢਣ ਆਇਆ, ਵੀ ਗੋਟ ਟੂ ਮੂਵ ਵਨ ਡੇ, ਜਾਣਾ ਆਪਾਂ, ਇੱਕ ਦੂਜੇ ਦੇ ਖੁਸ਼ੀ ਗਮੀ 'ਚ ਆਪਾਂ ਜਾਣਾ। ਚੜ੍ਹਦੀ ਕਲਾ 'ਚ ਰਹਿਣ ਦੀ ਲੋੜ ਹੈ। ਸੋਮਵਾਰ ਫੇਰ 10 ਤੋਂ 1 ਸ਼ੇਰੇ ਪੰਜਾਬ ਜ਼ਿੰਦਾਬਾਦ।